ਬਰੇਲਵੀ ਹੈ ਜਾਂ ਇਸਲਾਮੀ ਮੁਕੱਦਸਾਤ ਨੂੰ ਖਤੂਨ ਜੰਨਤ ਦਾ ਤੁਸੀਂ ਨਾਂ ਲੈ ਰਹੇ ਸੀ, ਤੁਸੀਂ ਉਹਨਾਂ ਨੂੰ ਟਾਰਗੇਟ ਕਰੋ। ਕਿੰਨਾ ਮਰਜ਼ਈਆਂ ਦੀ ਝੋਲੀ 'ਚ ਪੈ ਗਏ, ਜਿਹੜੇ ਮਰਜ਼ਈ ਯਸੂਲ ਮਸੀਹ ਨੂੰ ਗਾਲਾਂ ਕੱਟ ਕੇ ਜਿਨ੍ਹਾਂ ਦਾ ਮਿਰਜ਼ਾ ਮਰ ਗਿਆ, ਉਹਨਾਂ ਦੀ ਬਰਾੜ ਦੇ ਉੱਤੇ ਬਹਿ ਕੇ ਤੁਹਾਨੂੰ ਨਹੀਂ ਜਾਣਾ ਚਾਹੀਦਾ ਸੀ। ਮੈਨੂੰ ਤੁਹਾਡੇ ਤੇ ਵੀ ਸ਼ਿਕਵਾ ਹੈ, ਮੈਨੂੰ ਉਹਨਾਂ ਮੁਸਲਮਾਨਾਂ ਤੇ ਵੀ ਸ਼ਿਕਵਾ ਹੈ। ਮੈਂ ਉਹਨਾਂ ਦੀ ਪਹਿਲਾਂ ਮਜ਼ਮਤ ਕੀਤੀ ਹੈ, ਫਿਰ ਮਜ਼ਮਤ ਕਰਨਾ ਕਿ ਉਹ ਕਾਬਲੇ ਮਜ਼ਮਤ ਨੇ ਐਸੇ ਮੁਸਲਮਾਨ, ਔਰ ਸ਼ਰਮਨਾਕ ਹਰਕਤਾਂ ਉਹਨਾਂ ਦੀਆਂ ਆਪਣੇ ਵਾਸਤੇ ਵੀ ਸ਼ਰਮ ਦਾ ਬਾਇਸ ਨੇ, ਆਪਣੀ ਕਮਿਊਨਿਟੀ ਵਾਸਤੇ ਵੀ ਸ਼ਰਮ ਦਾ ਬਾਇਸ ਨੇ। ਲੇਕਿਨ ਤੁਹਾਨੂੰ ਵੀ ਮਰਜ਼ਈਆਂ ਦੀ ਬਰਾੜ ਤੇ ਨਹੀਂ ਜਾ ਕੇ ਕਰਨਾ ਚਾਹੀਦਾ। ਤੁਸੀਂ ਆਪਣੀ ਬਰਾੜ ਲਾਓ, ਮੈਂ ਇੱਥੋਂ ਟੁਰ ਜਾਣਾ। ਜਿਹੜੇ ਬੰਦੇ ਤੁਹਾਨੂੰ ਗਾਲ ਕੱਢੀਏ, ਫੋਟੋ ਲੈ ਕੇ ਟੰਗੋ, ਉਹਦੀ ਮਾਂ ਭੈਣ ਇੱਕ ਕਰੋ, ਜਿਸ ਤਰ੍ਹਾਂ ਦੀ ਉਹਦੀ ਮਜ਼ਮਤ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਬਰਾੜ ਤੇ ਕਰੋ। ਤੁਸੀਂ ਤੁਹਾਡਾ ਇੱਕ ਆਪਣਾ ਸ਼ਨਾਖਤ ਹੈ, ਤੁਹਾਡੀ ਆਪਣੀ ਪਹਿਚਾਣ ਹੈ। ਤੁਹਾਨੂੰ ਕੀ ਜ਼ਰੂਰਤ ਹੈ ਤੁਸੀਂ ਮਰਜ਼ਈਆਂ ਦੀ ਬਰਾੜ ਤੇ ਜਾ ਕੇ ਉਹਨਾਂ ਨਾਲ ਰਲ ਕੇ ਤੁਸੀਂ ਕਰਨੀ? ਇਹ ਮੇਰਾ ਸ਼ਿਕਵਾ ਜੀ। ਗੱਲ ਮੇਰੀ ਆਮਿਰ ਭਾਈ, ਤੁਹਾਡੀ ਗੱਲ ਸਿਰ ਬੱਕੇ ਤੇ ਤੁਸੀਂ ਸਾਡੇ ਵੱਡੇ ਭਾਈ ਜੀ, ਅਸੀਂ ਤੁਹਾਨੂੰ ਹਮੇਸ਼ਾ ਰਿਸਪੈਕਟ ਦਿੱਤੀ ਔਰ ਤੁਸੀਂ ਵੇਖੋ ਬਰਾੜ ਤੇ ਬਹਿ ਕੇ ਮੈਂ ਕਿਹਾ ਆਮਿਰ ਭਾਈ ਦਾ ਤੁਸੀਂ ਇੱਕ ਰਿਕਾਰਡਿੰਗ ਸਾਨੂੰ ਦਵੋ, ਅਸੀਂ ਜਾਣੀਏ ਤਾਂ ਆਮਿਰ ਭਾਈ ਜਾਣੇ। ਯਕੀਨ ਮੰਨੋ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਤੁਹਾਡੇ ਖਿਲਾਫ ਸਾਨੂੰ ਵਰਗਲਾਉਣ ਦੀ। ਦੂਸਰੀ ਗੱਲ, ਅਗਰ ਅਸੀਂ ਇਸਲਾਮ ਦੇ ਮੁਕੱਦਸਾਤ ਦੇ ਬਾਰੇ 'ਚ ਬੇਹਰਮੀ ਕੀਤੀ ਟੌਪਿਕ ਉੱਤੇ ਆਮਿਰ ਹੱਕ ਦੇ ਬਾਰੇ 'ਚ, ਆਮਿਰ ਹੱਕ ਨੂੰ ਮਾਫੀ ਮਿਲ ਸਕਦੀ ਹੈ, ਤੇ ਇਹ ਮਾਫੀ ਯਾਰ ਬਾਕੀ ਲੋਕਾਂ ਵਾਸਤੇ ਕਿਉਂ ਨਹੀਂ ਹੈ? ਨੂਨ ਭਾਈ ਕਰੋ ਗੱਲ। ਅਰੇ ਭਾਈ ਦੇਖੋ, ਮੇਰਾ ਇਤਰਾਜ਼ ਉੱਠਿਆ ਕੁਝ ਜਿਹੜੇ ਬੰਦੇ ਨੇ ਜਿਹੜੇ ਯਸੂਅਲ ਮਸੀਹ ਨੂੰ ਗਾਲੀ ਦਿੰਦੇ ਨੇ, ਉਹ ਗਾਲੀ ਦੇਣ ਵਾਲੇ ਉੱਥੇ ਹੀ ਆ ਜਾਂਦੇ ਨੇ। ਕਮੇਟੀ ਲਾਈਵ ਲੱਗੀ ਹੁੰਦੀ ਏ, ਉੱਥੇ ਵੀ ਆਏ ਨੇ, ਕੱਲ ਵੀ ਆਏ ਸੀ। ਔਰ ਬਾਅਦ ਵਿੱਚ ਜਿਹੜੇ ਸਾਡੇ ਭਾਈ ਮੁਸਲਮਾਨ ਨੇ ਤੁਹਾਡੇ ਲੱਗੇ, ਉਹਨਾਂ ਦੇ ਵਿੱਚ ਵੀ ਆ ਕੇ ਬਹਿੰਦੇ ਨੇ। ਉਹ ਬੰਦਿਆਂ ਦੀਆਂ ਰਿਕਾਰਡਿੰਗਾਂ ਵੀ ਮੇਰੇ ਕੋਲ ਮੌਜੂਦ ਨੇ, ਭਲੇ ਉਹ ਅਵੈਸ ਹੋਵੇ, ਨੋ ਵਰਡ ਟੂ ਡਿਸਕ੍ਰਾਈਬ ਵਾਲੀ ਆਈਡੀ ਵਾਲਾ ਹੋਵੇ, ਭਲੇ ਆਮਿਰ ਹੱਕ ਦੀ YouTube ਤੇ ਗੁਫ਼ਤਗੂ ਹੈ, ਉਹਦੀ ਮੈਂ ਕਲਿੱਪ ਕੱਟ ਕੇ ਮੈਂ ਚੜਾਵਾਂਗਾ। ਮੈਂ ਅੱਜ ਤੱਕ ਨਹੀਂ ਜ਼ਿਕਰ ਕੀਤਾ, ਲੇਕਿਨ ਮੈਂ ਸੁਣਾਵਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਦੇਖੋ ਤੁਸੀਂ ਇਹਨਾਂ ਬੰਦਿਆਂ ਨੇ ਕੀ ਕਰਨਾ ਵੇ। ਹੁਣ ਇੱਕ ਬੰਦਾ ਆ ਕੇ ਮੇਰੀ ਯਸੂਅਲ ਮਸੀਹ ਨੂੰ ਗਾਲੀ ਕੱਢਦਾ ਵੇ, ਮਸਲਾ ਵੇ ਤਾਕਤ ਦੇ ਤਵਾਜ਼ਨ ਦਾ। ਤਾਕਤ ਦਾ ਤਵਾਜ਼ਨ ਕੁਛ ਇਸ ਤਰ੍ਹਾਂ ਦਾ ਬਣ ਚੁੱਕਿਆ ਵੇ, ਮਸੀਹੀ ਜਿਹੜੇ ਨੇ ਨਾ ਉਹ ਪਿੱਛੇ ਹੋਏ ਨੇ। ਉਹ ਪਿੱਛੇ ਇੰਨੇ ਨੇ ਕਿ ਉਹ ਇੰਤਹਾਈ ਕਮਜ਼ੋਰ ਨੇ। ਪਾਕਿਸਤਾਨ ਦੀ ਹੱਦ ਤੱਕ ਤੋਂ ਨਿਕਲ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲ ਜਾਣ, ਉਹ ਕਮਜ਼ੋਰ ਹੀ ਨੇ, ਉਹਨਾਂ ਰਹਿਣਾ ਹੀ ਕਮਜ਼ੋਰ ਹੈ। ਹੁਣ ਜਿਵੇਂ ਤੁਸੀਂ ਆਖਿਆ ਹੈ ਕਿ ਜਿਹੜਾ ਤੁਹਾਨੂੰ ਗਾਲ ਕੱਢੇ, ਉਹ ਗਾਲ ਤੇ ਮੇਰੇ ਯਸੂ ਨੂੰ ਕੱਢਣੇ ਨੇ, ਉਹਨਾਂ ਦਾ ਕੀ ਕਰਨਾ ਹੈ? ਅਸੀਂ ਪਲਟ ਕੇ ਕਿਹੜਾ ਬਦਲਾ ਲੈਣਾ ਉਹਨਾਂ ਕੋਲੋਂ? ਕੋਈ ਵੀ ਨਹੀਂ, ਕਿਉਂਕਿ ਅਸੀਂ ਬੇਵਕੂਫ ਨਹੀਂ ਹੈਗੇ। ਸਾਨੂੰ ਆਪਣੀ ਜਾਨ ਪਿਆਰੀ ਹੈ, ਬਿਲਕੁਲ ਪਿਆਰੀ ਹੈ ਜਾਨ ਸਭ ਨੂੰ। ਲੇਕਿਨ ਅਨਫੋਰਚੂਨੇਟਲੀ ਤਾਕਤ ਦੇ ਨਸ਼ੇ 'ਚ ਕੁਝ ਲੋਕ ਇੰਨੇ ਕਿ ਸਰਕਸ਼ ਹੋ ਚੁੱਕੇ ਨੇ ਕਿ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਯਾਰ ਅਸੀਂ ਇੰਨਾ ਕੁਝ ਕਰਨ ਦੇ ਆ, ਅਗਲਾ ਇਹ ਜੇ ਕੋਈ ਬੋਲ ਹੀ ਪਏ ਤਾਂ ਫਿਰ ਕੀ ਹੋਏਗਾ? ਉਹ ਇੰਨਾ ਕੁ ਨਸ਼ਾ ਉਹਨਾਂ ਦੇ ਵੇ ਕਿ ਉਹਨਾਂ ਨੂੰ ਇੰਨਾ ਕਨਫਰਮ ਕੌਨਫੀਡੈਂਸ ਹੋ ਚੁੱਕਿਆ ਵੇ ਕਿ ਇਹਨਾਂ ਨੇ ਕੁਝ ਵੀ ਨਹੀਂ ਕਹਿਣਾ, ਇਹਨਾਂ ਬਿਲਕੁਲ ਨਹੀਂ ਕਹਿਣਾ। ਰਹੀ ਗੱਲ ਮਰਜ਼ਈਆਂ ਦੇ ਕੋਲ, ਅੱਜ ਮੈਂ ਉੱਥੇ ਬੈਠਾ ਸੀ ਔਰ ਇੱਕ ਬੜਾ ਖਾਸ ਕਿਸਮ ਦਾ ਗੱਲ ਹੈ, ਔਰ ਉਸ ਮੌਕਫ ਦੇ ਨਾਲ ਜਿੰਨੇ ਵੀ ਪਾਕਿਸਤਾਨੀ ਅਕਲੀਤੀ ਨੇ, ਅਗਰ ਇੱਥੋਂ ਤੱਕ ਗੱਲ ਆਉਂਦੀ ਹੈ ਤਾਂ ਸਾਰੇ ਫਿਰ ਉਸ ਹੱਕ ਦੇ ਉੱਤੇ ਇੱਕ ਹੋ ਜਾਂਦੇ ਨੇ। ਉਹ ਗੱਲ ਹੈ ਜ਼ੁਲਮ ਵਾਲੀ, ਕਿ ਜ਼ੁਲਮ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ। ਇਲਜ਼ਾਮ ਝੂਠੇ ਸੱਚੇ ਲਾ ਕੇ, ਉਹ ਗਲੀ ਦੇ ਵਿੱਚ ਕੋਈ ਵੀ ਉੱਠ ਕੇ ਲਾ ਦੇਵੇ ਇਲਜ਼ਾਮ, ਉਹ ਫੜ ਕੇ ਢਾ ਲੈਂਦੇ ਨੇ। ਮੇਰਾ ਇੱਕ ਮੌਕਫ ਹਮੇਸ਼ਾ ਲਿਆ ਵੇ, ਇੱਕ ਕਾਨੂੰਨ ਜਿਹੜਾ ਪਾਕਿਸਤਾਨ 'ਚ ਬਣਿਆ ਵੇ ਹਰ ਮਸੀਹੀ ਦੇ ਉੱਤੇ ਲਾਗੂ ਵੇ, ਔਰ ਮੇਰੀ ਫਾਈਟ ਹੈ ਔਰ ਉਹਨੂੰ ਮੈਂ ਮੰਨਦਾ ਵਾ। ਲੇਕਿਨ ਕਾਨੂੰਨ ਦਾ ਗਲਤ ਇਸਤੇਮਾਲ ਕਰਕੇ ਜਿਹੜੀ ਬਦਮਾਸ਼ੀ ਨਾਲ ਲੋਕ ਕਰਨ ਦੇ ਨੇ, ਉਹਦਾ ਮੈਂ ਸ਼ਦੀਦ ਅਲਫਾਜ਼ ਦੇ ਵਿੱਚ ਰੱਦ ਕਰਨਾ। ਇਹ ਕਹਿਰ ਹੋਣਾ ਵੇ, ਉੱਤੇ ਖੁਦਾ ਤਾਲਾ ਦਾ ਕਹਿਰ ਇਹਨਾਂ ਤੇ ਵਰਸਣਾ ਵੇ, ਔਰ ਉਹਨੂੰ ਸਾਰੇ ਦੇਖਣਗੇ ਜਦੋਂ ਕਹਿਰ ਦੀ ਵਾਰੀ ਆਏਗੀ। ਜਿਵੇਂ ਕ੍ਰਿਸਮਸ ਆਇਆ, ਭਲੇ ਉਹ ਕੋਈ ਵੀ ਹੋਵੇ, ਗਲੀ ਦੇ ਉੱਠ ਕੇ ਕੁਝ ਮੌਲਾਨਾ ਹਜ਼ਰਾਤ ਵੀ ਦਬਾ ਕੇ ਬੋਲਦੇ ਨੇ, ਦਬਾ ਕੇ ਉਹਨਾਂ ਨੇ ਬੋਲਿਆ ਵੇ ਆਪਣਾ ਪੂਰੀ ਯਾਨੀ ਕਿ ਆਜ਼ਾਦੀ ਦੇ ਨਾਲ। ਵਾਏ ਇੰਨੀ ਛੋਟੀ ਜੀ ਖੁਸ਼ੀ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਕਿ ਅਸੀਂ ਆਪਣੀਆਂ ਖੁਸ਼ੀਆਂ ਮਨਾਉਣ ਦੇ, ਅਸੀਂ ਕਿਸੇ ਨੂੰ ਟਾਰਗੇਟ ਤੇ ਨਹੀਂ ਕਰਨ ਦੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਦੀ ਕੋਈ ਕਰ ਜਾਵੇ ਜਾਂ ਕਿਸੇ ਪਾਦਰੀ ਨੇ ਚਰਚ ਦੇ ਵਿੱਚ ਖਲੋ ਕੇ ਕੋਈ ਗੱਲ ਕੀਤੀ ਹੋਵੇ। ਲੇਕਿਨ ਉਹਦੇ ਬਰਅਕਸ ਬਹੁਤ ਸਾਰੇ ਉਲਮਾ ਹਜ਼ਰਾਤ ਅਮਰੀਕਾ ਦੇ ਵਿੱਚ ਬਹਿ ਕੇ ਵੀ ਬੋਲਣ ਦੇ ਨੇ, ਭਾਈ ਆਜ਼ਾਦੀ ਦਿੱਤੀ ਹੈ, ਆਜ਼ਾਦੀ ਹੈ ਰਾਏ ਇਜ਼ਹਾਰ ਦੀ ਆਜ਼ਾਦੀ ਦਿੱਤੀ ਹੈ, ਜੋ ਮਰਜ਼ੀ ਬੋਲੀ ਜਾਵੇ। ਲੇਕਿਨ ਜਿਹੜੇ ਜਿੱਥੋਂ ਤੱਕ ਆ ਜਾਂਦੀ ਹੈ ਗੱਲ ਫਿਰ ਕਿ ਯਸੂਅਲ ਮਸੀਹ ਨੂੰ ਗਾਲੀਆਂ ਦੇਣਾ, that's very unfair।
ਉਹ ਫਿਰ ਉਹੀ ਬੰਦੇ ਗਾਲੀਆਂ ਦੇਣ ਵਾਲੇ ਮੁਸਲਮਾਨਾਂ ਦੇ ਵਿੱਚ ਬਹਿੰਦੇ ਨੇ, ਫਿਰ ਠੀਕ ਹੈ, ਕੋਈ ਮਸਲਾ ਨਹੀਂ ਹੈਗਾ। ਜਿਹੜੇ ਅਲਫਾਜ਼ ਆਮਰ ਹੱਕ ਨੇ ਯਸੂ ਅਲ ਮਸੀਹ ਬਾਰੇ ਬੋਲੇ, ਠਹਿਰ ਜਾਓ ਜੋਜ਼ ਭਾਈ, ਜਿਹੜੇ ਯਾਰ ਮਿਰਜ਼ਾ ਸਾਹਿਬ ਨੂੰ ਵਿੱਚ ਕਿੱਧਰੋਂ ਲੈਂਦਾ ਜੇ, ਜਿਹੜੇ ਅਲਫਾਜ਼ ਆਮਰ ਹੱਕ ਨੇ ਯਸੂ ਅਲ ਮਸੀਹ ਵਾਲੇ ਬੋਲੇ ਨੇ, ਉਹੀ ਬਾਏ ਨਹੀਂ ਕੋਈ ਲੁਟਾ ਦੇਵੇ ਤੇ ਪਤਾ ਨਹੀਂ ਕੀ ਹੋ ਜਾਣਾ ਨੇ। ਉਹ ਐਡਾ ਵੱਡਾ ਤੂੰ ਬੰਦਾ ਵੇ, ਆਮਰ ਹੱਕ ਸਾਹਿਬ ਇੰਨੇ ਵੱਡੇ ਮੁਕਰਰ ਹੈਗੇ ਨੇ, ਮੁਨਾਜ਼ਰ ਨੇ, ਉਹ ਬਈ ਉਹਨਾਂ ਨੂੰ ਤਾਂ ਖੁਦ ਹੀ ਖਿਆਲ ਕਰਨਾ ਚਾਹੀਦਾ। ਕਿੱਥੇ ਬੈਠਾ ਵਾ, ਇੱਥੇ ਤੇ ਸਾਰੇ ਹੀ ਨੇ। ਉਹ ਖਾਸ ਤੌਰ ਤੇ ਮਸੀਹੀ ਜਿਹੜੇ ਨੇ ਆਪਣੇ ਮੁਸਲਮਾਨ ਭਾਈਆਂ ਦੇ ਨਾਲ ਖੜੇ ਨੇ, ਸਾਲ ਨਾਲ ਖੜੇ ਨੇ। ਕੀ ਮੂੰਹ ਖਾਵਾਂਗਾ ਜੇ ਕੋਈ ਮੇਰੀ ਰਿਕਾਰਡਿੰਗ ਚਲਾ ਦੇਵੇ ਇੱਥੇ, ਮੈਂ ਆਮਰ ਹੱਕ ਦੀ ਹੁਣੇ ਰਿਕਾਰਡਿੰਗ ਇੱਥੇ ਚਲਾ ਦੇਣਾ, ਤੁਸੀਂ ਕੀ ਕਰੋਗੇ? ਤੁਸੀਂ ਕੱਲ ਨੂੰ ਫਿਰ ਉਹਨੂੰ ਬਾਣਾ। ਇਟਸ ਰਿਐਲਿਟੀ, ਇੱਕ ਬਿਲਕੁਲ ਇੱਕ ਹਕੀਕਤ ਹੈ, ਇਤੋਂ ਇਨਕਾਰ ਨਹੀਂ ਹੋ ਸਕਦਾ। ਉਹ ਖਾਸ ਬੰਦਾ ਹੈ, ਉਹ ਖਾਸ ਬੰਦਾ ਵੇ, ਲੇਕਿਨ ਫਿਰ ਕਮ ਸੇ ਕਮ ਜਿਹੜਾ ਨਾ ਪੈਮਾਨਾ ਇੱਕੋ ਜੈਸਾ ਹੋਣਾ ਚਾਹੀਦਾ। ਆ ਅਵੈਸ ਵੀ ਉੱਥੇ ਬਹਿੰਦਾ ਵੇ, ਵੀਡੀਓ ਖੋਲ ਕੇ, ਕੈਮਰਾ ਖੋਲ ਕੇ, ਜਨਾਬੇ ਵਾਲੀ ਬੜਾ ਮਨਾਜ਼ਰ ਬਣਿਆ ਵੇ। ਮੈਂ ਕਹਿੰਦਾ ਮੈਂ ਹਕੀਕਤ ਗੱਲ ਜੀ ਆਮਰ ਭਾਈ ਕਦੀ ਜਿਹਦੇ ਰੋਲਿਆਂ 'ਚ ਨਹੀਂ ਪਿਆ ਕਿ ਅਵੈਸ ਮੇਰੇ ਨਾਲ ਗੱਲਬਾਤ ਕਰ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਮੇਰੇ ਨਾਲ ਗੱਲ ਕਰ ਜਾਵੇ। ਮੈਂ ਇੰਨਾ ਕੁ ਨੌਲੇਜ ਹੈ, ਇੰਨੇ ਕੁ ਪਾਣੀ 'ਚ ਮੈਂ ਹੈ ਵਾ ਕਿ ਮੈਂ ਕਿਸੇ ਨੂੰ ਵੀ ਜਨਾਬ ਝੂਠਾ ਸਾਬਤ ਕਰ ਸਕਦਾ ਵਾ। ਦਲਾਇਲ ਨੇ ਮੇਰੇ ਕੋਲ, ਇੰਨਾ ਇਲਮ ਦਾ ਕੁਛ ਸਮੁੰਦਰ ਉਹਦੇ ਉੱਤੇ ਟੁੱਟਾ ਕੋਈ ਨਹੀਂ ਹੈਗਾ ਕਿ ਜੀ ਉਹ ਬੜਾ ਵੱਡਾ ਆਲਮ ਬਣ ਗਿਆ ਵੇ ਵੀ ਤੂੰ ਜਾ ਘੜੀ ਪਾ ਕੇ ਤੇ ਹਸਨ ਲਾਲਾ ਯਾਰੀ ਬਣੇ ਪਿਆ। ਇਹਨੇ ਬੋਲੇ ਬਹੁਤ ਕੁਛ ਆਮਰ ਭਾਈ, ਉਹੀ ਫਿਰ ਮੁਸਲਮਾਨਾਂ ਦੇ ਵਿੱਚ ਬੈਠੇ ਨੇ। ਇਨਸਾਫ ਤੇ ਹੈ ਹੀ ਨਹੀਂ। ਜੇ ਕੋਈ ਕ੍ਰਿਸਚਨ ਕੈਮਰਾ ਖੋਲ ਕੇ ਕਰ ਸਕਦਾ, ਕਿਸੇ ਦੀ ਜ਼ਰੂਰਤ ਹੈ, ਮਾਰ ਦੇਣਗੇ ਦੁਨੀਆ ਦੀ ਕਿਸੇ ਵੀ ਨੁੱਕਰ ਚ ਹੋਏਗਾ ਉਹਨੂੰ ਮਾਰ ਦੇਣਾ ਆ ਕੇ। ਮੈਂ ਰੋਣ ਡਿਆ, ਇਹ ਮੇਰੇ ਗਿਲੇ ਜਿਹੜੇ ਨੇ ਅਸਲ ਦੇ ਵਿੱਚ ਅੰਦਰੋਂ ਮੈਂ ਕੁਰਲਾਨਾ ਪਿਆ ਵਾ। ਉਹ ਬਸ ਕਰੋ, ਕਿੰਨਾ ਕੁ ਜ਼ੁਲਮ ਕਰਨਾ ਨੇ, ਕਿੰਨੀ ਕੁ ਜ਼ਿਆਦਤੀ ਕਰਨੀ ਜੇ। ਤੁਸੀਂ ਕਿਤੇ ਵੀ ਤਾਂ ਜੀਣ ਦਵੋ। ਸੋਸ਼ਲ ਮੀਡੀਆ ਤੱਕ ਪਹੁੰਚ ਗਏ ਨੇ। ਮੈਂ ਇੱਕ ਵਾਰੀ ਪੀਰ ਅਸਕਾਨੀ ਸਾਹਿਬ ਉਮੇ ਭੈਣ ਦੀ ਲਾਈਵ ਦੇ ਉੱਤੇ ਬੈਠੇ ਸਾਂ, ਮੈਂ ਗਰਮ ਹੋ ਗਿਆ ਸੀ ਇਸ ਗੱਲ ਤੇ, ਜਦੋਂ ਮੈਨੂੰ ਮੁਤਵਾਤਰ ਉਕਸਾਇਆ ਜਾ ਰਿਹਾ ਸੀ, ਬੜੀ ਦਫਾ ਉਕਸਾਇਆ। ਇਸੇ ਅਬਾਬੀਲ ਨੇ ਉਕਸਾਇਆ, ਉਸਮਾਨ ਜਾਨ ਨੇ ਉਕਸਾਇਆ, ਇਹਨੇ ਨਾਲ ਬਹਿਣ ਵਾਲਿਆਂ ਨੇ, ਇੱਥੋਂ ਤੱਕ ਕਿ ਸ਼ਾਹ ਅਬਦੁਲ ਅਜ਼ੀਜ਼ ਇਸ ਟਾਈਮ ਇਹਨਾਂ ਦਾ ਲੀਡਰ ਮੈਂ ਨਾਂ ਲੈਣ ਡਿਆ ਵਾ, ਉਹਨੇ ਸਿੱਧੀ ਧਮਕੀ ਲਾਈ ਸੀ कि साढ़े हमारे लड़के फिर बोलेंगे, फिर वो यसू के बारे में बोलेंगे। वो यार उलमा ने दे इनू आलम कहते ने, इनू मुफ्ती आंदे ने। जब अबाबील साहब अपने आप ਨੂੰ ਮੁਫਤੀ ਆਂਦਾ ਤੇ ਇਹਨਾਂ ਦੀਆਂ ਹਰਕਤਾਂ ਮੈਂ ਤੁਹਾਨੂੰ ਦਿਖਾਣਾ ਤੇ ਮੈਂ ਫੋਟੋ ਮੈਂ ਲਾ ਨਹੀਂ ਸਕਦਾ। ਨੂਨ ਭਾਈ ਦਾ ਨਾਂ ਨਾ ਲਵੋ, ਜਿਹੜੇ ਦੋ ਤਿੰਨ ਬੰਦੇ ਦਾ ਤੁਸੀਂ ਨਾਂ ਲੈ ਰਹੇ ਹੋ ਨਾ, ਇਹ ਝੂਠੇ ਲਾਈ ਦੀ ਹੈ, ਜਿਹੜਾ ਇਹਦੇ ਹੁਣ ਨਾ ਲਿਆ ਜੇ। ਇਹ ਮੈਂ ਤੁਹਾਨੂੰ ਸਹੀ ਦੱਸਾਂ ਤੇ ਇਹ ਅਸਲ ਦੇ ਵਿੱਚ ਟੈਨਸ਼ਨ ਸੀਕਰ ਨੇ, ਇਹ ਫੇਮ ਲੈਣਾ ਚਾਹੁੰਦੇ ਨੇ। ਨਹੀਂ ਤੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਯਕੀਨ ਕਰੋ ਕੋਈ ਚਾਸਨੀ ਕੋਈ ਨਹੀਂ ਹੈ। ਉਹਨਾਂ ਨੂੰ ਖੁਦਾ ਜਾਣਦਾ ਜੇ ਕੋਈ ਸੁਣਨਾ ਨਹੀਂ ਜੇ ਚਾਹੁੰਦਾ ਬੰਦਾ, ਉਹ ਜਿੱਥੇ ਜਾ ਕੇ ਬੰਦੇ ਨੇ ਲੋਕ ਬੋਰ ਹੋ ਜਾਂਦੇ ਨੇ। ਕੀ ਮੈਨੂੰ ਦੱਸੋ, ਹੁਣ ਉਹ ਫੈਜ਼ੀ ਭਾਈ ਨੇ ਕਿੰਨੀ ਇੱਜ਼ਤ ਔਰ ਰਿਸਪੈਕਟ ਉਸ ਬੰਦੇ ਦੀ ਕਰਨਾ ਵਾ, ਉਹ ਵੀ ਜਾਂਦਾ ਉਹਨਾਂ ਚ ਪੈਂਦਾ ਹੈ। ਬੈਕਡੋਰ ਤੇ ਵੀ ਗੱਲਬਾਤ ਹੁੰਦੀ ਏ। ਆਬਿਦ ਭਾਈ ਮੁੱਦਾ ਹੁਣ ਅਸਲ ਦੇ ਵਿੱਚ ਨੂਨ ਜਿਹੜਾ ਭਾਈ ਨੇ ਬੈਠੇ ਕੋਲ ਮੂੰਹ ਤੇ ਨੇ, ਮੇਰੀ ਆਪਣੀ ਜ਼ਾਤ ਖੁੱਲੀ ਕਿਤਾਬ ਦੀ ਤਰ੍ਹਾਂ ਵੇ। ਅਸੀਂ ਕਿਸੇ ਦਾ ਦਿਲ ਦੁਖਾਇਆ ਹੋਵੇ ਅਲੀ ਭਾਈ ਮੁੱਦਾ ਹੁਣ ਇਹ ਬਿਆਨ ਹੋ ਰਿਹਾ ਹੈ ਕਿ ਨੂਨ ਭਾਈ ਗੱਲ, ਇੱਕ ਮਿੰਟ ਗੱਲ ਸੁਣੋ ਆਮਿਰ ਭਾਈ ਨੂੰ ਫਿਰ ਮੈਂ ਦੱਸਣਾ ਵਾ। ਮੁੱਦਾ ਇਹ ਬਿਆਨ ਕਰਨ ਦੇ ਨੇ ਕਿ ਭਾਈ ਆਮਰ ਹਕ ਸਾਹਿਬ ਨੇ ਬਦਤਮੀਜ਼ੀ ਕੀਤੀ ਹੈ, ਮਸਾਇਆ ਦੀ ਤੋਹੀਨ ਕੀਤੀ ਹੈ, ਉਹਨਾਂ ਨੂੰ ਕੋਈ ਬੰਦਾ ਕੋਈ ਪੁੱਛਣ ਵਾਲਾ ਕੋਈ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਉਹ ਸਿਆਲ ਜੰਗ ਵੀ ਹੈ, ਇਹ ਵੀ ਹਰ ਦੂਜੇ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਰਾਇਤਾ ਬਖੇਰਦਾ ਹੁੰਦਾ ਹੈ। ਉਸ ਬੰਦੇ ਨੂੰ ਕੋਈ ਲਗਾਮ ਪਾਉਣ ਵਾਲਾ ਨਹੀਂ, ਉਹਨੂੰ ਕੋਈ ਪੱਟਾ ਪਾਏ। ਉਸ ਤੋਂ ਬਾਅਦ ਇਹ ਦੋ ਤਿੰਨ ਬੰਦਿਆਂ ਦੇ ਉਹਨਾਂ ਨੇ ਹੋਰ ਨਾਲ ਲਏ ਨੇ, ਇਹਨਾਂ ਨੂੰ ਮੈਂ ਆਪ ਹੀ ਵੇਖਿਆ। ਇਹ ਜਾ ਕੇ ਸਗੋਂ ਜਿਨ੍ਹਾਂ ਬਰਾਡਾਂ ਦੇ ਉੱਤੇ ਨਹੀਂ ਵੀ ਕੋਈ ਪਬਲਿਕ ਹੁੰਦੀ, ਕ੍ਰਿਸਚਨ ਐਸੀ ਬਰਾਡਾਂ ਨੇ ਜਿਹੜੇ ਸਹੀ ਤਰੀਕੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਉਹ ਨਹੀਂ ਕਰਦੇ, ਉੱਥੇ ਜਾ ਕੇ ਆਪ ਛੇੜ ਲੈਂਦੇ ਨੇ ਉਹਨਾਂ ਨੂੰ, ਫਿਰ ਉਹ ਵੀ ਅੱਗੋਂ ਇਹਨਾਂ ਨੂੰ ਕਰਦੇ ਨੇ। ਇਹ ਜਦੋਂ ਉੱਥੇ ਕੋਈ ਇਹੋ ਜਿਹੀ ਗੱਲ ਕਰਦੇ ਨੇ ਤੇ ਉਹ ਵੀ ਅੱਗੋਂ ਛੇੜਦੇ ਨੇ ਤੇ ਉਹ ਕਹਿ ਰਹੇ ਨੇ ਕਿ ਗੱਲ ਇੱਥੇ ਆਇਆ ਵੇ ਹੁਸੈਨੀ ਕੋ ਮੈਂ ਬੈਠਾ, ਬੜੇ ਸਕੂਲ ਨਾਲ ਗੱਲਬਾਤ ਹੋਣ ਦੀ, ਉੱਥੇ ਆਇਆ ਵੇ, ਉੱਥੇ ਆ ਕੇ हमने ईसाईयत का रद्द कर दिया है, सारे बता दिए हैं। क्या पल्ले की है तू गल करे थे, ਅਸੀਂ ਕਰਨ ਤੇ ਆਈਏ ਤੇ ਬਹੁਤ। ਇੱਕ ਮਿੰਟ ਨੂਨ ਭਾਈ, ਇੱਕ ਮਿੰਟ ਆਮਿਰ ਭਾਈ, ਅਗਰ ਤੁਸੀਂ ਅਗਰ ਆਮਿਰ ਹੱਕ ਨੂੰ ਔਨ ਕਰਦੇ ਹੋ ਤੇ ਉਹਨੂੰ ਆਪਣੀ ਜ਼ੁਬਾਨ 'ਚ ਸਮਝਾ ਲਓ, ਨਹੀਂ ਤੇ ਸਮਝਾਉਣਾ ਫਿਰ ਸਾਨੂੰ ਆਉਂਦਾ, ਉਹਦੇ ਤੇ ਫਿਰ ਕੋਈ ਗਿਲੇ ਸ਼ਿਕਵੇ ਨਹੀਂ ਹੋਣੇ ਚਾਹੀਦੇ, ਠੀਕ ਹੈ। ਅਗਰ ਇਹਨੂੰ ਪਟਾ ਕੋਈ ਨਹੀਂ ਪਾ ਸਕਦਾ, ਪਟਾ ਸਾਨੂੰ ਪਾਣਾ ਆਉਂਦਾ ਹੈ, ਇਹਦੇ ਵੀ ਕੋਈ ਨਹੀਂ ਯਾਰ। ਅਗਰ ਤੁਸੀਂ
ਪੈਗੰਬਰ ਇਸਲਾਮ ਦੀ ਸ਼ਾਤਮੀਅਤ ਦੇ ਖਿਲਾਫ ਖਲੋ ਸਕਦੇ ਹੋ? ਤਾਂ ਯਿਸੂ ਮਸੀਹ ਸਾਡੀ ਜਾਨਾਂ ਕੁਰਬਾਨ ਯਾਰ ਯਿਸੂ ਮਸੀਹ ਦੇ ਉੱਤੇ यार दो मिलनी की गुजारिश है। लाइव बंद होने वाली जो रिस्ट्रिक्शन आ रही है बार बार दो तो मिनट लाद रिपोर्ट हो रही अगर है। मुझे भी मौका मिल जाए तो मैं करें जी करें बात करें, लेकिन डबल टैप करते रहें, वो लाइव बंद हो जानी है नहीं तो वो पता नहीं रिस्ट्रिक्शन आ रही है क्यों आ रही है, मैंने नहीं पता। जी जी मैं अपना सबको सलाम पेश करता हूँ। हजरत नून साहब और बुशप साहब, आप अभी जो बैठे हुए थे उधर अहमदियों की ब्राड पर, वो मुझे नाम नहीं याद, जहाँ पर जवाद वगैरह वो सारे बैठे हुए थे। मेरी आवाज़ आ रही है आपको? आ रही करें हम बात। जी जी आसिफ भाई हमतन गोश जी हाँ जी तो बुशप भाई मैं वो सुन रहा था जब वो मैं बिल्कुल आखिरी कोई सेकंड गया जब वो बात हो रही थी कि आमिर नज़ीर ने ये कर दिया, वो कर दिया, ये कर दिया, वो कर दिया, फिर आप दोनों उधर से आगे वापस, तो फिर मैं जल्दी मैं भी आपके पीछे ही आया आसिफ भाई ये भी बताएं कि हमने क्या कहा था। वो आमिर नज़ीर भाई के बारे में बात करते हमने कहा हमें सबूत दें। बिल्कुल हम जाने तो आमिर नज़ीर जाने। पाँच या 7 सेकंड मैंने सुना होगा और मैं दूसरी आईडी पर था, तो फिर मैं जल्दी इस आईडी पर आया, तो फिर मैं, अगर आप यहाँ पर ना मुझे मिलते तो मैं आमिर भाई से रब्ता करता कि ये क्या मामला है। नहीं आमिर भाई को भाई हम आज का नहीं जानते, पिछले 10-12 सालों से वास्ता है आमिर भाई का। हाँ बिशप भाई देखें, बात ये है, सच ये है, जैसे आप नासिर भाई भी बैठे हुए हैं, हजरत नून भी बैठे हुए हैं, हजरत नून की और दूसरा जो अपना तुलसी है, ये 2 बंदों की गारंटी है कि जिंदगी में इन्होंने कभी किसी से बदतमीजी नहीं की। एक अच्छा, बाकी आप बिशप भाई और नासरी भाई, आप भी बिल्कुल इत्याद से बात करते हैं, लेकिन ये जो वो जो उस्मान जान से सिलसिला शुरू हुआ और आते आते आपके एडम सीकर तक चला आया, और बिल्कुल एक वो इतनी बदतमीजियां की जाती हैं दोनों तरफ से, मैं कह रहा हूं दोनों तरफ से, हमारे भी मोहम्मद को, अंबिया को, नबी अलैहिस्सलातु वस्सलाम को बिल्कुल नंगी गालियां दी जाती हैं। एडम सीकर की ब्राड पर, पोलर साहब की ब्राड पर, वो जो IM इसराइल की ब्राड पर, 4-5 ब्राडें हैं आपकी। मैं एक दफा जाकर मैंने उनको बोला भी, फिर 1-2 दफा हमारे वो क्रानस दोस्त भी गए बात करने के लिए उनके साथ, तो फिर मैंने इनको भी कहा यार छोड़ो रहने दो। अच्छा, असल मसला ये है कि बल्कि बिशप भाई मैंने आपको और हजरत नून बैठे हुए थे दोनों आप, तो मैं आपके पास आया था कि बताएं यार ये ईसा अलैहिस्सलाम और यीशु मसीह में फर्क क्या है, तो हजरत नून ने कहा था कि एक ही है। बिल्कुल मैं आपसे एग्री करता हूँ, जो आप 2-3 शख्सियात हैं। नहीं मैं दलील देता हूँ ना, ये जितने भी जाहिल नीचे बैठ के इसको सुन रहे हैं, मरज़ई भी भाले, मैं मरज़इयों को बकायदा मुखातब करके, ये जो आके तो चवले मारते हैं, जग्गा जैसे हो गया तो ये हो गया, तो ये जी बिशप भाई 30 सेकंड मुझे दे दें, फिर आप मुझे और आमिर भाई सेकंड मुझे दे दें, मुझे सिर्फ एक पॉइंट क्लियर करने दें, ठीक है? चले जी, माना कि मसीह और यीशु और ईसा जो हैं अलग। बिशप भाई जब वो कहते हैं कि वो जो आपके कुरान में ईसा अलैहिस्सलाम है उनका हमारा ताल्लुक ही नहीं है, ना ईसा और यीशु को चले बिल फर्ज मान भी लिया कि यीशु और ईसा अलग नाम है, लेकिन वाहिद हस्ती है बाइबल में भी और वाहिद हस्ती है कुरान में भी जिनके साथ लक़ब आया है अल मसीह का। इसका कैसे इनकार करेगा, कौन करेगा इनकार? मैं यही कह रहा हूं, लेकिन वो जो आपकी जो मैं ब्राडू का मैंने नाम लिया, वो बिल्कुल बकवास कर रहे हैं और कह रहे हैं कि हमारे यीशु मसीह बिल्कुल डिफरेंट है, वो करैक्टर ही और है और ईसा अलैहिस्सलाम का करैक्टर ही और है। फिर जो ये जो आप जिनका कह रहे हैं, मुझे नहीं पता, मैं नहीं जानता ये किस किस का, वो आप जो नाम ही ले रहे थे पता नहीं, तो वो जो वो करते हैं, ये रद्द अमल है। आमिर भाई ने जो तमीद बांधी है बिल्कुल कि दोनों तरफ से हो रहा है, तो इसको आप बड़े, हमारे आमिर भाई भी बड़े हैं, कम अज कम इन चीज़ों को आप भी उनके साथ बात करें, और हम भी जो है वो आसिफ भाई मैं आपकी बात से बिल्कुल एग्री करता हूँ, दोनों तरफ से हो रहा है, पर शुरुआत कहाँ से? हमारी गुजारिश ये है, शुरुआत कहाँ से हुई है? उस्मान जान ने जब से आके बराडों पे आके अबाबील जैसे खबीस ने और उस्मान जान जैसे लंती ने आके जब से बकवास करनी शुरू की है, तब से ऐसा ही है, बिल्कुल ऐसा ही है। ठीक है, अगर मैंने यही कहा ना, आमिर हक भी अगर बात करना चाहता है, ठीक है भाई, अगर आप लोग उसको पट्टा नहीं डाल सकते, इनको पट्टा डालना हमें आता है। आ जाए, हम लोग बैठे हैं, आ जाए, अबाबील भी आ जाए तो उस्मान जान भी आते हैं। 6 महीने पहले 6 महीने पहले 6 महीने पहले ये कनानियों से भागा था, ये कनानी यीशु को नहीं मानते थे, मैंने कहा सबूत दे इसका।
جی آصف بھائی انیل بھائی ہوتے بات کی بات کرنی ہے، آپ نے انصاف کی بات کرنی ہے. ہم باتیں کرتے ہیں جی فلاں نے کیا ہے، مرزا صاحب نے گستاخیاں کی ہیں، اس نے کی ہے، وہ اوکے دیٹس فائن، وی ڈو ایگری. مرزا صاحب نے سخت الفاظ اپنی کتابوں میں بہت ہی سخت الفاظ لکھے ہوئے ہیں. وہ کہتے ہیں جی ریٹیلیشن کے طور پہ لکھے ہوئے ہیں. میں سوال کھڑا کرتا ہوں کہ پاکستان میں ڈاکٹر ذاکر نائک صاحب گئے ہیں، بہت بڑے معلم ہیں، ہیرو ہیں دین اسلام کے. انہوں نے پاکستانی سرکاری منچ کے اوپر کھڑے ہو کے میرے ٹیکس کے پیسے کے ساتھ انہوں نے کہا کہ بائبل مقدس میں نعوذ باللہ نقل کفر نباشت، انہوں نے کہا اس میں پورنوگرافی لکھی ہوئی ہے. کون سی پورنوگرافی لکھی ہوئی ہے؟ کیا اس پہ 295 کیوں نہیں لگی پاکستان میں؟ میرا یہ سوال ہے، کیا کسی میں جرت ہے اس کا رد کرے کہ یہ کیا بکواس کر رہے ہو؟ یہ تو عالم ہے کہ اتنا کھل کے کیا کسی کی جرت ہے کہ اس طرح سے کوئی پاکستان میں کوئی اور کچھ بول دے؟ مرنا کسی نے؟ پھر کیا ہوتا ہے؟ کسی کا بھی جو ذاتی الہ کی وجہ سے کسی پہ ذاتی الزام لگا کے ان کو جیلوں میں ڈال دیتے ہو. یہ ہمارا رونا جو ہے حضرت نون بھائی یہ جو ہے یہ گورنمنٹ لیول پر نہیں ہے. ابھی کرسمس گزری ہے، گورنمنٹ آف پاکستان نے بھی سیلیبریشن کی ہے. حضرت نون بھائی گورنمنٹ آف پاکستان نے بھی، ہماری بڑی بڑی شخصیات نے بھی، آپ نے بھی دیکھا ہوگا پرائم منسٹر تک سب جا کر آپ کے ساتھ سیلیبریشن کی ہے، بجائے کہ انڈیا والوں نے بالکل وہ آپ کے جو آپ پچھلے ہفتے سے جو ہو رہا ہے، آپ شاید نیوز کو دیکھ رہے ہیں، یہ ایسا نہیں ہے. عامر بھائی سے میں نا عامر بھائی سے پوچھ لیتا ہوں. جی عامر بھائی. آصف بھائی میں کہہ رہا ہوں کہ دوسرے کے اوپر انگلی کھٹتے ہوئے اپنا گھر تو پہلے بندہ دیکھ لے. کتنا ظلم اور ہونا ہے. ہم رو رہے ہیں، ہماری فریاد کوئی سنے کہ اس طرح سے کھل کھلا کے ہمارے کرسمس کے موقع پہ پاکستانی قانون کے مطابق ہمارے خاص دنوں میں اگر کوئی دینی معاذلہ کر کے ہمیں دعوت اسلام بھی دیتا ہے، وہ بھی ایک ہمارے جذبات کو مجروح کیا جا رہا ہے. حضرت نون بھائی بڑے علماء میں سے کوئی بھی ایسا نہیں کر رہا، لیکن وہ عامر بھائی کی بات ہے کہ ٹک ٹاک پر سارے ادھر عالم ہی بنے ہوئے آئی ہے ویڈیو، اور اس پہ وکیل صاحب کا رسپانس آیا. وکیل صاحب نے کہا ہے کہ پاکستانی قانون کے مطابق اگر اس طرح سے بھی کوئی کرتا ہے، آپ کے ایک دینی رسومات والے دن آپ کی عید کے اوپر کوئی کرتا ہے، یہ بھی جرم ہے. لیکن بھائی کر رہے ہیں لوگ، طاقت ہے ان کے پاس، جو مرضی کر لیں. نہیں حضرت نون بھائی بڑے علماء میں سے کسی بھی فرقے کے کسی نے بھی نہیں کہا. ٹک ٹاک پر جو بیٹھے ہوئے ہیں وہ عامر بھائی نے پہلے بھی بتایا. میں عامر بھائی سے بات کرنا چاہ رہا ہوں، رک جیسے عامر بھائی کرنا پوائنٹ آف ویو. جی عامر بھائی آپ بات کریں. میں یہ عرض کرنا چاہ رہا تھا کہ پہلی بات تو یہ جو حضرت نون صاحب نے کہی ہے کہ ہم کمزور ہیں. ٹھیک ہے، پاکستان میں آپ تھوڑی تعداد میں ہوں گے، جس طرح میں اٹلی میں مطلب تھوڑی تعداد میں ہوں، آپ پاکستان میں تھوڑی تعداد میں ہیں، لیکن اس کا یہ مطلب نہیں کہ اگر آپ پاکستان میں کمزور ہیں تو آپ پوری دنیا میں کمزور ہیں، ایسا نہیں ہے. دوسری بات یہ ہے کہ یہاں جس پلیٹ فارم پر ابھی ہم بیٹھ کر بات کریں، یہاں پر کوئی بھی کمزور نہیں ہے. یہاں پر سب کے پاس وہی ٹیلی فون ہے، وہی مائکرو فون ہے، وہ جو چاہے بدتمیزی بھی کر سکتا ہے، شاتمیت بھی کر سکتا ہے، گالم گلوچ بھی کر سکتا ہے. تو پہلی چیز یہ ہے کہ ہمیں یہ کرنا ہی نہیں چاہیے، بلکہ اس سے اپنی کمیونٹی کا بدنامی کا باعث بننے کی بجائے ہمیں تو علم بردار ہونا چاہیے کہ اس گندگی کو، اس معاشرتی برائی کو ختم کریں اور کروائیں. لیکن ہوتا کیا ہے، جس طرح سے آپ کے پاس میرے بارے میں کوئی تحفظات پیدا ہو رہے ہیں کہ میرے ساتھ کئی بندے آ کر بیٹھتے ہیں، میرے بھائی ہیں، مسلمان ہیں، اور میں ان کو مکمل طور پر روکنے میں ابھی تک ناکام رہا ہوں کہ وہ کوئی ایسا لفظ استعمال نہ کریں. ایسے ہی ان کو بھی جب میں ان سے پوچھتا ہوں تو ان کے پاس بھی آپ کے بارے میں ایسے ہی تحفظات ہیں. وہ کہتے ہیں کہ یہ حضرت نون صاحب ان براڈوں پر جا کر بیٹھتے ہیں جہاں پر نبی پاک کو سیدھی گالیاں دیے جا رہی ہوتی ہیں، جہاں پر یہ ابھی آصف چودھری صاحب جن براڈوں کا ذکر کر رہے تھے، ان براڈوں پر اگر آپ جاتے ہیں یا ان کو جا کے سنتے ہیں یا کہلواتے ہیں ان سے، یا ان لوگوں کو اپنی براڈوں پر لیتے ہیں، تو یہ آپ کو تو کردار آپ کا بھی یہ نہیں ہونا چاہیے، بلکہ آپ کو ہمارے ساتھ مل کر اس برائی کو ختم کروانا چاہیے، ہمارے ساتھ مل کر. جب ہم کہہ رہے ہیں کہ یہ نہیں ہونا چاہیے
आपको भी हमारी आवाज़ में आवाज़ मिलानी चाहिए और इसको ख़त्म करवाने की कोशिश करनी चाहिए। रही बात ये डॉक्टर जाकिर नाइक या किसी बड़े स्कॉलर की, मैं कहता हूँ कि बाइबल में क्या लिखा हुआ है और हमारे कुरान में क्या लिखा हुआ है, इस पर आपके और हमारे तहफ़्फ़ुज़ात हैं, तो इख्तलाफ है ना, लेकिन उसके बावजूद तहफ़्फ़ुज़ात होने के बावजूद ज़बान को अच्छे तरीके से इस्तेमाल करना चाहिए और ऐसे अल्फाज का चुनाव करना चाहिए कि जो मुखालिफ फरीक है उसके दिल पर गिरा ना गुजरे। लेकिन इसमें कोई भी परफेक्शन का दावा नहीं कर सकता। बड़े से बड़ा आलिम, बड़े से बड़ा स्कॉलर, भले वो क्रिश्चियन हो या मुसलमान हो, उसकी ज़ुबान में, उसके अल्फाज के चुनाव में हमेशा ही गुंजाइश मौजूद होती है कि वो इससे भी अच्छे अल्फाज का चुनाव कर सकता होता। आज रात को मैं वीडियो सुन रहा था, उसके इंजीनियर की रिहाई के बाद वो पट्टी ने चढ़ाई हुई है, क्या नाम है, इरशाद पट्टी ने, तो वो सुना रहा था कि जेल में 103 दिन रहा, तो वहाँ पर एक बिशप साहब रहे हैं, कहता मैं उनके साथ ज़्यादा टाइम मैंने उनके साथ गुजारा। और वो बिशप साहब कौन है? वो क्या नाम है, पट्टी साहब जो कत्ल हो गए थे, क्या नाम है? शहबाज पट्टी साहब के कजन ने जी मतलब मैं शहबाज भट्टी नाम नून भाई की ना अपना बिशप भाई अनिल भाई को म्यूट करा जी एक मिनट। अच्छा मैं ना आमिर भाई बड़े अरसे मतलब हालांकि इस्लाम ਦੇ ਵਿੱਚ ਨਾ ਪੈਗੰਬਰ ਇਸਲਾਮ ਤੋਂ ਬਾਅਦ ਮੈਂ ਕਿਸੇ ਨੂੰ ਬਹੁਤ ਜ਼ਿਆਦਾ ਇੱਜ਼ਤ ਕਰਦਾ ਨਾ ਤੇ ਉਹ ਮੌਲਾ ਅਲੀ ਨੇ ਜਾਂ ਮਤਲਬ ਹਜ਼ਰਤ ਫਾਤਿਮਾ ਨੇ। ਬਾਕੀ ਸਾਹਬਾ ਜਿਹੜੇ ਨੇ ਉਹ ਠੀਕ ਨੇ, ਤੁਹਾਡੇ ਵਾਸਤੇ ਬਹੁਤ ਇੱਜ਼ਤ ਨੇ, ਮੈਂ ਵੀ ਕਰਨਾ, ਲੇਕਿਨ ਉਹ ਚੀਜ਼ ਮੇਰੇ ਅੰਦਰ ਨਹੀਂ ਹੈ ਉਹਨਾਂ ਵਾਸਤੇ ਨਾ ਜਿੰਨਾ ਕੋ ਹਜ਼ਰਤ ਅਲੀ ਵਾਸਤੇ ਜਾਂ ਹਜ਼ਰਤ ਫਾਤਿਮਾ ਵਾਸਤੇ ਉਹਨਾਂ ਦੇ ਨਾਲ ਅਹਿਲੇ ਬੈਤ ਦੀ ਜ਼ਿਆਦਾ ਮੇਰਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਪਿਆਰ ਹੈ। ਸ਼ੀਆ ਕਮਿਊਨਿਟੀ ਦੇ ਨਾਲ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਹੈ। ਅੱਛਾ ਇੱਕ ਮਿੰਟ ਯਾਰ, ਇਹ ਪਤਾ ਨਹੀਂ ਕੀ ਆ ਗਿਆ ਇਹ ਇੱਕ ਮਿੰਟ ਉਹ ਨਾ ਇਹ ਸ਼ੀਆ ਉਹਨਾਂ ਨੂੰ ਸ਼ੀਆ ਜ਼ਾਕਰਾ ਨੂੰ ਵੀ ਜਿੱਥੇ ਵੇਖੋ ਨਾ ਉਹਨਾਂ ਦੀ ਕੋਟੜੀ ਦੇ ਨਾਲ ਇੱਕ ਪਾਦਰੀ ਜਮਾ ਉਹ ਬੰਦ ਹੁੰਦਾ ਹੈ। ਉਹ ਪਾਦਰੀ ਜਿਹੜਾ ਉਹ 24 ਘੰਟੇ ਦੇ ਵਿੱਚ 22 ਘੰਟੇ ਬਾਈਬਲ ਪੜ੍ਹਦਾ ਹੈ, ਠੀਕ ਹੈ, ਤੇ ਉਹਨੂੰ ਬਾਈਬਲ ਹਿਫਜ਼ ਹੁੰਦੀ ਹੈ। ਇਹਨਾਂ ਸਾਰਿਆਂ ਨੂੰ ਲੱਭ ਜਾਂਦੇ ਨੇ। ਮੁਸਲਮਾਨ ਕਿਹੜਾ ਵੀ ਕਿਤੇ ਜਾਏਗਾ ਨਾ 에ਅਰਪੋਰਟ ਤੇ ਉਹਨੂੰ ਉੱਥੇ ਯਹੂਦੀ ਲੱਭ ਜਾਂਦਾ ਹੈ ਤੇ ਯਹੂਦੀ ਉਹਨਾਂ ਨੂੰ ਆ ਕੇ ਫੌਰਨ ਹੀ ਪੁੱਛਦਾ ਓਏ ਤੁਸੀਂ ਹਜ਼ਰਤ ਈਸਾ ਨੂੰ ਮੰਨਦੇ ਹੋ? ਅਸੀਂ ਤੇ ਕੋਈ ਨਹੀਂ ਮੰਨਦੇ। ਇੱਕ ਤੇ ਮੁਸਲਮਾਨਾਂ ਨੂੰ ਉਹ ਉਦੋਂ ਮਿਰਜ਼ਾ ਜੇਲਮੀ ਵੀ ਕੋਟੜੀ 'ਚ ਗਿਆ ਤੇ ਉਹਨੂੰ ਵੀ ਕੌਣ ਲੱਭਿਆ? ਬਿਸ਼ਪ ਲੱਭਿਆ। ਯਾਰ ਕੈਸੀਆਂ ਵੱਡੀਆਂ ਲੰਮੀਆਂ ਸੁੱਟਦੇ ਨੇ ਲੋਕ ਯਾਰ, ਹੱਦ ਹੋ ਗਈ। ਕਰੋ ਤੁਸੀਂ ਗੱਲ। ਵੱਲਾ ਤੁਸੀਂ ਸੁਣ ਲਓ ਅਰਸ਼ਾਦ ਭਾਈ, ਬੜੀ ਖਾਸ ਗੱਲ ਮੈਂ ਕਰਨ ਲੱਗਾ ਵਾਂ ਕਿ ਜੋ ਵੀ ਇੱਕ ਲਫ਼ਜ਼ ਆਪਣੇ ਮੂੰਹ ਚੋਂ ਮੈਂ ਬੋਲਾਂਗਾ ਉਹਦਾ ਮੈਂ ਸਬੂਤ ਦਾਂਗਾ ਕਿ ਇੰਜ ਹੋਇਆ ਵੇ, ਰਿਕਾਰਡਿੰਗ ਵੀ ਦਾਂਗਾ, ਹਰ ਚੀਜ਼। ਮੈਂ ਬੜੇ ਦਾਅਵੇ ਨਾਲ ਕਹਿ ਰਿਹਾ ਵਾ, ਖਾਲੀ ਲਫਾਜ਼ੀ ਕਰ ਲੈਣਾ, ਝੂਠੇ ਇਲਜ਼ਾਮ ਕਿਸੇ ਦੇ ਲਾ ਦੇਣਾ, ਇੱਕ ਤੇ खसलत हो गई है कुछ लोगों की। जी ये नून उनसे जाके करवाता है, ये उनके साथ बैठता है। आमिर भाई मैं जेडे पिछले 3 साल मेरे इत्थे सोशल मीडिया ते लंघे ने, तुहाडे च लंघे ने, मेरे 3 साल बरेलविया च लंघे ने, मेरे 3 साल खत्मे नबूवत दे मजादा दे विच सवेर शाम लंघी है। 8-8 घंटे दे मैं कुरान शरीफ सुनदा वा ते मैं उत्ते कितों जाके उन्हां नूं लुकमा देण लग पिया। झूठ अपने मसीही बंदियां दे खिलाफ लाइवां लाइन वाला तुहाडे सामने बैठा होवे, इन्नी की जुरत रखदा कि जेड़ा कोई गलत करेगा उन्हें मैं गलत ही आखांगा। किहड़े जेड़े तुहानूं दस्सिया उनके साथ जाके बैठा, कदों रिकॉर्डिंगां किहड़ियां मैं कीतियां ने? इन्हां नूं आखो दे ठीक है, नून ने वाकई अपने लोकां दे झूठ बोलदे ने, झूठ बकण वाले मकार ने अमर भाई। सिर्फ और सिर्फ जवाब इस गल दे विच आप थोड़ा ओ सारे और गल अमर भाई, वीर असकानी साहब बैठे सन कोल, लाइव लगी सी टिया सिस्टर दी, उथे जनाब अवैध साहब खोल के मौका दिता कि जनाब उस्मान जान तू बक यसू अल मसीह बारे जो मर्जी उन्हें बकिया। मैं चुप करके सुनिया और उथे मैं रोया। मैं क्या तुसी देखो किवें करन दे हो, लेकिन असी इन्ने कमजोर हां, असी तुहानू जवाब नहीं दे सकदे। नासरी भाई तबे तबाए बोले, कहंदे नून ने ते बोलना नहीं बोलना, जिवें दे तू मेरे यसू वाले अल्फाज बोलेगा मैं तेरे नबी वाले बोलांगा। जिवें नासरी भाई ने लफ्ज बोले, ओ मुफ्ती अब्बास बील के पता नहीं केड़ी बील है, ओ कहना मैं तुम्हारी जुबान गुत्ती से खींच लूंगा। ओए बदमाश ने एडी बदमाशी, एडा हकार, एडा गरूर, एडा तकबर, ओए रब सोए दा कहर क्यों नहीं इन्हां ते पै जांदा? अमर
ਆਮਰ ਭਾਈ ਤੁਹਾਨੂੰ ਹਕੀਕਤ ਦੱਸਣ ਡਿਆ ਵਾ ਕਿ ਸਾਡੇ ਮੂੰਹ ਤੇ ਸਾਡੇ ਯਸੂ ਨੂੰ ਗਾਲਾਂ ਕੱਢਣ ਤੇ ਅਸੀਂ ਤੇ ਮਰੇ ਹੋਏ ਆ ਕਿ ਅਸੀਂ ਜਵਾਬ ਪਲਟ ਕੇ ਦੇ ਹੀ ਨਹੀਂ ਸਕਦੇ ਕਿਉਂਕਿ ਸਾਨੂੰ ਜਾਨ ਪਿਆਰੀ। ਇਹ ਤਾਂ ਬਦਮਾਸ਼ ਨੇ, ਇਹ ਤਾਂ ਕੁਝ ਵੀ ਕਰ ਸਕਦੇ ਨੇ। ਇਟਸ ਰਿਐਲਿਟੀ। ਮੇਰਾ ਮੌਕਾ ਸਿਰਫ ਇੱਕ ਸੀ ਆਮਰ ਭਾਈ, ਮੈਂ ਦੀਨ ਇਸਲਾਮ ਨੂੰ ਟਾਰਗੇਟ ਨਹੀਂ ਕਰਦਾ, ਨਾ ਮੈਂ ਤੁਹਾਡੇ ਨਬੀ ਬਾਰੇ ਗੱਲ ਕਰਾਂ, ਨਾ ਕੁਰਾਨ ਸ਼ਰੀਫ ਬਾਰੇ ਗੱਲ ਕਰਾਂ, ਮੈਨੂੰ ਨਾ ਛੇੜਨਾ। ਲੇਕਿਨ ਇਹ ਨਾ ਆਖਿਆ ਕਿ ਇਹ ਬੰਦਾ ਚੁੱਪ ਕਿਉਂ ਵੇ, ਇਹ ਬੰਦਾ ਕਿਉਂ ਹੈ ਚੁੱਪ? ਜਾਣ ਕੇ ਆ ਕੇ ਉਂਗਲਾਂ ਦੇਣੀਆਂ, ਜਾਣ ਕੇ ਆ ਕੇ ਉਕਸਾਣਾ, ਬਾਰ ਬਾਰ ਉਕਸਾਣਾ, ਤੇ ਜਵਾਬ ਤੁਹਾਨੂੰ ਦੇਣੇ ਨਾ ਉਹ ਜੀ ਉਹ ਤੇ ਉੱਥੇ ਬੈਠਾ ਸੀ, ਉਹ ਮਾਮਾ ਮੈਨੂੰ ਫੋਨ ਕਿਸੇ ਲੈ ਕੇ ਦਿੱਤਾ, ਮੈਂ ਉੱਥੇ ਬੈਠਾ ਕਿੱਥੇ ਬੈਠਾ, ਕੀ ਆਖਿਆ ਮੈਂ? ਮੇਰੇ ਮੂੰਹ ਚੋਂ ਕਿਹੜੀ ਗੁਸਤਾਖੀ ਨਿਕਲੀ ਇਸਲਾਮ ਬਾਰੇ, ਕਿਹੜੀ ਗੁਸਤਾਖੀ ਨਿਕਲੀ ਤੁਹਾਡੇ ਨਬੀ ਬਾਰੇ, ਉਹ ਕਿਹੜੀ ਗੁਸਤਾਖੀ, ਕਿਹੜਾ ਉਤਰਾਜ਼ ਮੈਂ ਕੁਰਾਨ ਸ਼ਰੀਫ ਤੇ ਕੀਤਾ? ਉਹ ਰਿਕਾਰਡਿੰਗ ਲਿਆਓ, ਮੈਨੂੰ ਸ਼ਰਮਿੰਦਾ ਕਰੋ, ਮੈਨੂੰ ਨੰਗਿਆ ਕਰੋ, ਲੇਕਿਨ ਅੰਦਰੋਂ ਦੀ ਸਾੜ ਖਾਈ ਜਾਣਾ ਕਿ ਮੁਸਲਮਾਨ ਇਹਨੂੰ ਇੱਜ਼ਤ ਕਿਉਂ ਦੇਣ ਦੇ। ਮੈਂ ਆ 2-3 ਦਿਨ ਪਹਿਲੇ ਤੱਕ ਮੈਂ ਜਿੰਨੇ ਵੀ ਮੁਸਲਮਾਨ ਨੇ 99.9% ਇਹਨਾਂ ਮੈਂ ਨੂਰੇ ਨਜ਼ਰ ਸੀ, ਇਹਨਾਂ ਦੀ ਮੈਂ ਅੱਖ ਦਾ ਤਾਰਾ ਸੀ ਹੈ। ਤੇ ਜਦੋਂ ਮਾਰਾ ਕੋ ਗੁੱਸਾ ਆ ਗਿਆ ਜਾਂ ਮੈਂ ਕੋਈ ਗੱਲ ਕਰ ਦਿੱਤੀ, ਹਾਲਾਂ ਮੈਂ ਕੋਈ ਗੁੱਸਾਖੀ ਨਹੀਂ ਕੀਤੀ, ਲਓ ਜੀ ਗਾਲਾਂ ਸ਼ੁਰੂ, ਗਾਲਾਂ ਕੱਢਣੀਆਂ ਸ਼ੁਰੂ ਕਰਦੀਆਂ ਵੀ ਇਹਨੇ ਪੀਰ ਸਕਾਨੀ ਦੇ ਨਾਲ ਖਲੋ ਗਿਆ ਨੇ। यार कोई हाथ करने वाली प्यारे भाई आप देखें हजरत नून भाई, हम जितनी भी बातें करेंगे ये लंबी होती जाएंगी। मैं इसका एक हाल बयान करता हूँ, आप मुझसे सीनियर और सारे, आपकी अतमी फैसला आपका होगा। अमन नज़ीर हमारे बड़े हैं, ये भी बैठे हुए हैं और आप भी बैठे हुए हैं अपनी तरफ से। मैं ये कह रहा हूँ कि आप बिशप भाई, हजरत नून और नीचे नासरी बैठे हुए हैं, आप सीनियर काबिल एहतराम हो, हम भी आपका एहतराम करते हैं सारे। आप अपनी वो जो जितने भी आपके वो अपने क्रिश्चियन भाई हैं उनको कहें कि खुदा के लिए यार ये ना करो, और आमर भाई जाम का इनका वो मामलात हैं वो कहेंगे। और मैं अपनी तरफ से जितने, मैं कुरानिस्टों के साथ भी बैठता हूँ, दूसरों के अपने अहले सुन्नत के भी साथ भी बैठता हूँ, जहाँ तक मेरा बस है मैं कहूँगा तो ये मामला यहाँ पर रफा दफा करें, इसको लंबा ना खींचे। ये मेरी बात सुन ले आमिर भाई, करो जी इरशाद पट्टी वाली बात सुनाओ जी। मैं तो ड्राइव कर रहा था, मैंने ना एक तो अंधेरा हो जाता, मोबाइल में देखता भी नहीं, मैंने तो देखा ये जो हजरत नून साहब को 2000 फुल मारे हैं कि मिर्जाइयों ने नीचे से मारे हैं। चलो बोलते पे नहीं डे देना अल्लाह दी कसम, अल्लाह दी कसम आमिर भाई शेर मारो अल्लाह दी कसम, मैं ਹੁਣ ਮੇਰੀ ਮੋਬਾਈਲ ਤੇ ਨਜ਼ਰ ਪਈ ਹੈ ਤੇ ਥੱਲੇ ਕਿਸੇ ਬੰਦੇ ਦਾ ਮੈਨੂੰ ਨਾਮ ਨਜ਼ਰ ਆਇਆ ਤੇ ਮੈਂ ਉਤੋਂ ਨਾ ਆਪਣੇ ਹਜ਼ਰਤ ਨੂਨ ਦੀ ਵੇਖੀ ਆਈਡੀ ਵੇਖੀ, ਉਹਦੇ ਪੈਰ ਨੂੰ ਫੁੱਲ ਵੱਜੇ ਨੇ, ਮੈਂ ਤਾਂ ਦੇਖੀ ਨਹੀਂ ਸਕਰੀਨ ਹੈ। ਗੱਲ ਇਹ ਹੈ ਹਜ਼ਰਤ ਨੂਨ ਸਾਹਿਬ, ਤੁਹਾਡੇ ਤੇ ਇਹ ਵੀ ਤੁਹਾਡੀ ਮੇਰੇ ਦਿਲ 'ਚ ਉਨੀ ਹੀ ਇੱਜ਼ਤ ਹੈ ਜਿਸ ਤਰ੍ਹਾਂ ਪਹਿਲੇ ਸੀ, ਔਰ ਮੈਨੂੰ ਤੁਹਾਡੇ ਤੋਂ ਤਵੱਕੋ ਵੀ ਨਹੀਂ ਕਿ ਤੁਸੀਂ ਕਦੇ ਉਸ ਤਰ੍ਹਾਂ ਉਹਨਾਂ ਲੋਕਾਂ ਦਾ ਹਿੱਸਾ ਬਣੋਗੇ ਜਿਹੜੇ ਲੋਕ ਇਸਲਾਮੀ ਮੁਕੱਦਸਾਤ ਦੀ ਤੋਹੀਨ ਕਰਦੇ ਨੇ। ਜਿਸ ਤਰ੍ਹਾਂ ਅਸੀਂ ਕੋਸ਼ਿਸ਼ पे करने हैं ना कि शैतान खूजे पवे, कोई मुसलमान मसीही मुकद्दसात दी तोहीन ना करे, इस तरह ਤੁਹਾਨੂੰ ਵੀ ਆਪਣੀ ਕਮਿਊਨਿਟੀ ਦੀ ਤਰਫੋਂ ਰਿਪਰੈਜ਼ੈਂਟੇਟਿਵ ਹੋਣਾ ਚਾਹੀਦਾ ਹੈ ਔਰ ਉਹਨਾਂ ਲੋਕਾਂ ਨੂੰ ਰੋਕ ਕੇ ਤੇ ਕੋਸ਼ਿਸ਼ ਦੇਖੋ, ਹਰ ਬੰਦਾ ਕੰਟਰੋਲ 'ਚ ਨਹੀਂ ਵੀ ਹੁੰਦਾ, ਕਿਸੇ ਨੂੰ ਬੰਦਾ ਸਮਝਾ ਲੈਂਦਾ, ਕੋਈ ਨਹੀਂ ਵੀ ਸਮਝਦਾ, ਕੋਈ ਕਹਿੰਦਾ ਨਹੀਂ ਭਾਈ ਤੂੰ ਆਪਣੇ ਘਰ, ਅਸੀਂ ਆਪਣੇ ਘਰ, ਤੂੰ ਕੌਣ ਸਾਨੂੰ ਸਮਝਾਉਣ ਵਾਲਾ। ਅੱਜ ਕੱਲ੍ਹ ਲੋਕੀ ਫਿਰ ਸੋਸ਼ਲ ਮੀਡੀਆ ਤੇ ਕਾਂ ਦਾ ਕੋਈ ਇੱਜ਼ਤ ਹੀ ਹੈ, ਜੇ ਕੋਈ ਅਸਤੇ ਦੰਦਾਂ ਦੀ ਪ੍ਰੀਤ ਕਰ ਛੜੇ ਤੇ ਅੱਛੀ ਗੱਲ ਹੈ, ਨਾ ਕਰੇ ਤੇ ਕੋਈ ਧੱਕਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ। ਬਹਰਹਾਲ ਕੋਸ਼ਿਸ਼ ਇਹਦੇ ਤੇ ਕਰੀਏ ਰਲ ਮਿਲ ਕੇ ਕਿ ਇਹ ਦੋ ਵੱਡੀਆਂ ਕਮਿਊਨਿਟੀਆਂ ਨੇ, ਦੋ ਵੱਡੀਆਂ ਕੌਮਾਂ ਨੇ, ਇਹਨਾਂ ਦੇ ਮੁਕੱਦਸਾਤ ਦੀ ਤੋਹੀਨ ਦੀ ਨਾ ਸਾਨੂੰ ਸੋਸ਼ਲ ਮੀਡੀਆ ਤੋਂ ਅੱਗ ਬਾਲ ਕੇ ਤੇ ਉਹਨੂੰ ਅਸੀਂ ਬਾਅਦ ਵਿੱਚ ਸਾਲ ਸਕਾਂਗੇ ਤੇ ਨਾ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ, ਬਲਕਿ ਕੋਸ਼ਿਸ਼ ਕਰ ਬੰਦੇ ਦੇ ਚੋਂਧਾਰ ਪਾਣੀ ਪਾ ਸਕਣੀ ਅਸੀਂ ਦੀ ਕੋਸ਼ਿਸ਼ ਕਰੀਏ, ਅਸੀਂ ਇਹਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੀਏ ਤੇ ਡੈਸਪਰੇਟ ਨਾ ਹੋਈਏ। ਤੁਹਾਡੀ ਜਿੰਨੀ ਗੁਫ਼ਤਗੂ ਹੈ ਨਾ ਉਹ ਸਾਰੀ ਮੈਨੂੰ ਨਜ਼ਰ ਆਉਂਦੀ ਪਈ ਹੈ ਕਿ ਡੈਸਪਰੇਸ਼ਨ ਹੈ, ਬੜੀ ਸ਼ਦੀਦ ਉਹਦੇ ਵਿੱਚ ਗੁੱਸਾ ਔਰ ਜ਼ਾਹਿਰ ਹੈ ਕਿ ਤਕਲੀਫ ਪਾਈ ਜਾਂਦੀ ਹੈ। ਤੁਹਾਨੂੰ ਤੁਹਾਡੇ ਈਮਾਨੀ ਜਜ਼ਬਾਤ ਨੇ, ਅਗਰ ਤੁਹਾਡੇ ਈਮਾਨੀ ਜਜ਼ਬਾਤ ਨੂੰ ਠੇਸ ਪਹੁੰਚੀ ਹੈ ਤੇ ਸ਼ਾਇਦ ਉਹਦੀ ਅਕਾਸੀ ਹੋ ਜਾਵੇ। ਮੈਂ ਉਹਦੀ ਕਦਰ ਕਰਨਾ ਕਿ ਅਗਰ ਤੁਹਾਡੇ ਦਿਲ ਨੂੰ ਕਿਸੇ ਬੰਦੇ ਨੇ ਤਕਲੀਫ ਪਹੁੰਚਾਈ ਹੈ ਤੇ ਤਾਂ ਹੀ ਤੁਸੀਂ ਇੰਨਾ ਗੈਜ਼ੋ ਗਜ਼ਬ ਨਾਲ ਬੋਲ ਰਹੇ ਹੋ ਨਾ। ਅੱਗੇ ਇੰਨੇ ਅਰਸੇ ਤੇ ਤੁਸੀਂ ਕਦੇ ਇੰਨੀ ਉੱਚੀ ਆਵਾਜ਼ ਨਾਲ ਨਹੀਂ ਬੋਲੇ, ਮੇਰੇ ਸਾਹਮਣੇ ਤੇ ਨਹੀਂ ਬੋਲੇ ਇੰਨੇ ਅਰਸੇ ਦਾ, ਤੇ ਕੋਈ ਨਾ ਕੋਈ ਜ਼ਰੂਰ ਪਿੱਛੇ ਪ੍ਰੋਬਲਮ ਹੈ ਵੇ, ਮੈਂ ਮੰਨਣਾ, ਮੈਂ ਜੈਨੂਇਨ। ਅਸੀਂ ਉਹਨੂੰ ਰਲ ਮਿਲ ਕੇ ਇਹਨੂੰ ਖਤਮ ਕਰਨਾ ਹੈ, ਨਾ ਕਿ ਇਹਨੂੰ
ਪਾਟੇ ਨੂੰ ਖਿਲਾਰਨਾ ਹੈ, ਇਹਨੂੰ ਸੀਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਜਿਹੜੇ ਬੰਦੇ ਨੇ ਨਾ, ਬਿਲਕੁਲ, ਇਹ ਬਿਲਕੁਲ। ਜਿਹੜੇ ਤੁਹਾਨੂੰ ਫੁੱਲ ਮਾਰਨ ਵਾਲੇ ਨੇ, ਇਹ ਤੇ ਸ਼ੈਤਾਨ ਨੇ। ਇਹਨਾਂ ਦਾ ਤਾਂ ਕੰਮ ਹੀ ਹੈ ਸਾਰਾ ਦਿਨ ਤੱਕ। ਇਹਨਾਂ ਨੂੰ ਅਗਰ ਸ਼ਰਮ ਹੁੰਦੀ, ਇਹਨਾਂ ਨੂੰ ਅਗਰ ਗੈਰਤ ਹੁੰਦੀ ਨਾ, ਤੇ ਇਹ ਕ੍ਰਿਸ਼ਨਾ ਨੂੰ ਬਹਾ ਕੇ ਨਾ ਇਹ ਗੱਲ ਨਾ ਕਰਵਾਉਂਦੇ। ਆਪਣੇ ਮੂੰਹ ਨਾਲ ਜੇ ਸਾਰਾ ਦਿਨ ਨਬੀ ਪਾਕ ਨੂੰ ਗਾਲਾਂ ਕੱਢਦੇ ਰਹਿੰਦੇ ਨੇ, ਤੇ ਆਪਣੇ ਮੂੰਹ ਨਾਲ ਭੌਂਕਣ, ਜਿਹੜੀ ਗਾਲ ਕੱਢਣੀ ਨਾ ਕੱਢਣ। ਲੇਕਿਨ ਤੁਹਾਡੇ ਕੋਲੋਂ ਨਾਲ ਲੈ ਕੇ ਤੇ ਫਿਰ ਉਹ ਜਿਨ੍ਹਾਂ ਦਾ ਪੈਗੰਬਰ ਮੂੰਹ ਬੋਲਿਆ ਨਬੀ, ਉਹ ਇੰਨਾ ਕੋਈ ਮਸੀਹ अलैहिस्सलाम ਦੇ ਬਾਰੇ ਕਹਿ ਕੇ ਗਿਆ, ਮੈਂ ਤਾਂ ਦੁਹਰਾ ਵੀ ਨਹੀਂ ਸਕਦਾ ਉਹ ਲਫ਼ਜ਼ ਜਿਹੜੇ ਯਸੂਲ ਮਸੀਹ ਦੇ ਬਾਰੇ ਮਿਰਜ਼ਾ ਕਾਦੀਆਨੀ। ਲੇਕਿਨ ਮੈਂ ਦੁਹਰਾਵਾਂ ਤਾਂ ਮੈਨੂੰ ਉਹ ਵੀ ਆਪਣੀ ਤਰਫੋਂ ਗੁਨਾਹ ਔਰ ਸ਼ਾਤਮੀਅਤ ਨਜ਼ਰ ਆਉਂਦੀ, ਕਿਉਂਕਿ ਮੈਂ ਯਸੂਲ ਮਸੀਹ ਵਿੱਚ ਔਰ ਈਸਾ ਇਬਨ ਮਰੀਮ ਦੇ ਵਿੱਚ, ਮਸੀਹ ਇਬਨ ਮਰੀਮ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ। ਉਹ ਹੀ ਹਸਤੀ ਹੈ, ਉਹ ਉਸੇ ਹੀ ਵਾਲਦਾ ਦਾ ਬੇਟਾ ਸਈਦਾ ਮਰੀਮ ਸਦੀਕਾ ਦਾ ਬੇਟਾ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈ। ਲਿਹਾਜ਼ਾ ਇਹ ਜੋ ਕੁਝ ਹੋ ਰਿਹਾ ਨਾ, ਇਹਨੂੰ ਅਸੀਂ ਘਟਾਈਏ, ਇਹਨੂੰ ਖਤਮ ਕਰੀਏ, ਇਹਦੇ ਵਿੱਚ ਚੰਗੀ ਪੋਜ਼ਿਟਿਵ ਠੰਡੀ ਗੱਲ ਕਰੀਏ, ਨਾ ਕਿ ਜਜ਼ਬਾਤ ਦੇ ਵਿੱਚ ਆ ਕੇ ਤੇ ਡੈਸਪੀਰੇਸ਼ਨ ਵਾਲੀਆਂ ਗੱਲਾਂ ਕਰੀਏ। ਜੋ ਪਿੱਛੇ ਹੋ ਗਿਆ ਚੌਹਾਨ ਮਰਜ਼ਈ ਦਾ ਜਿਹੜਾ ਸ਼ਾਮ ਤੋਂ ਬਾਅਦ ਆਮਿਰ ਭਈਆ, ਤਾਰਿਕ ਚੌਹਾਨ ਮਰਜ਼ਈ ਦਾ ਜਿਹੜਾ ਨਾ, ਥੋੜਾ ਜਿਹਾ ਮੂੰਹ ਬੰਦ ਕਰੋ। ਇਹ ਤੁਹਾਡੇ ਨਾਲ ਬੰਦਾ ਹੈ ਤੇ ਥੋੜਾ ਜਿਹਾ ਬਚਤ ਹੋ ਜਾਂਦੀ ਹੈ, ਤੁਹਾਡਾ हाथे ਦੇ ਸਿਰ ਦੇ ਉੱਤੇ ਵੀ नहीं, मैंने यही कहा है वैरियर भाई कि हम जानते हैं तक आपका तल्लुक है कि ए भी ते एदा जंबा भी ते अगो तूबा बीबी तो लैके ताहिर ते मिर्जा कादियानी तक, ये यकीन करो सारे लाल हो जाएंगे। अगाड़ा ते पिछवाड़ा इन्हां दा सब दा लाल होएगा। इजाजत दे दें आमिर भाई। देखें, मैंने जब पहली दफा मैं सोशल मीडिया पे आया, मैंने देखा कि कुछ मसीही बड़ा सख्त किस्म का मौका, क्योंकि जिंदगी में हमने कभी देखा ही नहीं था और ना कभी कुछ सोच सकता था कि कोई मसीही उठ के दीन इस्लाम पे तनकीद करेगा। आई गेट स्कैर्ड, बीइंग वेरी ऑनेस्ट विद यू। मैंने अपने मसीहियों के खिलाफ लाइव लगाई उस दौर में। वो क्या नाम है उसका, वो शुरता होता था इधर, वो मेरे साथ था। बहुत सारे क्रिश्चियंस ने एतराज किया, तुमने इसको क्यों उठाया होता है, हम तो अपनी इबादत करते हैं। मैंने कहा ये कोई किसी को कुछ कह नहीं रहा है, बैठा है साथ, दैट्स फेयर, कोई मसला नहीं है इसमें, बैठ रहा उसके साथ। और मैंने अपने क्रिश्चियन भाइयों के खिलाफ मैंने इनके नाम लगा के टांग के मैंने लाइवें लगाई, किया, सब कुछ बोला। और फिर मैंने दूसरी तरफ जो रद्द अमल देखा मुसलमानों का, तो मैंने अपने मुसलमान भाइयों से पूछा, मैंने कहा यार मैंने तो अपने क्रिश्चियंस के खिलाफ खुल के बोला है, अब मुझे गालियां भी वो दे रहे हैं, आप लोग अपने मुसलमानों को क्यों नहीं रोकते हो, क्यों नहीं बुरा कहते हो? ले वो कौन सा गलत करते हैं? That's the reply। वो कौन सा गलत करते हैं? वो तो तुम्हारी किताबों में से पढ़ रहे हैं। ये जवाब मुझे मिला। अब देखिए, ये बात आपने की है कि जो कुछ मिर्जा साहब कह गए हैं वो मैं दोहरा नहीं सकता हूं। आई एम बीइंग ऑनेस्ट विद यू माय डियर ब्रदर। ये खैर से जो मुसलमान है वो दोहरा रहे हैं, सभी कुछ बोल रहे हैं, कोई चीज खाली नहीं छोड़ी। तो मिर्जा साहब मेरे ख्याल वही बोल रहे हैं। जो दोहरा रहा है वो मिर्जा कादियानी ही की गलती में मुबतला है ना। जो जिस तरह मैं मिर्जा कादियानी को गलत कह रहा हूँ, ऐसे ही मैं उसको भी गलत कह रहा हूँ। ਅਲਹਮਦੁਲਿਲਾ ਜੀ, ਬਿਲਕੁਲ ਠੀਕ ਠਾਕ। ਨੂਨ ਭਾਈ ਜਰਾ ਤੁਸੀਂ ਮੇਰੀ ਥੋੜੀ ਜਿਹੀ ਕਰੋ, ਮੈਂ ਤੁਹਾਡੀ ਹਲਕੀ ਜਿਹੀ ਕਰਨਾ। ਥੋੜੇ ਜਿਹੇ ਰੁਪਈਏ ਤੇ ਬਣਾਈਏ, ਯਕੀਨ ਕਰੋ ਮੈਂ ਤੁਹਾਡੇ ਪੁਆਇੰਟ ਵੇਖ ਕੇ ਹੈਰਾਨ ਹੋ ਗਏ। ਹਲਕੀ ਫੁਲਕੀ ਮੇਰੀ ਕਰੋ, ਮੈਂ ਤੁਹਾਡੀ ਕਰਨਾ। नहीं प्यारे भाइयों, देखो सारी दुनिया जानती है आलम इस्लाम चो अहले तशीह जेडे भाई ने साडे दिल दे जिगर दे टोटे ने, बहुत ही करीब ने, बहुत ही करीब ने, हमेशा ही इन्हां नालों प्यार ही मिलिया है। कोई हक प्यार नहीं, तो अलावा कोई शय नहीं मिली कभी, सवाल ही नहीं पैदा होता। बिल्कुल दुरुस्त गल है। वाहिद फिरका है मौला अली दे मन्नण वालियां दा जेड़ा हमेशा बहुत करीब रहा। ਪਰ ਭਾਈ ਇਹ ਜੋਜ਼ਫ ਸਾਹਿਬ ਤੇ ਹਜ਼ਰਤ ਨੂਹ ਸਾਹਿਬ ਇੱਕ ਵਾਰੀ ਕਹਿੰਦੇ ਨੇ ਉੱਤੇ ਆਓ ਕਾਰ ਦੇ, ਅਸੀਂ ਉੱਥੇ ਉਸੇ ਟਾਈਮ ਆ ਜਾਂਦੇ ਹਾਂ। ਹੋਰ ਤੇ ਅਸੀਂ ਕਿਸੇ ਬਰਾਦਰੀ ਨਹੀਂ ਨਾ ਜਾਂਦੇ ਆ। ਅਸੀਂ ਭਾਈ ਅਸੀਂ ਵੀ ਉਨੀ ਇੱਜ਼ਤ ਕਰਦੇ ਹਾਂ, ਅਸੀਂ ਹੋ ਸਕਦਾ ਚੁੱਕੀ ਕਰਦੇ ਹੋਈਏ। ਚਲੋ ਆਮਿਰ ਭਾਈ ਕਰੋ ਗੱਲ, ਤੁਸੀਂ ਕੀ ਕਹਿ ਰਹੇ ਹੋ? ਕੁਝ ਜੜੀਆਂ ਹੁੰਦੀਆਂ ਨੇ ਨਾ ਆਪਣੀ ਸੁਸਾਇਟੀ ਨੂੰ ਲੈ ਕੇ, ਕੁਝ ਹਕੀਕਤਾਂ ਐਸੀਆਂ ਨੇ ਜਿਹੜੀਆਂ ਕੜਵੀਆਂ ਨੇ, ਤੇ ਉਹਨਾਂ ਨੂੰ ਆਪਣੇ ਬੰਦੇ ਦੇ ਅੰਦਰ ਉਹਦਾ ਇਦਰਾਕ ਹੋਣਾ ਚਾਹੀਦਾ। ਮਸਲਨ ਇਹ ਜਿਨ੍ਹਾਂ ਦਾ ਤੁਸੀਂ ਕਹਿ ਰਹੇ ਹੋ ਨਾ ਸ਼ੀਆ, ਇਹ ਖੁਦ ਉੱਥੇ ਸ਼ਿਕਾਰ ਨੇ ਉਹਦਾ ਜ਼ੁਲਮ ਔਰ ਜ਼ਿਆਦਤੀ ਦਾ। ਕਈ ਕਿਉਂਕਿ ਇਹਨਾਂ ਦੀ ਉਨੀ ਤਾਦਾਦ ਸ਼ੀਆ ਦੀ ਵੀ ਮੁਸਲਮਾਨਾਂ ਦੇ ਵਿੱਚ ਫਿਰਕਾ ਹੈ, ਲੇਕਿਨ ਉਹਨਾਂ ਦੀ ਉਨੀ ਤਾਦਾਦ ਨਹੀਂ ਹੈ। ਲੇਕਿਨ ਕਿਉਂਕਿ ਇਹਨਾਂ ਦੇ ਵੀ ਅਕਾਇਦ ਦੇ ਵਿੱਚ ਕਾਫੀ ਕਈ ਜਗ੍ਹਾ ਦੇ ਉੱਤੇ ਸਖਤੀ, ਕਈ ਕਿਤਾਬਾਂ ਦੇ ਵਿੱਚ ਚੀਜ਼ਾਂ ਐਸੀਆਂ ਪਾਈਆਂ ਜਾਂਦੀਆਂ ਨੇ, ਤੇ ਲੋਕਾਂ ਨੇ ਉਹਨੂੰ ਲੈ ਕੇ
ਤੇ ਇਹਨਾਂ ਦੇ ਨਾਲ ਵੀ ਕਤਲੋਗਾਰਤ ਬੜੀ ਹੋਈ ਹੈ ਸਾਡੇ ਝੰਗ ਵਿੱਚ, ਚਨਿਓਟ ਵਿੱਚ। ਮੇਰਾ ਕਹਿਣ ਦਾ ਮਕਸਦ ਇਹ ਵੇ ਇਹ ਹਜ਼ਾਰਾਂ ਦੇ ਵਿੱਚ ਪਾਰਾ ਚਨਾਰ ਦੇ ਵਿੱਚ ਬਹੁਤ ਚਨਾਰੇ ਪਿਛਲੇ ਦਿਨ ਬੜੀ ਹੋਈ ਹੈ। ਬਹੁਤ ਜ਼ਿਆਦਾ ਹੋਈ ਹੈ। ਕਮਿਊਨਿਟੀਆਂ ਬਿਲਕੁਲ ਅਮਰ ਭਾਈ ਸਹੀ ਜਿਹੜੀਆਂ ਗੱਲ ਜਿਹੜੀਆਂ ਸਾਡੀ ਮੁਆਸ਼ਰਤੀ ਬੁਰਾਈਆਂ ਨੇ ਨਾ, ਇਹ ਇੱਕ ਮੁਆਸ਼ਰਤੀ ਬੁਰਾਈ ਹੈ ਕਿ ਜਿਹੜਾ ਮਾੜਾ ਹੈ ਨਾ, ਉਹ ਭਾਵੇਂ ਵਾਬੀ ਹੈ, ਭਾਵੇਂ ਸ਼ੀਆ ਹੈ, ਭਾਵੇਂ ਕ੍ਰਿਸਚਨ ਹੈ, ਭਾਵੇਂ ਮਰਜ਼ਾਈ ਹੈ, ਮਾੜੇ ਤੇ ਉਂਝ ਹੀ ਗੁੱਸਾ ਲੋਕਾਂ ਨੂੰ ਚੜਦਾ ਹੈ। ਇਹ ਇੱਕ ਮੁਆਸ਼ਰਤੀ ਬੁਰਾਈ ਹੈ। ਮੈਂ ਇੱਕ ਜਰਨਲ ਗੱਲ ਕਰ ਰਿਹਾ, ਮੈਂ ਇਹ ਨਹੀਂ ਕਹਿੰਦਾ ਕਿ ਫਲਾਂ ਬੰਦੇ ਦਾ ਇਹਦੇ 'ਚ ਕਸੂਰ ਹੈ। ਨੈਚੁਰਲੀ ਬੰਦੇ ਜਿਹੜੇ ਨੇ ਨਾ, ਜਿਹੜੇ ਇਲਿਟਰੇਟ ਬੰਦੇ ਹੁੰਦੇ ਨੇ ਨਾ, ਉਹ ਆਉਂਦੇ ਨੇ ਵੀ ਇਹ ਮਾੜਾ ਰਾਮਦਾ ਤੇ ਇਹਦੇ 'ਤੇ ਆਪਣਾ ਗੁੱਸਾ ਕੱਢ ਲਓ, ਦਿਮਾਗ ਦੀ ਗੈਸ ਕੱਢ ਲਓ, ਫਿਰ ਉਹਦੇ 'ਤੇ ਐਕਸਟਰਾ ਜ਼ੋਰ ਲਾਉਂਦੇ ਨੇ। ਹਾਲਾਂਕਿ ਰੱਬ ਮਨਾ ਕਰਦਾ, ਰੱਬ ਆਂਦਾ ਕਿ ਵੀ ਕਿਸੇ ਕੌਮ ਦੀ ਦੁਸ਼ਮਣੀ ਤੁਹਾਨੂੰ ਇਸ ਤੱਕ ਨਾ ਖਿੱਚ ਕੇ ਲੈ ਜਾਏਗੀ, ਤੁਸੀਂ ਇਨਸਾਫ ਕਰਨਾ ਹੀ ਛੱਡ ਦਿਓ। ਤੁਸੀਂ ਉਨੀ ਹੀ ਗੱਲ ਕਰੋ ਜਿੰਨੀ ਦੀ ਕੋਈ ਲੌਜਿਕ ਜਾਂ ਜਿੰਨੀ ਦੀ ਕੋਈ ਦਲੀਲ ਹੈ। ਇਹ ਨਾ ਵੇਖੋ ਕਿ ਇਹ ਮਾੜਾ ਹੈ। ਤੇ ਹੁਣ ਇੱਥੇ ਸੋਸ਼ਲ ਮੀਡੀਆ ਵਾਲੇ ਤਾਂ ਪਹਿਲੀ ਗੱਲ ਹੈ ਕਿ ਮਾੜਾ ਤਗੜੇ ਵਾਲੀ ਗੱਲ ਹੀ ਕੋਈ ਨਹੀਂ ਹੈ। ਤੁਸੀਂ ਸਾਡੇ ਬਰਾਬਰ ਦੇ ਇੱਕੋ ਜਿੰਨੇ, ਬਲਕਿ ਅਸੀਂ ਤੇ ਸਮਝਦੇ ਹਾਂ ਕਿ ਤੁਸੀਂ ਇੱਥੇ ਸਾਡੇ ਨਾਲ ਵੀ ਜ਼ਿਆਦਾ ਤਗੜੇ ਹੋ। ਮੇਰੀ ਜ਼ਾਤ ਨੂੰ ਪੁੱਛੋ, ਮੈਂ ਕਸਮ ਖਾ ਕੇ ਕਹਿੰਦਾ ਵਾਂ ਕਿ ਤੁਸੀਂ ਸਾਡੇ ਨਾਲ ਵੀ ਜ਼ਿਆਦਾ ਇੱਥੇ ਤਗੜੇ ਹੋ, ਕਿਉਂਕਿ ਤੁਸੀਂ ਜਾਂ ਤੁਹਾਡੇ ਕਈ ਜਿਹੜੇ ਨੇ ਮਸੀਹੀ ਬੰਦੇ ਉਹ ਗੱਲਾਂ ਕਹਿ ਸਕਦੇ ਨੇ ਔਰ ਕਹਿ ਰਹੇ ਨੇ ਕਿ ਜਿਹੜੀਆਂ ਮੇਰੇ ਹਾਰ ਦਾ ਬੰਦਾ ਜਾਂ ਕੋਈ ਵੀ ਮੁਸਲਮਾਨ, ਸਹੀ ਜਿਹੜਾ ਮੁਸਲਮਾਨ ਹੈ, ਪੜ੍ਹਿਆ ਲਿਖਿਆ, ਉਹ ਅੱਗੋਂ ਜਵਾਬ ਨਹੀਂ ਦੇ ਸਕਦਾ। ਕਿਉਂ? ਜਿਸ ਤਰ੍ਹਾਂ ਇਹ ਮਿਰਜ਼ਾਈ ਜ਼ਬਾਨ ਨਾਲ ਡਰਾਮਾ ਕਰਦੇ ਨੇ ਨਾ, ਕਹਿੰਦੇ ਨੇ ਅਸੀਂ ਨਬੀ ਪਾਕ ਨੂੰ ਜਵਾਬ 'ਚ ਗਾਲ ਨਹੀਂ ਕੱਢ ਸਕਦੇ। ਇਹ ਤਾਂ ਡਰਾਮਾ ਕਰਦੇ ਨੇ ਤੇ ਸਾਡੇ ਤੇ ਹਕੀਕਤਨ ਹੱਥ ਵੱਜੇ ਨੇ। ਅਸੀਂ ਤੇ ਕਤਨ ਸੋਚ ਵੀ ਨਹੀਂ ਸਕਦੇ ਹੈ। ਲੇਕਿਨ ਕੋਈ ਲੋਕ ਜਿਹੜੇ ਇਹੋ ਜਿਹੀਆਂ ਚੀਜ਼ਾਂ ਨੂੰ, ਜਾਂ ਵੱਲਾ ਆਲਮ ਉਹਨਾਂ ਦੇ ਈਮਾਨ ਦੀ ਕੀ ਕੈਫੀਅਤ ਹੈ ਜਾਂ ਉਹਨਾਂ ਦੀ ਤਾਲੀਮ ਦੀ ਕੀ ਕੈਫੀਅਤ ਹੈ, ਲੇਕਿਨ ਉਹ ਇਹ ਆਨਿਆਂ ਦੇ ਬਹਾਨੇ ਨਾਲ ਅਗਰ ਯਸੂਲ ਮਸੀਹ ਦੀ ਤੋਹੀਨ ਕਰਦੇ ਨੇ, ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਮਝਾਉਣ ਦੀ ਜੋ ਸਾਡੇ ਕੋਲ ਮੁਮਕਿਨ ਹੈ, ਜਿਹੜਾ ਸਾਡੇ ਇਖਤਿਆਰ 'ਚ। ਤੁਸੀਂ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜਿਹੜੇ, ਦੇਖੋ ਇੱਥੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਵੀ ਇੰਝ ਹੀ ਕੇਸ ਹੋ ਗਿਆ ਸੀ ਤੇ ਕਈ ਮਹੀਨਿਆਂ ਤੱਕ ਉਹ ਸਿਲਸਿਲਾ ਜਾਰੀ ਰਿਹਾ। ਲੇਕਿਨ ਉਹਦੇ ਬਾਅਦ ਉਹ ਆਮਨੇ ਨੇ ਮੱਛਲੀ ਜਿਹੜੀ ਉਹ ਪੱਤਰ ਚੱਟ ਕੇ ਹੀ ਵਾਪਸ ਆਉਂਦੀ ਹੈ। ਉਹਦੇ ਬਾਅਦ ਮੁਸਲਮਾਨਾਂ ਨੂੰ ਵੀ ਕੰਨ ਹੋ ਗਏ ਤੇ ਉਹਨਾਂ ਨੂੰ ਵੀ ਕੰਨ, ਉਹ ਵੀ ਰੋਂਦੇ ਸਨ। ਸਿੱਖਾਂ ਦੇ ਮੁੰਡੇ ਵੀ ਸਾਡੇ ਗਿਆ ਕੇ ਰੋਂਦੇ ਸਨ, ਸਾਡੇ ਗੁਰੂਆਂ ਦੀ ਤੋਹੀਨ ਹੋ ਗਈ, ਇਹਨਾਂ ਨੇ ਮੁਸਲਮਾਨਾਂ ਨੇ ਇੰਝ ਕਰਤਾ, ਉਹ ਕਰਤਾ। ਅਸੀਂ ਖੁਦ ਕਈਆਂ ਮੁਸਲਮਾਨਾਂ ਕੋਲ ਮੈਂ ਗਾਲਾਂ ਖਾਧੀਆਂ, ਉਹਨਾਂ ਵਾਸਤੇ, ਉਹਨਾਂ ਸਿੱਖਾਂ ਵਾਸਤੇ। ਲੇਕਿਨ ਉਹਦੇ ਬਾਅਦ ਐਂਡ ਤੇ ਇਹ ਪਤਾ ਲੱਗਾ ਕਿ ਇਹ ਮਾਈਕ ਤੁਹਾਡੇ ਕੋਲ ਵੀ ਹੈ ਤੇ ਮੇਰੇ ਕੋਲ ਵੀ ਹੈ। ਤੁਸੀਂ ਮੇਰੇ ਨਬੀ ਨੂੰ ਗਾਲ ਕੱਢੋਗੇ, ਮੈਂ ਤੁਹਾਡੇ ਗੁਰੂ ਨੂੰ ਗਾਲ ਕੱਢਾਂਗਾ, ਤੇ ਤੁਸੀਂ ਆਪਣਾ ਖੂਨ ਸਾੜੋਗੇ, ਮੇਰਾ ਆਪਣਾ ਖੂਨ ਸੜੇਗਾ। ਇਹਦਾ ਨਤੀਜਾ ਕੁਝ ਵੀ ਨਹੀਂ ਹੈ। ਇਹ ਕਾਬਲੇ ਮੁਜ਼ੰਮਤ ਹੈ ਔਰ ਇਹਨੂੰ ਰੋਕਣਾ ਚਾਹੀਦਾ, ਨਾ ਕਿ ਇਹਦੇ ਵਿੱਚ ਤੇਲ ਪਾਣਾ ਚਾਹੀਦਾ, ਨਾ ਕਿ ਇਹਦਾ ਹਿੱਸਾ ਬਣਨਾ ਚਾਹੀਦਾ। ਲਿਹਾਜ਼ਾ ਇਸ ਤੋਂ ਪਹਿਲੇ ਕਿ ਅਸੀਂ ਉਸ ਮੱਛੀਹਾਰ, ਉਹ ਦੀਵਾਰ ਤੱਕ ਜਾ ਕੇ ਮੱਛੀਹਾਰ ਉਹਨੂੰ ਪੱਥਰ ਨੂੰ ਚੱਟ ਕੇ ਪਿਛਾਂ ਆਈਏ, ਅਸੀਂ ਇਬਤਦਾ ਵਿੱਚ ਇਹਨੂੰ ਰੋਕੀਏ। ਤੇ ਜਿਹੜਾ ਬੰਦਾ ਇਹੋ ਜਿਹੀ ਕੋਈ ਗੱਲ ਕਰਦਾ ਹੈ ਉਹਨੂੰ ਵੀ ਰੋਕੀਏ ਕਿ ਯਾਰ ਇਹ ਕੰਮ ਚੰਗਾ ਨਹੀਂ। ਜੇ ਉਹ ਸਾਡੇ ਕੋਲ ਨਹੀਂ ਰੁਕਦਾ, ਕਮ ਸੇ ਕਮ ਉਹਦੇ ਕੋਲ ਪਿੱਛੇ ਹਟ ਜਾਈਏ। ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਨਾ, ਵਾਅਦਾ ਵੀ ਕਰਨਾ ਕਿ ਜਿਹੜਾ ਬੰਦਾ ਇਹੋ ਜਿਹਾ ਮੈਨੂੰ ਨਜ਼ਰ ਆਵੇਗਾ, ਮੈਂ ਉਹਨੂੰ ਮਜ਼ੀਦ ਸਮਝਾਵਾਂਗਾ। ਥੋੜਾ ਟਾਈਮ ਹੋਵੇ, ਜੇ ਉਹ ਮੈਨੂੰ ਪਤਾ ਲੱਗਾ ਕਿ ਨਹੀਂ ਸਮਝਦਾ ਪਿਆ, ਤੁਸੀਂ ਮੈਨੂੰ ਉਹਦੇ ਪ੍ਰੂਫ ਦਿਓ, ਵੀਡੀਓ ਟੋਰੋ। ਮੇਰਾ WhatsApp ਨੰਬਰ ਲਓ। ਤੁਸੀਂ ਬਾਰ-ਬਾਰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਟੋਰੀਆਂ ਨੇ, ਲੇਕਿਨ ਤੁਸੀਂ ਵੀਡੀਓ ਜਿਹੜੀਆਂ ਟਿਕਟੌਕ ਤੇ ਟੋਰਦੇ ਹੋ ਨਾ, ਉਹ ਮੈਂ ਸ਼ਾਇਦ ਮੇਰੇ ਤੱਕ ਨਹੀਂ ਪਹੁੰਚਦੀਆਂ ਹਨ। ਮੈਂ ਨਹੀਂ ਦੇਖੀ ਕੋਈ ਐਸੀ ਵੀਡੀਓ। ਲੇਕਿਨ ਤੁਹਾਡੇ ਇਨਬਾਕਸ 'ਚ ਨੇ, ਟਿਕਟੌਕ ਦੇ ਇਨਬਾਕਸ 'ਚ। ਠੀਕ ਹੈ, ਮੈਂ ਚੈੱਕ ਕਰ ਲਾਂਗਾ ਇਨਸ਼ਾਅੱਲਾ। ਲੇਕਿਨ ਅਗਰ ਤੁਸੀਂ ਇਹੋ ਜਿਹਾ ਕੋਈ ਬੰਦਾ ਦੇਖਦੇ ਹੋ ਨਾ ਮੁਸਲਮਾਨਾਂ ਦਾ, ਤੁਸੀਂ ਉਹ ਦੇਖਦੇ ਹੋ ਕਿ ਉਹ ਬੰਦਾ ਮੇਰੇ ਤਲਕ ਵਾਲਾ ਹੈ ਜਾਂ ਮੇਰੇ ਕੋਲ ਆ ਕੇ ਬਹਿੰਦਾ ਹੈ ਜਾਂ ਮੈਂ ਉਹਦੇ ਕੋਲ ਜਾ ਕੇ ਬਰਾੜ ਤੇ ਬਹਿਣਾ ਵਾ, ਤੁਸੀਂ ਉਹਦੇ ਬਾਰੇ ਮੈਨੂੰ ਦੱਸੋ। ਮੈਂ ਆਪਣੀ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗਾ, ਜਾਂ ਮੈਂ ਉਹਨੂੰ ਕਾਇਲ ਕਰ ਲਾਂਗਾ ਜਾਂ ਮੈਂ ਉਹਦੇ ਪਿੱਛੇ ਹਟ ਜਾਵਾਂਗਾ। ਲੇਕਿਨ ਜ਼ਾਹਿਰ ਹੈ ਕਿ ਇੱਕ ਦੋ ਵਾਰੀ, ਚਾਰ ਵਾਰੀ, ਹਫਤਾ, ਮਹੀਨਾ ਵੀ ਲੱਗ ਸਕਦਾ ਹੈ ਉਹਨੂੰ ਕਨਵਿੰਸ ਕਰਨ ਤੇ, ਉਹਨੂੰ ਸਮਝਾਉਣ ਤੇ ਕਿ ਭਈ ਇਹ ਕੰਮ ਜਿਹੜਾ ਇਹਦਾ ਸਾਨੂੰ ਨੁਕਸਾਨ ਹੈ, ਫਾਇਦਾ ਨਹੀਂ, ਤੇ ਦੋਵਾਂ ਵੱਲਾਂ ਨੂੰ ਨੁਕਸਾਨ ਹੈ। ਇਹ ਅਸੀਂ ਇਹਦੇ ਮੁਤਮਲ ਨਹੀਂ ਹੋ ਸਕਦੇ। ਨਾ ਅਸੀਂ, ਨਾ ਸਾਡਾ ਮੁਆਸ਼ਰਾ, ਨਾ ਸਾਡੀ ਕੌਮ, ਨਾ ਸਾਡਾ ਦੀਨ, ਨਾ ਸਾਡੀ ਗੈਰਤ, ਨਾ ਸਾਡਾ ਇਨਸਾਨੀ ਤੌਰ ਤੇ ਕਿਸੇ ਲਿਹਾਜ਼ ਨਾਲ ਵੀ ਅਸੀਂ ਇਹਦੇ ਮੁਤਮਲ ਨਹੀਂ ਹਾਂ। ਤੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਆਰਗੂਮੈਂਟਸ ਦੇ ਸਕਨੇ ਆ ਦਿਆਂਗੇ। ਜਦੋਂ ਅਸੀਂ ਸਮਝਿਆ ਕਿ ਭਈ ਇਹ ਬੰਦੇ ਜਿਹੜੇ ਨੇ ਕਿਸੇ ਨਸੀਹਤ ਨੂੰ ਨਹੀਂ ਮੰਨਦੇ, ਅਸੀਂ ਉਹਨਾਂ ਤੋਂ ਕਿਨਾਰਾ ਕਰ ਲਾਂਗੇ ਇਨਸ਼ਾਅੱਲਾ। ਲੇਕਿਨ ਤੁਸੀਂ ਟਾਈਮ ਦਿਓ ਤੇ ਤੁਸੀਂ ਆਪ ਵੀ ਕੋਸ਼ਿਸ਼ ਕਰੋ ਕਿ ਤੁਸੀਂ ਵੀ ਇਹਨਾਂ ਬੰਦਿਆਂ ਨਾਲ, ਜਿਹੜੇ ਬੰਦੇ ਇਹੋ ਜਿਹੇ ਬਰਾਡਾਂ ਲਾਉਂਦੇ ਨੇ, ਉਹਨਾਂ ਦੇ ਨਾਲ ਜਾ ਕੇ ਨਾ ਬਵੋ। ਔਰ ਉਹਨਾਂ ਦੇ ਕੋਲੋਂ ਇਹ ਜੇ ਉਹ ਕਰਦੇ ਹੋਣ, ਤੁਸੀਂ ਉਹਨਾਂ ਤੋਂ ਕਮ ਸੇ ਕਮ ਪਿੱਛੇ ਹਟ ਜਾਓ ਜਾਂ ਉਹਨਾਂ ਨੂੰ ਰੋਕੋ। ਜੇ ਰੋਕ ਨਹੀਂ ਸਕਦੇ, ਤੁਸੀਂ ਉੱਥੇ ਮੌਜੂਦ ਨਾ ਹੋ, ਤਾਂ ਕਿ ਸਾਨੂੰ ਵੀ ਕੋਈ ਮੁਸਲਮਾਨ ਤੁਹਾਡੇ ਬਾਰੇ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਾ ਦੇਵੇ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਕਹਿਣ ਲੱਗੇ ਹੋ ਤੇ ਉੱਥੇ ਬਹਿ ਕੇ ਆ ਮੁਨਾਫਕਤ ਕਰਨ ਲੱਗੇ ਨੇ, ਇੰਜ ਉਹ ਦਿਸ ਐਂਡ ਦੈਟ। ਸਾਰੇ ਰਲ ਕੇ ਇਹਨੂੰ ਰੋਕਣ, ਤਾਂ ਹੀ ਕੰਮ ਹੋਵੇਗਾ। मेरे भाई देखें, मैं एक दफा फिर से ये दावे से कह रहा हूँ कि मेरी रिकॉर्डिंग लेके आए, जो भी इल्जाम लगाने वाले हैं, बहतान लगाने वाले हैं, वो मेरी रिकॉर्डिंग ला के दिखाएं, मुझे सरेआम नंगा करें, जलील करें, रुसवा करें, मेरे रस्से में गला डाल दें,
सबको नहीं, बोले। गले च रस्सा डाल दे। रस्से में गला खुदा डाल। का दान दे। कोई झूठा बहतान लगाएगा, वो बहतान ही है, वो बहतान है, सिर्फ और सिर्फ अपने दिल को तसल्ली करने के लिए, अपना जवाब बनाने के लिए। और दे नो वेरी वेल, क्योंकि ये 3 साल मुसलसल उकसाया है। अगर मैं उधर का हिस्सेदार बनता हूं तो फिर बाहर भी कहीं कुछ ना कुछ बोलना ही होगा। वो किधर है? Where did I say? अच्छा लेकिन नून उसके भाई, बरअक्स चलो हमेशा ही गल्ला अपने काफी हो गई मुसलमान। ना। जी अब जी वो तो ना मेरी रिक्वेस्ट है, ये अनिल भाई कोलों भी, ਟੇਬਲ अनिल ਟਾਕ ਤੇ भाई ਗੱਲ ਜਿਸ नहीं, नहीं, ਤਰ੍ਹਾਂ मैं ਸਿੱਖਾਂ ਦੇ खैर ਨਾਲ मकदम- ਮਾਮਲਾ ਚੱਲਿਆ ਸੀ मैं खैर ਅਨਿਲ ਮਕਦਮ ਭਾਈ ਨਾਲ ਸਾਰੇ ਇੱਕ ਬਹਿ ਕੇ ਮਿੰਟ ਉਹਦਾ ਆਸਿਫ ਭਾਈ ਫੈਸਲਾ ਸਿਰਫ ਕਰ ਇੱਕ ਲਿਆ। ਮਿੰਟ ਯਾਰ, ਹੋਸਟ ਦੀ ਵੀ ਸੁਣ ਲਓ। ਜੀ, ਜੀ। ਆਪਣਾ ਅਨਿਲ ਭਾਈ ਤੇ ਨੂਨ ਭਾਈ, ਸਿਰਫ ਰਿਕੁਐਸਟ ਹੈ ਵੇ ਕਿ ਤੁਸੀਂ ਅਨਿਲ ਭਾਈ ਵੱਡੇ ਭਰਾ ਨੇ ਤੇ ਸੀਨੀਅਰ ਵੀ ਨੇ ਤੇ ਬਹੁਤ ਪੁਰਾਣੇ ਰਿਸ਼ਤੇ ਵੀ ਸਾਡੇ ਇਹਨਾਂ ਦੇ ਨਾਲ ਲੱਗਦੇ ਨੇ ਨਾ, ਦੂਰ ਕਰੀਬੋਂ। ਤੇ ਅਨਿਲ ਭਾਈ, ਮਰਜ਼ਈਆਂ ਦੇ ਨਾਲ ਬਹਿ ਕੇ ਤੇ ਇਤਜਾਜ ਕਰਨ ਦਾ ਮੇਰੇ ਖਿਆਲ ਦੇ ਨਾਲ ਕੋਈ ਤਰੀਕਾ ਨਹੀਂ ਹੈ। ਸਾਹਮਣੇ ਭਾਵਨੇ ਨਾ ਮੁਸਲਮਾਨਾਂ ਨੂੰ ਜਿਹੜੇ ਕਰਦੇ ਨੇ ਬਗੈਰ ਦੀ ਲਾਲ ਛਿੱਤਰ ਲੱਭੋ ਤੇ ਮਾਰ ਇਹਨਾਂ ਨੂੰ ਦੋਹਰਿਆਂ ਕਰੋ। ਇੱਥੇ ਅਸੀਂ ਪੈਗੰਬਰ ਇਸਲਾਮ ਦਾ ਕਿਹਾ ਹੈ ਕਿ ਅਸੀਂ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਕਰਾਂਗੇ। ਬਾਕੀ ਕੋਈ ਕਾਸਮ ਨਾਨੋਤ ਵੀ ਹੋਏ, ਅਸ਼ਰਫ ਅਲੀ ਖਾਨ ਵੀ ਹੋਏ, ਭਾਵੇਂ ਅੰਮ੍ਰਿਤਸਰੀ ਸਾਹਿਬ ਹੋਣ, ਕੋਈ ਅਗਰ ਕਿਤੇ ਕੋਈ ਨਜ਼ਰ ਆਂਦਾ ਹੈ ਤੇ ਛੱਡੋ ਕਿਸੇ ਨੂੰ ਵੀ ਕੋਈ ਨਾ। ਇਹ ਤੇ ਸਾਡਾ ਸਟਾਂਸ ਹੈ। ਅਸੀਂ ਗੱਲ ਨਹੀਂ ਕਰਨੀ ਗੱਲ ਕਰਦੇ ਜੋਜ਼ਫ ਭਾਈ, ਉਹ ਸਾਡੇ ਕੱਢੇ ਯਿਸੂ ਮਸੀਹ ਨੂੰ ਗੱਲ ਆ। ਸਾਡਾ ਇਹ ਮੌਕਾ ਹੈ। ਜੋਜ਼ਫ ਭਾਈ, ਨੂਨ ਭਾਈ ਹੋ ਜਾ ਯਾਰ, ਗੱਲ ਕਰਨ ਦਵੋ। ਗੱਲ ਕਰੇ ਤੇ ਨੂਨ ਭਾਈ, ਫੜ ਗੱਲ ਕੇ ਸੁਣ ਕਰ ਲਓ, ਲਓ, ਗੱਲ ਸੁਣ ਕੋਈ ਲਓ। ਮਸਲਾ ਨਹੀਂ ਹੈ। ਸਾਹਮਣੇ ਭਾਗ ਕੇ ਸਲੀਲ ਕਰੋ ਉਹਨੂੰ, ਕੋਈ ਕੁਝ ਨਹੀਂ ਕਹੇਗਾ। ਤੇ ਮਰਜ਼ਈਆਂ ਦੇ ਨਾਲ ਬਹਿ ਕੇ ਨੂਨ ਭਾਈ, ਇਹ ਮੈਨੂੰ ਤੇ ਨਹੀਂ ਜਵਾਰਾ ਖਾਂਦਾ। ਤੁਸੀਂ ਅਗਰ ਕਰਦੇ ਹੋ ਤੇ ਤੁਹਾਡੀ ਮਰਜ਼ੀ ਹੈ, ਮੈਨੂੰ ਨਹੀਂ ਜਵਾਰਾ ਖਾਂਦਾ ਹੈ, ਮੈਂ ਤੁਹਾਨੂੰ ਸਹੀ ਦੱਸਾਂ ਤੇ। ਬਾਕੀ ਅਸੀਂ ਸਾਡਾ ਸਿਰਫ ਤੇ ਸਿਰਫ ਸਟਾਂਸ ਪੈਗੰਬਰ ਇਸਲਾਮ ਤੱਕ ਹੈ ਜਾਂ ਉਹਨਾਂ ਦੇ ਘਰ ਵਾਲਿਆਂ ਤੱਕ ਹੈ। ਉਸ ਤੋਂ ਬਾਅਦ ਅਗਰ ਕੋਈ ਮੁਸਲਮਾਨ ਸਾਨੂੰ ਆ ਕੇ ਕਵੇ ਨਾ ਕਿ ਜੀ ਇਹਨਾਂ ਨੇ ਫਲਾਣੇ ਸਾਡੇ ਬਜ਼ੁਰਗ ਦੀ, ਕੋਈ ਭਾਬੀਆਂ ਦੇ ਬਜ਼ੁਰਗ ਦੀ ਕਿਸੇ ਨੇ ਕੋਈ ਤੋਹੀਨ ਕਰਦੀ, ਬਰੇਲਵੀਆਂ ਦੇ ਬਜ਼ੁਰਗ ਦੀ ਕੋਈ ਤੋਹੀਨ ਕਰ ਦਿੱਤੀ, ਜਾਂ ਕੋਈ ਦਿਓਬੰਦੀਆਂ ਦੇ ਬਜ਼ੁਰਗ ਦੀ ਕੋਈ ਤੋਹੀਨ ਕਰ ਦਿੱਤੀ, ਜਾਂ ਕਿਸੇ ਸ਼ੀਆ ਜ਼ਾਕਰ ਦੀ ਕੋਈ ਤੋਹੀਨ ਕਰ ਦਿੱਤੀ, ਤੇ ਹੋ ਸਕਦਾ ਹੋਰ ਕੀਤੀ ਜਾਵੇ। ਜੋਜ਼ਫ ਭਾਈ ਨੂਨ ਭਾਈ ਤੇ ਥੱਲੇ ਨਾਸਰੀ ਭਾਈ ਬੈਠੇ ਦੇ ਨੇ, ਇਹ ਦੋਵੇਂ ਗਵਾਹ ਨੇ। ਇਹ ਜਾ ਕੇ ਤਰਲੇ ਮਿੰਤਾ ਕਰਦੇ ਰਹੇ ਨੇ ਕਿ ਅਨੀਲ ਨੂੰ ਬਰਾੜ ਤੇ ਚੁੱਕ ਲਓ। ਇਹਨਾਂ ਨੇ ਮੈਨੂੰ ਬਰਾੜ ਤੇ ਨਹੀਂ ਚੁੱਕਿਆ। ਉਹਨੇ ਕਹਿੰਦੀ ਜੀ ਇਹ ਗੁਸਤਾਖੀ ਕਰਦਾ ਮਿਰਜ਼ਾ ਸਾਹਿਬ ਦੀ, ਤੇ ਅਸੀਂ ਇਹਨੂੰ ਨਹੀਂ ਚੁੱਕਾਂਗੇ। ਅੱਜ ਸਿਰਫ ਉੱਤੇ ਆਮਿਰ ਹੱਕ ਦੇ ਬਾਰੇ ਚ ਗੱਲ ਹੋ ਰਹੀ ਸੀ, ਔਰ ਉੱਥੇ ਜਾ ਕੇ ਸਿਰਫ ਇਹੀ ਕੀਤਾ ਕਿ ਜੇ ਆਮਿਰ ਹੱਕ ਨੂੰ ਅਗਰ ਮਾਫੀ ਮਿਲ ਸਕਦੀ ਹੈ, ਕਿਸ ਕਾਨੂੰਨ ਦੇ ਤਹਿਤ ਮਿਲੀ ਹੈ, ਤੇ ਬਾਕੀਆਂ ਨੂੰ ਕਿਉਂ ਮਾਫੀ ਦੀ ਗੁੰਜਾਇਸ਼ ਨਹੀਂ? क्या अल्लाह ताला ने तौबा के रास्ते सिर्फ मुसलमान से खोले? इस तो अलावा से कोई गल नहीं की। सानू तो मरज़ई, तुहानू भी पता है कि मरज़ई मैनू बहुत अच्छी तरह जानते हैं। मरज़ई एक मिनट मेरी गल खत्म हो दो नजम साहब, एक मिनट मेरी गल खत्म हो दो। दूसरी गल, थल्ले बहुत सारे भाइयों ने एडम सीकर के बारे च गल की। भाजी एडम सीकर मसीह भाई है, किहड़े मकतबा फिक्र तो है सानू नहीं पता। मेरे को कदी अगर मेरा कोई सबूत दे दो मैनू या जोसफ नूं, तुसीं एडम सीकर दे नाल बैठिया वेख्या होए ते बा खुदा जो तुसीं सानू तजवीज़ करोगे सज़ा साडे वास्ते काबिल कबूल है। और एक बंदा अपने अलग वक्त, जिस तरह तुहाडे पासे फिरके ने, ठीक है, उस तरह साडे पासे भी फिरके ने। वो किहड़े मकतबा फिक्र ने मैनू इस गल दा कोई नहीं पता। अगर तुसीं कदी मैनू या जोसफ भाई नूं या नासरी भाई नूं किसी साडे चों वेख्या होए को बैठिया किसी एडम सीकर दे नाल, ते ओहदा सबूत दवो, ठीक है, तो असी जवाब दें फिर ਉਹਦੇ। ਅਸੀਂ ਤਾਂ ਸਾਨੂੰ ਤਾਂ ਆਪੇ ਵੀ ਨਾ ਚੁੱਕਦੇ। ਅਸੀਂ ਸਮਝਾਉਣ ਦੀ ਬੜੀ ਕੋਸ਼ਿਸ਼ ਉਹਨਾਂ ਨੂੰ ਕੀਤੀ ਹੈ। ਉਹ ਆਈਐਮ ਇਸਰਾਈਲ ਵਾਲੇ ਵੀ ਜਿਹੜੇ ਨੇ, ਉਹਨਾਂ ਨੂੰ ਅਸੀਂ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਸਮਝਾਉਣ ਦੇ ਬਾਵਜੂਦ ਇੱਕ ਬੰਦਾ ਨਹੀਂ ਮੁੜਦਾ ਤਾਂ ਹੁਣ ਦੱਸੋ ਤਾਂ ਕੀ ਕਰੀਏ? ਤੁਸੀਂ ਉਹ ਇਲਾਜ ਦੱਸ ਦਿਓ ਤੇ ਫਿਰ ਉਹ ਚਲੋ। ਫਿਰ ਇਹ ਕਹਿਣਗੇ ਨਾ ਮੁਸਲਮਾਨ, ਇਹ ਕਹਿਣਗੇ ਕਿ ਬਈ ਅਸੀਂ ਸਮਝਾਇਆ ਉਹ ਨਹੀਂ ਮੁੜਦੇ, ਹੁਣ ਅਸੀਂ ਕੀ ਕਰੀਏ? ਹਾਂਜੀ, ਬਸ ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਤੁਸੀਂ ਆਮਿਰ ਹੱਕ ਨੂੰ ਨਹੀਂ ਸਮਝਾ ਸਕਦੇ, ਉਹਦੇ ਨਾਲ ਬਰਾਤ ਦਾ ਐਲਾਨ ਕਰੋ। ਮੈਂ ਬਰਾਤ ਦਾ, ਇਸ ਤੋਂ ਵੱਧ ਕੇ ਬਰਾਤ ਕੀ ਹੈ? ਮੈਂ ਆਈਐਮ ਇਸਰਾਈਲ ਵਾਲਿਆਂ ਤੋਂ ਵੀ ਤੇ ਐਡਮ ਸੀਕਰ ਭਾਈ ਜੋ ਵੀ ਨੇ, ਸਾਨੂੰ ਨਹੀਂ ਪਤਾ ਕੌਣ ਨੇ, ਸਾਨੂੰ ਤਾਂ ਆਪਣੀ ਬਰਾਤਾਂ ਤੇ ਚੁੱਕਦੇ ਵੀ ਨਹੀਂ ਨੇ। ਤੇ ਇਹ ਤੋਂ ਨਜ਼ਰ ਆ ਲਓ ਕਿ ਇਹ ਤੋਂ ਬਰਾਤ ਦਾ ਐਲਾਨ, ਤੁਸੀਂ ਵੀ ਬਰਾਤ ਦਾ ਐਲਾਨ ਕਰੋ। ਫਿਰ ਅਸੀਂ ਤਾਂ ਨਹੀਂ, ਤਾਂ ਅਮਰ ਰੱਖਦਾ ਨਹੀਂ ਹੈ। ਫਿਰ ਤੁਸੀਂ ਗਿਲਾ ਨਹੀਂ ਕਰ ਸਕਦੇ ਕਿ ਤੁਸੀਂ ਗੁਸਤਾਖੀ ਕੀਤੀ ਤੇ ਤੁਸੀਂ ਇਹ ਕੀਤਾ ਤਾਂ ਫਿਰ ਤੁਸੀਂ ਉਹ ਕੀਤਾ। साहब बिशप साहब एक सच की बात करनी चाहिए, झूठ नहीं ਗੱਲ बोलना ਕਰ ਲੈ। चाहिए। ਕਾਫੀ ਦੇਰ ਤੋਂ ਬੋਲਦਾ ਜੇ ਪਿਆ ਤੇ ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਕਰੋ ਜੀ ਨਜਬ ਸਾਹਿਬ, ਗੱਲ ਕਰੋ। ਮੈਂ ਤੇ ਭੱਟੀ ਸਾਹਿਬ ਇੰਨਾ ਹੀ ਕਵਾਂਗਾ ਕਿ ਜਿਹਨੂੰ ਆਪਣੇ ਮਤਲਬ ਜਿਹਨੂੰ ਖੁਦਾਵੰਦ ਯਿਸੂ ਮਸੀਹ ਤੁਸੀਂ ਕਹਿ ਕੇ ਪੁਕਾਰਦੇ ਹੋ, ਜਿਨ੍ਹਾਂ ਨੂੰ, ਜੇ ਤੁਹਾਨੂੰ ਉਹਨਾਂ ਦੀ ਇੱਜ਼ਤ ਦਾ ਖਿਆਲ ਨਹੀਂ ਹੈ ਤਾਂ ਤੁਸੀਂ ਬੇਸ਼ੱਕ ਜਾ ਕੇ ਉੱਥੇ ਬਹਿਵੋ। ਉੱਥੇ ਜਾ ਕੇ ਜਿਸ ਤਰ੍ਹਾਂ ਤੁਸੀਂ, ਜੇ ਦੁਸ਼ਮਣ ਦੇ, ਜੇ ਸਾਡੀ ਉਹਨਾਂ ਨਾਲ ਦੁਸ਼ਮਣੀ ਹੈ ਤਾਂ ਸਾਡੇ ਨਾਲ ਵੱਧ ਕੇ ਦੁਸ਼ਮਣੀ ਤੁਹਾਡੀ ਹੋਣੀ ਚਾਹੀਦੀ। ਜਿਨ੍ਹਾਂ ਨੂੰ ਡਾਇਰੈਕਟ ਗਾਲਾਂ ਪਈਆਂ ਨੇ, ਤੁਹਾਡਾ ਹੱਕ ਬਣਦਾ ਜਨਾਬ, ਫਿਰ ਤੁਸੀਂ ਜਾ ਕੇ ਬਹਵੋ।
ਔਰ ਜਾ ਕੇ ਮਰਜ਼ਈਆਂ ਦੀ ਸਾਡੀ ਗੱਲ ਡਿਸਕਸ ਕਰਦੇ ਹੋ? ਕਰੋ। ਜੀ ਮਰਜ਼ਈਆਂ ਦੀ ਗੱਲ ਕਰ ਹਾਂ ਜੀ, ਥੋੜੀ ਜੀ। ਕਹੋ ਨਾ। ਹਾਂ ਇਹ ਗੱਲ ਕਰੋ। ਹਾਂ ਮਰਜ਼ਈਆਂ ਦੇ ਨਾਲ ਬਵੋ ਜਨਾਬ, ਕੋਈ ਇਸ਼ੂ ਵਾਲੀ ਗੱਲ ਨਹੀਂ ਸਾਨੂੰ। ਮੈਨੂੰ ਤਾਂ ਕੋਈ, ਅਗਰ ਜੇ ਮੈਂ ਆਪਣੀ ਜ਼ਾਤ ਦੀ ਹੱਦ ਤੱਕ ਗੱਲ ਕਰਾਂ ਤਾਂ ਮੈਨੂੰ ਤਾਂ ਠੀਕ ਹੈ। ਅਗਰ ਤੁਹਾਨੂੰ ਆਪਣੇ ਕਾਲ ਆ ਗਈ ਸੀ, ਮੇਰੀ ਕਾਲ ਆ ਗਈ ਸੀ ਥੱਲੇ ਸ਼ਾਹ ਸਾਹਿਬ ਨੇ ਆਪਣੇ ਜ਼ਾਇਦ ਭਾਈ ਨੇ ਕਾਲਾਂ ਪਾ ਰਹੇ। अच्छा पता नहीं होगा मैं बोला कि सब क्या मैं उनके में थले जावा चला जाता हूँ आप क्या साहब ठीक है। अली नु चाहता हूँ। मैंने अपना ज़हन एक कॉल आई है नहीं थले नहीं से नहीं ओके बैठो इधर मैं आई हैव टू गो नाउ बैठो हाँ, नून मैं कैसे हो accept ठीक ठाक हो ना कर भट्टी लीजिए। साहब कैसे हैं ठीक ठाक हैं आप ठाक शाह साहब नु चलो। ਜ਼ਾਇਦ ਭਾਈ ने मैं एक मिनट लेना वा ऊपर वो ना- ऊपर ला लो वो ने, ऊपर ला लो वो ने। मैं इजाजत चाहता हूँ मैं ठीक है आप बैठे हैं आप नहीं आप thank you। बैठे हम जगह हो गई है बैठे आप चलो ठीक है जी जाहिद भाई ਕੀ ਹਾਲ ਚਾਲ ਹੈ ਠੀਕ ਠਾਕ ਹੋ जॉन भाई सॉरी जोसेफ भाई थले चीज कर दी जफर साहब भी आए ने नहीं, कोई नहीं आया सरे इधर। महफिल झूठा नहीं शाह साहब ने चक लो। हो बिशप साहब एक नहीं, वो मिनट कॉल पाएंगे मैं चुक लूंगा सरे महफिल सरे महफिल किसी को झूठा कोई नहीं कॉल होना नहीं। चाहिए। कोई दिल में ना रखे कि कोई कजी कर गया है, कोई झूठ बोल गया है। इन ये 3-4 दिनों से 25 दिसंबर से पहले से 24 से लेके अब तक बड़ा दिल दुखाया है मेरा मुसलमानों ने। और मेरी लाइव के ऊपर एडम सीकर भाई आए थे, ठीक है, वो भाई है मेरे, हम ईमान हैं, हाँ सख्त बोलते हैं वो, लेकिन दौराने मेरी लाइफ के दौरान किसी ने कोई गुस्ताखी वगैरह नहीं की। एक बंदे ने, हम क्रिसमस की मैंने लाइव लगाई थी, सारे दोस्त आए हुए थे क्रिश्चियंस, और एडम सीकर भाई को आके एक दो बंदे थे, इसमें टिक पुलिस है एक, और एक सैयद अब्बास साहब थे, इन्होंने आके गुफ्तगू की, सरासर इल्मी गुफ्तगू हुई है। मैं झूठ बिल्कुल नहीं बोलूंगा, वो आए थे मेरे पास एंड दैट्स जस्ट फेयर इनफ। क्योंकि जोसेफ भाई मैं जब देखता था कि जिन मुसलमानों का मैं साथ दे रहा हूं उधर क्या हो रहा है, जज्बात सभी के ਦੱਸੋ ਨਾ ਕਿ पास है। ਤੁਸੀਂ ਰਿਟੈਲੀਏਟ ਕੀਤਾ ਹੈ ਨਾ ਤੇ ਉਹਦੇ ਤੇ ਕੀ ਕੋਈ Yes, मेरा of तो course, कोई एतराज बिल्कुल नहीं। रिटेलिएशन है, 100% रिटेलिएशन है, रिटेलिएशन है, ये हुई है। वो आए थे, लेकिन किसी सूरत भी कोई गुस्ताखी का कोई शाइबा भी नहीं था, उधर ना हुई है, क्योंकि हमें आगे छेड़ा गया था। मैंने कहा जी आगे है, अब्बास साहब आप आए हैं तो ठीक है, फिर करें बात, कोई मसला नहीं है। ऑनवर्ड्स अगर कोई आके मुझे छेड़ता है मेरी लाइफ के ऊपर, मैं पहली तो हाथ जोड़ के मैं रिक्वेस्ट करता हूं मुझे ना छेड़ा जाए, मैं नहीं करता हूं, ना कभी की है, और मेरी लाइफ पे आके ना मुझे छेड़ा जाए, अपना अपना काम रखे। आई विल टॉक ऑन द सोशल इश्यूज, नो प्रॉब्लम एट ऑल। लेकिन अगर कोई आके छेड़ता है तो भाई फिर वो छेड़ रहा है, नॉट मी। ਨੂਨ Being ਭਾਈ ਉਹ very ਤਾਂ fair ਮਸਲਾ with ਹੈ you ਕਿ guys. ਮਰਜ਼ਈਆਂ ਦੇ ਨਾਲ ਸੋਸ਼ਲ ਇਸ਼ੂਜ਼ ਦੇ ਉੱਤੇ ਗੱਲ ਕਿਉਂ ਹੋ ਰਹੀ ਹੈ, ਹੁਣ ਵੀ ਤੇ ਗੱਲ ਹੋ ਰਹੀ ਹੈ ਨਾ। ਇਹਦੇ ਤੇ ਮੈਂ ਵੀ ਤੁਹਾਨੂੰ ਇਹ ਕਿਹਾ ਕਿ ਮਰਜ਼ਈਆਂ ਦੇ ਨਾਲ ਐਕਸੈਪਟੇਬਲ ਮੈਨੂੰ ਤੇ ਨਹੀਂ भाई ਜਦੋਂ ਭਾਈ जोसेफ भाई वो पाकिस्तानी है, जहां तक पाकिस्तान यार, होने की हद है कि पाकिस्तानी है। ਠੀਕ ਹੈ ਸਾਡੀ ਜਾਨ ਹਾਜ਼ਰ ਹੈ, ਲੇਕਿਨ ਮਸਾਇਆ ਤੋਂ ਵੱਧ ਕੇ ਤੇ ਨਹੀਂ ਨਾ। ਮੁਸਲਮਾਨਾਂ ਨੂੰ ਪੁੱਛ ਲਓ, ਹਾਂ ਉਹ ਪਾਕਿਸਤਾਨ ਦੇ ਅੰਦਰ ਇਸਲਾਮ ਤੋਂ ਵੱਧ ਕੇ ਇਹਨਾਂ ਨੂੰ बिल्कुल से मुसलमान भी गालियां दे रहे हैं हमारे मसाया को, दे रहे हैं गालियां। ਨੂਨ ਸਾਹਿਬ ਉਹਨਾਂ ਮੁਸਲਮਾਨਾਂ ਦੇ ਖਿਲਾਫ ਅਸੀਂ ਆਪਸ ਵਿੱਚ ਬਹਿ ਕੇ ਲਾਈਵ ਲਾਈਏ ਨਾ, ਉਹਨੇ ਇੰਜ ਲਾ ਲਾਂਗੇ। ਮਰਜ਼ਈਆਂ ਦੇ ਨਾਲ ਜਿਹੜਾ ਨਾ ਉਹ ਥੋੜਾ ਜਿਹਾ ਮਸਲਾ ਖਰਾਬ ਹੈ, ਉਸ ਗੱਲ ਨੂੰ ਸਮਝੋ ਅਗਰ ਬਸ। ਸੇਮ ਗਾਲੀਆਂ ਜਿਹੜੀਆਂ ਮਿਰਜ਼ਾ ਕਾਦੀਆਨੀ ਨੇ ਯਸੂਲ ਮਸੀਹ ਨੂੰ ਕੱਢੀਆਂ ਨੇ, ਅਗਰ ਇੱਥੇ ਕੋਈ ਮੁਸਲਮਾਨ ਉਹ ਗਾਲਾਂ ਕੱਢਦਾ ਹੈ ਤੇ ਕਿਆ ਤੁਸੀਂ ਉਹਦੇ ਖਿਲਾਫ ਉਹਨਾਂ ਮਿਰਜ਼ਾਈਆਂ ਨਾਲ ਰਲ ਕੇ ਤੇ ਬਰਾੜ ਲਾਓਗੇ ਬਈ ਇਹ ਜਿਹੜੇ ਨੇ ਇਹ ਯਸੂਲ ਮਸੀਹ ਨੂੰ? ਉਹ ਤਾਂ ਖੁਦ ਯਸੂਲ ਮਸੀਹ ਨੂੰ ਉਹਨੇ ਜੋ ਕੋਈ ਲਿਖਿਆ, ਮੈਂ ਦੱਸਿਆ ਕਿ ਜ਼ੁਬਾਨ ਨਾਲ ਉਹ ਦੁਹਰਾ ਨਹੀਂ ਸਕਦਾ। ਅੰਜਾਮੇ ਆਤਮ ਪੜ੍ਹ ਲਓ, ਆਪਣੀ ਅੱਖਾਂ ਨਾਲ ਪੜ੍ਹ ਲਓ ਕੀ ਲਿਖਿਆ, ਜੋ ਕੋਈ ਅਲਫਾਜ਼ ਲਿਖੇ ਨੇ। ਬਹਾਨਾ ਲਾਇਆ ਤੁਹਾਡੀਆਂ ਕਿਤਾਬਾਂ ਦਾ ਕਿ ਤੁਹਾਡੀਆਂ ਕਿਤਾਬਾਂ 'ਚ ਲਿਖੀਆਂ ਨੇ। ਤੁਹਾਨੂੰ ਮੈਂ 3-4 ਦਿਨ ਪਹਿਲੇ ਹੁਸੈਨੀ ਸਾਹਿਬ ਦੀ ਬਰਾੜ ਤੇ 2-3 ਗੱਲਾਂ ਪੁੱਛੀਆਂ ਸਨ, ਤੁਸੀਂ ਉਹਨਾਂ ਦੀ ਤਰਦੀਦ ਕੀਤੀ। ਮੈਂ ਅਜੇ ਤੱਕ ਬਾਈਬਲ ਖੋਲ ਕੇ ਵੇਖੀ ਨਹੀਂ, ਮੈਨੂੰ ਨਹੀਂ ਪਤਾ ਉਹਦੇ 'ਚ ਇਹ ਗੱਲਾਂ ਲਿਖੀਆਂ ਨੇ ਕਿ ਨਹੀਂ ਲਿਖੀਆਂ, ਲੇਕਿਨ ਉਹਨਾਂ ਨੇ 2-3-4 ਗੱਲ, 2 ਦੀਆਂ ਤਾਂ ਤੁਸੀਂ ਉਸ ਦਿਨ ਤਰਦੀਦ ਕੀਤੀ ਹੈ ਕਿ ਵੀ ਮਸੀਹ ਅਲੈਹਿ ਸਲਾਮ ਫਿਜ਼ੀਕਲੀ ਕਿਸੇ ਹਰਟ ਨਹੀਂ ਕੀਤਾ, ਜਿਹੜਾ ਉੱਥੇ ਉਹਨੇ ਲਿਖਿਆ ਹੈ ਕਿ ਯਹੂਦੀ ਹੱਥ ਸੇ ਕਸਰ ਨਿਕਾਲ ਲੈਤੇ। ਇੱਕ ਹੋਰ ਮੈਂ ਤੁਹਾਨੂੰ ਗੱਲ ਪੁੱਛੀ ਸੀ ਕਿ ਉਹ ਬਾਦਸ਼ਾਹ ਬਣਨਾ ਚਾਹੁੰਦੇ ਸੀ, ਮਿਰਜ਼ਾ ਕਾਦੀਆਨੀ ਕਹਿੰਦਾ ਉਹਨਾਂ ਨੇ ਉਹ ਬਰਤਨ ਤੇ ਪਾਰਚਤ ਵਗੈਰਾ ਵੇਚ, ਉਹ ਵੀ ਤੁਸੀਂ ਤਰਦੀਦ ਕੀ, ਤੁਸੀਂ ਕਿ ਇਹੋ ਜਿਹੀ ਕੋਈ ਗੱਲ ਵੀ ਨਹੀਂ ਲਿਖੀ ਹੈ। ਬਾਹਰ ਕੈਫ ਉਹ ਤੁਹਾਡੀਆਂ ਕਿਤਾਬਾਂ ਦਾ ਨਾਂ ਲੈ ਕੇ ਉਹਨੇ ਜੋ ਕੁਝ ਲਿਖਿਆ ਹੈ
ਕਿਆ ਤੁਹਾਡੀ ਗੈਰਤ ਇਜਾਜ਼ਤ ਦਿੰਦੀ ਕਿ ਤੁਸੀਂ ਮਰਜ਼ਾਈਆਂ ਨਾਲ ਰਲ ਕੇ ਜਿਹੜੀ ਗੱਲ ਕਰਨੀ ਆਪਣੀ ਬਰਾੜ ਲਾ ਕੇ ਕਰੋ? ਜਿਹੜੇ ਬੰਦੇ ਨੇ ਹਰਟ ਤੁਹਾਨੂੰ ਕੀਤਾ ਹੈ, ਅਗਰ ਤੁਹਾਡੇ ਕੋਲੋਂ ਨਹੀਂ ਬਰਦਾਸ਼ਤ ਹੋ ਰਿਹਾ, ਉਹਨੂੰ ਤੁਸੀਂ ਰਿਟੈਲੀਏਟ ਕਰਨਾ, ਤੁਸੀਂ ਕਰੋ, ਆਪਣੀ ਬਰਾੜ ਤੇ ਬਹਿ ਕੇ ਕਰੋ, ਆਪਣੇ ਕ੍ਰਿਸਚਨਾਂ ਨਾਲ ਰਲ ਕਰੋ, ਇਹਨਾਂ ਜੋਜ਼ਫ ਭਾਈ ਨਾਲ ਰਲ ਕੇ ਕਰੋ। ਲੇਕਿਨ ਜਿਹੜੇ ਮਿਰਜ਼ਾਈ ਨੇ ਜਾਂ ਮਿਰਜ਼ਾ ਕਾਦੀਆਨੀ ਹੈ, ਉਹ ਤੇ ਨਬੀ ਪਾਕ ਦਾ ਵੀ ਦੁਸ਼ਮਣ ਹੈ ਤੇ ਮਸੀਹ ਅਲੈਹਿਸ ਸਲਾਮ ਦਾ ਵੀ ਦੁਸ਼ਮਣ ਹੈ। ਉਹਦੇ ਪੈਰੋਕਾਰਾਂ ਨਾਲ ਰਲ ਕੇ ਤੁਸੀਂ ਕਰਨਾ ਹੈ। ਜੇ ਤੁਸੀਂ ਮਤਲਬ ਹੈ ਕਿ ਪਾਕਿਸਤਾਨੀ ਸਮਝ ਕੇ ਤੇ ਤੁਸੀਂ ਮਸਾਇਆ ਦੀ ਇੱਜ਼ਤ ਤੇ ਕੰਪਰੋਮਾਈਜ਼ ਕਰਨ ਲੱਗੇ ਹੋ, ਇੰਨਾ ਤੁਸੀਂ ਹਟ ਹੋ ਗਏ ਹੋ। आमिर भाई, let me say something. मेरा मौक़िफ़ पहले भी था और अब भी है, और ये मैंने बारहा बार इस बात का इयादा किया है। क्रिश्चियनिटी के पूरे सर्कल से बाहर निकल के अगर यीशु अल मसीह की किसी ने सबसे ज्यादा इज्जत की है, वो दीन इस्लाम है, आपके नबी हैं, आपकी अहादीस की किताबें हैं, कुरान शरीफ है। इससे बढ़ के और मैं क्या कह सकता हूँ? लेकिन नाहंजार हैं आपकी सफों के अंदर, वो बकते हैं। मुझे कहा गया मेरे मुंह के ऊपर कि तुम ईसाइयों में, पहले तो ये ईसाई वर्ड ही जो है ये बिल्कुल ये कानून की हद भी है पाकिस्तान में कि ना बोला जाए, इस पे हद लगती है, पाकिस्तान ये जुर्म है। और सुनिए, उस बंदे ने कहा कि हमारी नजर में तुम और कादियानी दोनों एक बराबर हो ना हो। आगे चलते हुए खत्मे नबूवत का एक मजाहद है, शाहिद भाई के पास बैठने वाला है, उसका नाम है बनी 1 2 3। बनी आया मेरी लाइव पे ऊपर जब पीर साहब गुस्से से बोल रहे थे, नीचे आगे उसने वही अकीदा बयान किया जो बहतान जो मिर्जा साहब ने लगाए हुए थे, वही अकीदा वो नीचे बयान करके गया। बनी को कौन नहीं जानता? इज राइट देयर, साथ में बैठा हुआ है। शूटर की लाइफ के ऊपर उस बंदे ने मुझे उकसाया। मैं जब मुसलमानों के दरमियान में बैठा होता हूँ तब भी बाज नहीं आते हैं आमिर भाई, मैं क्या बताऊं। हजरत मैंने आते ही शुरू में ही कह दिया कि अब इस हकीकत को झुटलाया नहीं जा आमिर भाई एक सकता, मिनट, नूर भाई, आमिर भाई ਜਿਹੜੀ ਗੱਲ ਕਰ ਰਹੇ ਨੇ ਸਹੀ ਕਰ ਰਹੇ ਨੇ, ਗੱਲ ਉਹਨਾਂ ਨੇ ਬਿਲਕੁਲ ਠੀਕ ਕੀਤੀ। ਉਹਨਾਂ ਕਹਿੰਦਾ ਠੀਕ ਹੈ, ਤੁਹਾਡਾ ਹੱਕ ਬਣਦਾ ਹੈ, ਤੁਸੀਂ ਇਤਰਾਜ਼ ਕਰੋ ਅਗਰ ਉਹਨੇ ਕੋਈ ਗਲਤ ਗੱਲ ਕੀਤੀ ਬਸ, ਲੇਕਿਨ ਮਰਜ਼ਈਆਂ ਦੇ ਨਾਲ ਬਹਿ ਕੇ ਬਹਿਣਾ ਸਾਡਾ ਨਹੀਂ ਬਣਦਾ। ਉਹ ਗੱਲ ਜਿਹੜੀ ਸਹੀ ਉਹ ਸਹੀ ਇਹ ਚੀਜ਼ ਜਿਹੜੀ ਹੈ ਮੇਰੇ ਵਾਸਤੇ ਤੇ ਬਿਲਕੁਲ ਵੀ ਅਨੀਲ ਭਾਈ ਐਕਸੈਪਟੇਬਲ ਨਹੀਂ ਹੈ। ਮੈਂ ਇਸ ਚੀਜ਼ ਨੂੰ ਐਗਰੀ ਕਰਨਾ और मैं इस चीज से बिल्कुल मदद भी करना चाहता, मैं इस करता ख्याल। जी जोसेफ साहब, जी शाह साहब करेगा। मैं सिर्फ इजाजत ले लूं। पहली बात तो गलती सिर्फ है हुई कि नवी ब्रॉड सी वो बंदा तुसी हादी, मेनू नहीं पता हादी कौन है। अच्छा, मुसलमानों में नो ब्रॉड शेयर की गई, मैं ब्रॉड ते चला गया, ठीक है ना, मेनू नहीं पता सी वो बजैया दी ब्रॉड सी बरल भी गल कर लें तो जी उन्होंने शाह साहब जहां तक मसीह हजरात हैं, वो इवन पाकिस्तान, उनकी इज्जत, उनका जो है वो जान की हिफाजत, ये हर मुसलमान की जिम्मेदारी, चूँकि वहाँ पर अक्सरियत में है। यहाँ अगर कोई आपसे हमारा इल्मी इख्तलाफ है, नज़रियाती इख्तलाफ है, हम वही अंदाज़ अपनाएंगे जो कुरान मजीद का है। कुरान मजीद ने जो उसलूब अपनाया है ईसा अलैहिस्सलाम की शान और तक़द्दुस कायम रखते हुए वजीहन फ़ि दुनिया वल आखिरा, हमारा आपसे इख्तलाफ है और हम क़तन किसी मुसलमान को जो इजाज़त नहीं देंगे कि वो सैयदना ईसा अलैहिस्सलाम के ख़िलाफ़ जो है वो रद्द करते हुए भी उनके बारे में कोई कमज़ोर बात करे। ये तरीक़ा ही नहीं मुसलमानों का और ना इस्लाम का तरीक़ा है। आपसे हम मुनाजरे भी करेंगे, इख्तलाफ भी करेंगे, लेकिन ईसा अलैहिस्सलाम का वही मेयार जो कुरान मजीद ने बयान किया है वो हम कायम रखेंगे, उसमें कोई कंप्रोमाइज़ नहीं होगा। अगर किसी से कोई सुस्ती हुई है मुनाजराना अंदाज में, तो उससे भी हम रिक्वेस्ट करेंगे कि यह अंदाज़ इस्लामी अंदाज़ नहीं है। जिस तरह नबी अकरम सल्लल्लाहु अलैहि वसल्लम की इज़्ज़त लाजिम है, फ़र्ज़ है, उसी तरह ईसा अलैहिस्सलाम की शान और उनकी इज़्ज़त करना हर मुसलमान के लिए ज़रूरी है। एक तो ये बात होगी। दूसरी बात यह है कि कादियानियों का मामला आपसे टोटली मुख्तलिफ है। आपका हमारा मजहबी इख्तलाफ है, अकायद का इख्तलाफ है, लेकिन कादियानियों का मामला धोखा दही का है। एक बंदा वो ना हो और कहे कि मैं वो हूँ। अब इस पर जितनी आगे तशरीह करती चली जाओ, ये इख्तलाफ सिर्फ मुसलमानों के साथ नहीं है, यही इख्तलाफ आपके साथ है। मुसलमानों के साथ ये इख्तलाफ नहीं है आपका, लेकिन वो बंदा जो अपने आप को कहता है कि मैं वो हूँ लेकिन वो नहीं है, ये है इख्तलाफ हमारे साथ भी और आपके साथ भी। एक तो ये गुजारिश है। बाकी एक आपने मुफ्ती साहब का नाम लिया, मैं इंशाल्लाह उनसे रब्ता भी करूँगा
اور ہاں آپ علمی اختلافات کریں، ایک دوسرے سے دلائل دیں، ابیوزیو لینگویج، گالم گلوچ، اس کی قطعاً اجازت نہیں ہونی چاہیے۔ دونوں طرف سے میں گزارش کروں گا۔ پھر میں عرض کروں گا کہ قادیانیوں کا معاملہ بالکل مختلف، اس کو آپ مسیحیت پر قیاس نہیں کر سکتے۔ تو یہ میری گزارش ہے جناب۔ شاہ صاحب ایک چھوٹی سی عرض یہ بھی ہے، عامر بھائی سن رہے ہیں؟ اگر چھوٹی سی عرض یہ بھی ہے کہ اگر آپ اس پہ قانونی کارروائی ہو تو لازمی کرنی چاہیے، کیونکہ یہ عامر بھائی ضروری نہیں ہے کہ وہ یسوع المسیح کو گالیاں دیں یا کسی بھی یعنی گالیاں دے، اور یہ ان کو حق مل گیا ہے ایز اے مسلمان ہو کہ وہ کسی کو بھی گالیاں دے سکتے ہیں، یہ رائٹ ان کو مل گیا۔ تو اگر ہم قانونی کارروائی کرنا چاہیں تو میں بٹی صاحب آپ کے ساتھ ہوں، ایون کہ میں نے ان کے منہ سے شاہ صاحب آل محمد کے بارے میں بھی بہت ساری بکواسیات بہت سارے لوگوں کے ایون کہ مسلمان تھے۔ اچھا ایک منٹ نجف بھائی گل سنو۔ اچھا شاہ صاحب نے نا ظفر اللہ شاہ صاحب نے، میں ایک عرض کروں گا بالکل آپ قانون پاکستان کے جو قوانین ہیں بالکل ہم اس کے حق میں ہیں اور ان کا وہاں پر معاملہ ہونا چاہیے، اور پاکستان میں جو بے گناہ جیلوں میں ہیں چاہے اس کا تعلق کسی بھی مذہب سے ہو تو اس کا قانون کے مطابق ہو، لیکن ہاں قانون کو مس یوز کیا جاتا ہے۔ دیکھیے اب آپ حضرات ابھی شیعہ حضرات کی بات کر رہے تھے، کیا منہاج القرآن آپ کے سامنے نہیں ہے؟ دن دہاڑے منہوں کے اندر گولیاں نہیں ماری گئی، وہاں ایک جو سسٹم ہے نا اس میں بیرونی طاقتیں بھی ہیں، قوتیں بھی ہیں، پاکستان کے غدار بھی ہیں، ان سب نے پاکستان کو ایک ہماج گاہ بنایا ہوا ہے۔ بطور پاکستانی ہمیں ایک دوسرے کا خیر خواہی کا جذبہ کرنا چاہیے، لیکن اگر کوئی انٹرنیشنل سطح پر، عالمی عدالت میں، عالمی سطح پر قادیانیت ہم سے ڈائیلاگ کرنا چاہے تو ان کا معاملہ، یعنی میں علماء سے بھی کہا کرتا ہوں، مذہبی اختلاف کے باوجود ان کا ہمارا معاملہ مذہبی نہیں ہے، ان کا ہمارا معاملہ دھوکہ اور چیٹنگ کا ہے، فراڈ کا ہے، وہ میں حاضر ہوں کسی جگہ پر بھی، لیکن مسیحیوں کے ساتھ معاملہ اور طرح کا، وہ عقائد کا اختلاف ہے، وہ ہے۔ باقی پاکستان کے اندر بھی جو قوانین موجود ہیں وہ لازمی بات ہے کہ گستاخی کی کسی کو بھی اجازت نہیں، تمام انبیاء کرام کی، صرف یہ نہیں کہ نبی اکرم صلی اللہ علیہ وسلم کی بے ادبی کرے گا۔ اب پاکستان میں نجف صاحب وہ اہل بیت اطہار، صحابہ کرام کا ادب اور احترام، وہاں پر بھی قوانین ہیں اور دونوں طرف شدت پسند ہے، دونوں طرف شدت پسند ہے، اور میرا جہاں پر ہو اچھا جہاں گستاخی ہو رہی ہو میں تمام حضرات سے اعرض عن الجاہلین، گستاخی والی براڈ کو، اگر مسیح آپ دیکھتے ہیں کہ عیسیٰ علیہ السلام کی گستاخی ہو رہی ہے، اس سے آپ بالکل سننا نہ سنیں، جہاں مسلمانوں کے ہاں وہاں گستاخی ہو رہی ہے نبی اکرم صلی اللہ علیہ وسلم کی، ہم اس کا میں تو بلاک بھی کرتا ہوں، بائیک آؤٹ بھی کرتا ہوں۔ ہاں اگر کوئی چاہتا ہے کہ علمی انداز میں، جیسے احمد دیداز صاحب ہیں، دیگر حضرات ہیں، ہوئے ہمارے مناظرے ہوئے، ہم بھی حاضر ہیں، لیکن اگر کوئی بدتمیزی کرے اور کہے کہ جی ہم آپ کوئی بات سنیں بدتمیزی کے ساتھ، تو بدتمیزوں سے بات نہیں ہوتی ہے، ان سے بائیک آؤٹ ہوتا ہے۔ ہم یہاں مسیحیوں کے ساتھ بھی بیٹھتے ہیں، یہاں برطانیہ میں، یہاں پر میں نام بھی بتا سکتا ہوں، یا برمنگھم میں مسیح موجود ہیں، پاکستانی ہیں، ہم اکٹھا جب 14 اگست ہوتی ہے تو ہم اکٹھے ہوتے ہیں۔ اب قائد اعظم کا دن ہوتا ہے تو مجھے ابھی نام بھی آ جائے گا، یہاں برمنگھم میں آپ کے ہوتے ہیں، وہ مسیح یہاں پہ لیڈر ہے، لیڈرشپ ہے ان کی۔ تو بقیہ مسلمانوں کے اندر جیسے احمد نذیر صاحب نے کہا، اگر ہماری طرف سے کوئی زیادتی ہو رہی ہے تو بالکل ہم ان کو سمجھائیں گے، اور آپ اپنی طرف سے، شدت پسندی ہر طرف ہی ہوتی ہے، لیکن پھر بھی کہوں گا کہ قادیانیوں کا معاملہ ٹوٹلی مطلب مختلف ہے، اس کو آپ مذہب پر قیاس ہی نہیں کر سکتے ہیں۔ اب کہیں جی پاکستان میں ہمیں آزادی دی جائے، دیکھیے میں اکثر کہا کرتا ہوں کہ لاہور میں جائیں اگر کوئی رہتا تو بادشاہی مسجد ہے، علامہ اقبال کے مزار کے، آپ وہ بعد میں ہم جائیں گے، پہلے گردوارہ ہے، کئی سالوں سے گردوارہ، آج تک کوئی پتھر بھی گیا ادھر؟ ہم قادیانیوں کی عبادت پر بھی چڑھ دوڑنے کے خلاف ہیں، وہاں پر بھی قتل و غارت کے خلاف ہے، لیکن قانون کے مطابق۔ اب قادیانی کہہ جی ہمیں پاکستان میں آزادی دے، کیا آزادی دیں؟ اصل ایک بندہ ہے وہ کہے جی تمہارا یہ بھی باپ ہے اور یہ بھی باپ ہے، 2 باپ ہیں جی، کیا یہ آزادی ملنی چاہیے؟ تو مقصد یہ ہے کہ قادیانیوں کا معاملہ ٹوٹلی مختلف ہے، جس طرح 2 باپ نہیں ہو سکتے، اسی طرح ہمارے نبی بھی ایک ہی ہیں۔ تو یہ سارے معاملات ہیں، تو میں سیولائزڈ انداز میں میں سن رہا ہوں، یہ جناب نون صاحب ہیں، جوزف صاحب ہیں، تو ہمارے طرف اگر کوئی ہے تو ہمارا جہاں تک ہماری استطاعت ہوئی ہم ان کو سمجھائیں گے بھی، ان سے گفتگو بھی کریں گے، رابطہ بھی کریں گے۔ تو میری یہ گزارش ہے آپ سے، ہاں ڈائیلاگ رکھیں علمی انداز میں، مسلم مسیح اختلافات جاری ہے، اچھے انداز میں آپ کریں ڈیبیٹ بھی، کوئی مسئلہ نہیں، لیکن گالم گلوچ کی اجازت نہیں ہے۔
से तो शाह साहब किसी को कोई इनकार नहीं है, ना हमें इनकार है ना आपको इनकार है। बस नून भाई से तो इतनी गुजारिश है कि नून भाई यार कादियानियां दे नाल बैठ के जड़ा ना वो काम नहीं जो हो सकता। ये ਸਾਰੀਆਂ ਚੀਜ਼ਾਂ ਠੀਕ ਨੇ ਜਿਵੇਂ ਆਮਦ ਨਜ਼ੀਰ ਲੇਕਿਨ ਸਾਹਿਬ ਮਸਾਇਆ ਆਮਦ ਨਜ਼ੀਰ ਸਾਹਿਬ ਦਾ ਜਮਲਾ ਬੜਾ ਦਿਲਚਸਪ ਸੀ ਜੋਸਫ ਸਾਹਿਬ। ਮਸਲਨ ਇੱਕ ਬੰਦਾ ਵੀ ਤੁਹਾਨੂੰ ਗਾਲਾਂ ਕੱਢ ਰਿਹਾ ਹੋਵੇ, ਉਹ ਪੂਰਾ ਕਮਿਊਨਿਟੀ ਦੇ ਲਿਟਰੇਚਰ 'ਚ ਗਾਲੀਆਂ ਹੀ ਗਾਲੀਆਂ ਹੋਣ, ਇੱਕ ਦੂਜੇ ਹੋਰ ਮਕਤਬਾ ਫਿਕਰ ਦਾ ਬੰਦਾ ਉੱਠੇ ਉਹ ਵੀ ਗਾਲੀਆਂ ਦੇ ਰਹੇ ਹੋ, ਤੁਸੀਂ ਉਹਨਾਂ ਦੀ ਮਦਦ ਵਾਸਤੇ ਜਿਹੜਾ ਪਹਿਲਾ ਗਾਲੀ ਵਾਲਾ ਹੈ ਉਹਨੂੰ ਵੀ ਤੇ ਉਹਦੇ ਨਾਲ ਰਲ ਕੇ ਤੇ ਇਹਦੇ ਨਾਲ ਮੁਕਾਬਲਾ ਕਰੋਗੇ, ਇਹਦੇ ਲਤੀਫਾ ਹੀ ਹੋਏਗਾ ਨਾ ਫਿਰ ਜਨਾਬ। ਪੱਟੀ ਸਾਹਿਬ ਚੁਣ ਜਾਈ ਜੀ जाहिद भाई ने 1 मिनट नजर भाई 1 मिनट जाहिद भाई ने गल कर लो मैं शाह साहब की एक बात को एड्रेस करना चाहता हूँ अगर आपकी हजरत नून भाई फ्रिज को केक कोक नहीं पिया कोई क्रिसमस का बच्चा खा लो, 2 मिनट ਤੁਹਾਨੂੰ ਵੀ टाइम दे दो मेहरबानी करो। हां या मुका के आए हो सारे। अच्छा एक बात कर लेने दें, शाह साहब बड़ी खूबसूरत बात करते हैं जब भी है, अच्छा लगता है। देखिए आपने कहा है कि अगर किसी मुसलमान ने मुनाजराना अंदाज में कोई बात की है तो वो ऐसी होगी, मुनाजराना नहीं है शाह साहब, दर हकीकत शायद तवज्जो नहीं फरमाई। मैंने कहा अगर मुनाजरा, देखिए सुन, मैंने सुन ले फिर सुन ले, मैं अल्हम्दुलिल्लाह के फजल से एक लफ्ज जो है ना बड़ा नपा तुला, मैं अर्ज करूँ मुनाजराना अंदाज में भी वही अंदाज अपनाया जाएगा जो कुरानी अंदाज होगा। मुनाजरे में भी हजरत ईसा अलैहिस्सलाम की तौहीन करने की हरगिज इजाजत नहीं है। आई समझ जनाब, ये है मेरा मौक़िफ़। नहीं कह रहे मुनाजरा कह रहे अगर करना है तो भी कर सकते हैं। अच्छा जोसेफ भाई, सबसे पहले तो जोसेफ भाई हैं और अनिल भाई हैं, ये तो बड़े अरसे से मतलब हम एक दूसरे को हम जानते हैं। बाकी हज़रत नून भाई और ऐसे लोग जो हैं वो काफ़ी सारे बाद में यहाँ पे टिकटॉक पे आके इनके साथ मुलाकात हुई है। इसी तरह हमारी तरफ से भी बहुत सारे बंदे हैं जो यहाँ पे हमें भी टिकटॉक पे आके मिले हैं। तो आज हम यहाँ पे अगर बैठे हुए हैं ना, तो ज़ाहिरी बात है कि जोसेफ और ये अनिल भाई बड़ी अच्छी तरह जानते हैं हमें भी कि हमने कभी ऐसी कोई बात की नहीं जिससे इनकी दिल आज़ारी हो, इसलिए आज हम यहाँ पे बैठे हुए हैं। और ये भी हमारे पास इसीलिए आके बैठते हैं कि हमने कभी ऐसी कोई बात की नहीं जिसकी वजह से इनकी दिल आज़ारी हो या इनकी किसी बात से हमारी दिल आज़ारी हुई हो। और यही हुस्न होता है इख्तिलाफ़ात का। हमारे आपस में इख्तिलाफ़ है मजहबी तौर पे, लेकिन उसके बावजूद अनिल भाई की काफ़ी सारे हमारे लोगों के साथ डिस्कशंस हुई हैं, गुफ्तगू हुई हैं। अनिल भाई बाकायदा जो है वो हमारे मुसलमान दोस्तों के साथ भी गुफ्तगू करते रहे, अपने मजहबी अकायद के ऊपर भी गुफ्तगू करते रहे और बड़े अच्छे तरीके से बात होती रही है। हाँ, कुछ लोग अगर हमारी तरफ से यहाँ पे अगर किसी ने सबसे पहले तो हज़रत ईसा इब्ने मरियम अलैहिस्सलाम जो हैं वो हमारे लिए उसी तरह मुक़द्दस और मोहतरम हैं जिस तरह दीगर अंबिया हैं हमारे लिए, और हमारा ईमान मुकम्मल नहीं होता हज़रत ईसा इब्ने मरियम अलैहिस्सलाम को के ऊपर ईमान लाए बग़ैर। तो ज़ाहिरी बात है हम हज़रत ईसा इब्ने मरियम अलैहिस्सलाम की तौहीन नहीं कर सकते। अगर हम हज़रत ईसा इब्ने मरियम अलैहिस्सलाम की तौहीन करेंगे, ज़ाहिरी बात है हम अपना जो है वो ईमान ही मशकूक कर रहे हैं, हमारा तो ईमान बाकी नहीं रहता। अगर किसी भाई ने मसला की है जेड़े गंदे किस्म दे देवबंदी ने ना, ये कोई मतलब को दो नुतफियां दी पैदाइश है। एक मिनट गल ते सुन लो मेरी। ये कहंदे ने कि यसू मसीह दी ਅਸੀਂ ਗੱਲ ਕਰਨ ਨੇ, ਅਸੀਂ हज़रत ईसा दी ਗੱਲ नहीं जे करन दे। मिर्जा कादियानी वाला ओ जे टोटका यार जोसेफ भाई साहब ने जेड़ा ये बोला पीछे चले गए चले नहीं, मैंने अगर किसी देवबंदी को कहा है तो वो इतना तो बर्दाश्त कर लें, अगर हम मसाया के बारे में बर्दाश्त कर लें। और नहीं, वो ज़फरुल्लाह शाह साहब इस वास्ते नहीं गए। वो ज़फरुल्लाह शाह साहब पहले कह रहे थे मेरे को थोड़ा जिहा पहले ही कह रहे थे इस वास्ते उन्होंने मैं पहले उन्होंने इस वास्ते अपने तो भी पहले उन्होंने कहा कि ज़फरुल्लाह शाह साहब गल कर लें। अच्छा हज़रत नून भाई गल पता की है, ਤੁਸੀਂ ਬਾਅਦ ਵਿੱਚ ਇੱਥੇ ਟਿਕਟੌਕ ਤੇ ਆ ਕੇ ਸਾਨੂੰ ਮਿਲੇ ਹੋ। ਜੋਸਫ ਤੇ ਅਨੀਲ ਸਾਹਿਬ ਜਿਹੜੇ ਨਾ ਬਹੁਤ ਪੁਰਾਣਾ ਸਾਨੂੰ ਜਾਣਦੇ ਨੇ। ਸਾਡਾ ਅਲਹਮਦੁਲਿਲਾ ਸ਼ੁਰੂ ਤੋਂ ਜਿਹੜਾ ਨਾ ਸਾਡਾ ਇਹਨਾਂ ਦੇ ਨਾਲ ਬੜਾ ਅੱਛਾ ਇੱਕ ਤਾਲੁਕ ਰਿਹਾ। ਇਖਤਲਾਫ ਆਪਣੀ ਜਗ੍ਹਾ ਤੇ ਜੋਸਫ ਨੂੰ ਬੜਾ ਅੱਛੀ ਤਰ੍ਹਾਂ ਪਤਾ ਕਿ ਉੱਥੇ ਬਕਾਇਦਾ ਮਨਾਜ਼ਰੇ ਵੀ ਹੁੰਦੇ ਨੇ। ਸਾਡੇ ਬੜੇ ਅੱਛੇ ਦੋਸਤ ਨੇ ਔਰ ਕਈ ਵਾਰੀ ਮੇਰੀ ਤੇ ਜੋਸਫ ਦੀ ਡਿਸਕਸ ਵੀ ਹੋਈ ਹੈ ਉਹਨਾਂ ਮਨਾਜ਼ਰਿਆਂ ਦੇ ਉੱਤੇ ਜਿਹੜੇ ਮੁਸਲਿਮ ਮਸੀਹ ਮਨਾਜ਼ਰੇ ਜਿਹੜੇ ਨੇ ਉਹ ਹੋ ਰਹੇ ਨੇ। ਜੋਸਫ ਭਾਈ ਹੁੰਦੀ ਹੈ ਆਪਣੀ ਡਿਸਕਸ ਉਹਦੇ ਉੱਤੇ। ਹਕੀਮ ਇਮਰਾਨ ਸਾਕਬ ਤੇ ਪਾਦਰੀ ਸ਼ਫੀਕ ਕਮਲ ਸਾਹਿਬ ਉਹਨਾਂ ਦੇ ਆਪਸ ਵਿੱਚ ਮਨਾਜ਼ਰੇ, ਸਾਡੀ ਆਪਸ ਦੇ ਵਿੱਚ ਨਾ ਡਿਸਕਸ ਵੀ ਹੁੰਦੀ ਹੈ ਮੇਰੀ ਤੇ ਜੋਸਫ ਦੀ ਵੀ ਇਹਦੇ ਤੇ ਨਾ ਮਨਾਜ਼ਰੇ ਹੁੰਦੇ ਨੇ, ਇਲਮੀ ਅੰਦਾਜ਼ 'ਚ ਗੁਫ਼ਤਗੂ ਹੁੰਦੀ ਹੈ, ਉਹ ਕਰਨ ਡਏ ਨੇ।
ਤੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਉੱਥੇ ਗੁਫ਼ਤਗੂ ਹੋਣ ਡਈ, ਉਹ ਵੀ ਚੱਲ ਰਿਹਾ ਸਾਰਾ ਕੁਝ। ਤੇ ਇਹ ਜਿਹੜਾ ਇੱਕ ਦੂਸਰੇ ਦੇ ਉੱਤੇ ਤਾਨੋ ਤਸ਼ਨੀ ਜ਼ਾਤੀ ਆਪਣਾ ਜ਼ਾਤੀਆਤ ਦੇ ਉੱਤੇ ਇੱਕ ਦੂਸਰੇ ਤੇ ਗੱਲ ਹੈ, ਉਹ ਅਲੱਗਾ ਚੀਜ਼ ਹੈ। ਲੇਕਿਨ ਉਸ ਦੇ ਬਾਵਜੂਦ ਜਿਹੜਾ ਹੈ ਮੁਕੱਦਸ ਹਸਤੀਆਂ ਜਿਹੜੀਆਂ ਨੇ ਇਸਲਾਮ ਦੀਆਂ ਵੀ ਤੇ ਮਸੀਹੀਅਤ ਦੀਆਂ ਵੀ, ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਹੈ ਜ਼ੁਬਾਨ ਜਿਹੜੀ ਹੈ ਉਹ ਕੰਟਰੋਲ ਰੱਖਣੀ ਚਾਹੀਦੀ ਹੈ। ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਕੋਈ ਵੀ ਕੰਮ। ਹਾਂ, ਇਹ ਜਿਹੜਾ ਮਸਲਮ ਸਾਡਾ ਜਿਹੜਾ ਤੁਸੀਂ ਹਜ਼ਰਤ ਨੂਨ ਭਾਈ ਪਹਿਲੇ ਵੀ ਬਹਿ ਕੇ ਕੋਈ ਗੱਲ ਕੀਤੀ, ਮੈਂ ਅੱਜ ਤੱਕ ਮਤਲਬ ਉਹਦੇ ਮਾਮਲੇ 'ਚ ਇਨਵੋਲਵ ਹੀ ਨਹੀਂ ਹੋਇਆ, ਤੇ ਮੈਂ ਹੁਣ ਵੀ ਇਨਵੋਲਵ ਨਹੀਂ ਹੋਣਾ ਸੀ। ਆਮਰ ਭਾਈ ਇੱਥੇ ਆਏ ਨੇ, ਚੱਲ ਕੇ ਆਏ ਨੇ, ਔਰ ਮੇਰਾ ਖਿਆਲ ਹੈ ਸਾਡੇ ਤੋਂ ਸਾਰਿਆਂ ਤੋਂ ਵੱਡੇ ਤੇ ਮੁਅੱਜ਼ਜ਼ ਹੀ ਸਾਡੇ ਵਾਸਤੇ ਆਮਰ ਭਾਈ ਨੇ। ਉਹ ਜਿਹੜੀ ਗੱਲ ਕਰ ਦਿੰਦੇ ਨੇ ਸਾਡੇ ਵਾਸਤੇ ਜਿਹੜਾ ਹੈ ਉਹ ਆਮਰ ਭਾਈ ਦੀ ਗੱਲ, ਮੇਰਾ ਖਿਆਲ ਹੈ ਕਿ ਜੋਜ਼ਫ ਨੇ ਵੀ ਕਦੀ ਨਹੀਂ ਟਾਲੀ ਆਮਰ ਭਾਈ ਦੀ ਗੱਲ। ਅਨੀਲ ਭਾਈ ਵੀ ਜਿਹੜੀ ਗੱਲ ਆਮਰ ਭਾਈ ਕਰ ਦਿੰਦੇ ਨੇ ਉਹ ਮੰਨ ਲੈਂਦੇ ਨੇ। ਤੇ ਸਾਨੂੰ ਤਾਂ ਵੈਸੇ ਸਾਡੇ ਤੇ ਵੱਡੇ ਭਾਈ ਨੇ, ਸਾਨੂੰ ਮਤਲਬ ਜੋ ਫੈਸਲਾ ਕਰ ਦਿੰਦੇ ਨੇ ਜਾਂ ਜੋ ਗੱਲ ਕਰ ਦਿੰਦੇ ਨੇ, ਅਸੀਂ ਉਸ ਗੱਲ ਦੇ ਉੱਤੇ ਜਿਹੜਾ ਅਮਲ ਕਰਨੇ ਆ। ਤੇ ਆਮਰ ਭਾਈ ਟੁਰ ਕੇ ਆਏ ਨੇ, ਆਮਰ ਭਾਈ ਨੇ ਆ ਕੇ ਗੱਲ ਕੀਤੀ, ਅਸੀਂ ਵੀ ਇਸ ਵਾਸਤੇ ਆ ਗਏ ਹਾਂ ਕਿ ਚਲੋ ਯਾਰ ਇੱਕ ਮਾਮਲਾ ਜਿਹੜਾ ਅੱਛੇ ਤਰੀਕੇ ਨਾਲ ਅਗਰ ਬਿਹਤਰ ਅੰਦਾਜ਼ ਨਾਲ ਉਹਨੂੰ ਹੱਲ ਕੀਤਾ ਜਾ ਸਕਦਾ ਤੇ ਉਹ ਮਾਮਲਾ ਹੱਲ ਹੋਣਾ ਚਾਹੀਦਾ। ਬਾਕੀ ਅਗਰ ਕਿਸੇ ਨੇ ਕੀਤੀ ਹੈ, ਕਿਸੇ ਨੇ ਗਲਤ ਗੱਲ ਕੋਈ ਕੀਤੀ ਹੈ, ਤੇ ਅਸੀਂ ਤੇ ਕੰਡੈਮ ਕਰਨੇ ਆ ਉਹਨੂੰ ਕਿ ਹਜ਼ਰਤ ਈਸਾ ਇਬਨ ਮਰੀਮ ਅਲੈਹਿ ਸਲਾਮ ਦੀ ਜ਼ਾਤ ਜਿਹੜੀ ਹੈ ਨਾ, ਉਹ ਜਿੰਨੀ ਮੁਹਤਰਮ ਤੁਹਾਡੇ ਵਾਸਤੇ ਹੈ ਉਨੀ ਸਾਡੇ ਵਾਸਤੇ ਵੀ ਹੈ। ਤੇ ਜਿਹਨੇ ਕੀਤੀ ਹੈ ਉਹਨੇ ਗਲਤ ਕੀਤੀ ਹੈ। ਅਸੀਂ ਆਪਣੇ ਭਰਾਵਾਂ ਨੂੰ ਸਮਝਾ ਸਕਨੇ ਆ, ਤੁਸੀਂ ਵੀ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾ ਸਕਦੇ ਹੋ। ਇਹੀ ਤੁਸੀਂ ਵੀ ਕਰ ਸਕਦੇ ਹੋ, ਇਹੀ ਅਸੀਂ ਵੀ ਕਰ ਸਕਦੇ ਹਾਂ। ਇਸ ਤੋਂ ਵੱਧ ਨਾ ਤੁਸੀਂ ਕਰ ਸਕਦੇ ਹੋ ਸਮਝਾਉਣ ਤੋਂ ਇਲਾਵਾ ਇੱਥੇ ਸੋਸ਼ਲ ਮੀਡੀਆ ਦੇ ਉੱਤੇ, ਨਾ ਇਸ ਤੋਂ ਵੱਧ ਸਾਡੇ ਹੱਥ 'ਚ ਕੋਈ ਇਖਤਿਆਰ ਹੈ ਕਿ ਅਸੀਂ ਵੀ ਇਸ ਤੋਂ ਵੱਧ ਕਰ ਸਕਦੇ ਹਾਂ। ਸਿਰਫ ਸਮਝਾ ਸਕਦੇ ਹਾਂ, ਅਸੀਂ ਵੀ ਸਮਝਾਉਂਦੇ ਹਾਂ, ਤੁਸੀਂ ਵੀ ਸਮਝਾਓ। ਤੇ ਇਸ ਤਰ੍ਹਾਂ ਜਿਹੜਾ ਨਾ ਅਸੀਂ ਮਤਲਬ ਕਰ ਸਕਦੇ ਹਾਂ ਕਿ ਇਹ ਮਾਮਲਾਤ ਜਿਹੜੇ ਨੇ ਅੱਛੇ ਤਰੀਕੇ ਨਾਲ ਇਹਨਾਂ ਨੂੰ ਹੱਲ ਕਰ ਸਕਦੇ ਹਾਂ। ਬਾਕੀ ਮਰਜ਼ੀਆਂ ਦੇ ਨਾਲ ਬਹਿ ਕੇ ਗੱਲ ਕਰਨ ਵਾਲੀ ਇਹ ਮੁਜ਼ੰਮਤ ਨਹੀਂ ਜੇ ਹੋ ਸਕਦੀ। ਬਸ ਮੇਰਾ ਤੇ ਕਹਿਣਾ ਹੈ ਨੂਨ ਭਾਈ ਮਰਜ਼ੀਆਂ ਦੇ ਨਾਲ ਬਹਿ ਕੇ ਕਰਨ ਵਾਲੀ ਜਿਹੜੀ ਗੱਲ ਹੈ ਨਾ, ਹਜ਼ਰਤ ਨੂਨ ਭਾਈ ਇਹ ਜਿਹੜੇ ਤੁਹਾਨੂੰ ਥੱਲੋਂ ਗਿਫਟਿੰਗ ਕਰਕੇ ਗਏ ਨੇ ਨਾ, ਇਹ ਬਿਲਕੁਲ ਤੁਹਾਡੀ ਹਮਦਰਦੀ 'ਚ ਨਹੀਂ ਕਰਕੇ ਗਏ। ਇਹ ਤੁਸੀਂ ਵੀ ਜਾਣਦੇ ਹੋ ਭਾਈ, ਅਜੇ ਨਾ ਖੋਲੋ ਇਸ ਗੱਲ ਨੂੰ, ਅੱਗੇ ਨਾ ਬਹੁਤ ਮੰਗ ਲੈਣੇ ਜੀ। अच्छा अपना जोसेफ भाई थोड़ा सा टाइम दे मुझे भी। हाँ जी हाँ जी, करो कर जी बिस्मिल्लाहिर्रहमानिर्रहीम। सबसे पहली बात यह है कि किसी की सपोर्ट हो या ना हो, हजरत ईसा अलैहिस्सलाम मसीह इब्ने मरियम अलैहिस्सलाम पाक ज़ात हस्ती हैं कि उनके बारे में अल्लाह ताला ने फरमाया कि वो दुनिया में भी इज्जत वाले और आखिरत में भी इज्जत वाले। हमारे नबी सल्लल्लाहु अलैहि वसल्लम ने उन्हें अपना भाई कहा, बल्कि उनका अंबिया इलाकाई भाई हैं। कैसे हो सकता है? ये तो मिर्जा कादियानी अल कज़्ज़ाब अल दज्जाल का फार्मूला है कि एक नबी की हुर्मत के लिए, इस्मत के लिए दूसरे नबी को गाली दी जा सकती है। ये तो उसका अल कज़्ज़ाब और दज्जाल ने कहा था। ये मुसलमानों के अंदर ये खबासत कब से पैदा होगी? जिस मुसलमान ने किया है उसके लिए कोई हया नहीं है, कोई किसी किस्म का उसका एहतराम नहीं है, अनटिल अनलेस वो इस चीज को कबूल न करे कि उससे गलती होगी। ये जो है ना कि ये दो पर्सनैलिटी हैं, ये भी मिर्जा कादियानी का दावा है, ये भी उसकी ही पैदा की गई बात है। अदरवाइज तो कुरान के अंदर जिस मसीह इब्ने मरियम की बात है, क्या वो उसी मसीह इब्ने मरियम को अल्लाह ताला एड्रेस नहीं कर रहे कि जिनको मसीहियों ने कहा, जो हमारे मसीही हमारे मुखालिफिन भी हैं, हमारे भाई भी हैं, लेकिन हमारे साथ एक इल्मी इख्तिलाफ है कि जिन्हें ये कहते हैं कि वो खुदा ताला के रूहानी बेटे हैं या खुदा ताला के बेटे, उसी मसीह इब्ने मरियम अलैहिस्सलाम की बात हो रही है ना, कोई और तो नहीं। तो फिर दो कैसे हो गए? दो तो तब हो जब खुदा कहे कि नहीं, मसीह इब्ने मरियम ये और है वो और है ही एक। तो आप तो हाँ, ये जरूर है कि सिफात में हमारे यहाँ जो उनके अकायद, हमारा जो अकीदा है उनकी सिफात के हवाले से वो नहीं है जो उनका है, लेकिन पर्सनैलिटी तो एक है। अब कोई खबीस अपने आप को मुसलमान कहता हो, चाहे वो जितना मर्जी बड़ा आलम हो, हमारे जूते की नोक के ऊपर है। जो मसीह इब्ने मरियम अलैहिस्सलाम अल्लाह के सच्चे नबी को गाली देगा, वो मिर्जा कादियानी हो उसके साथ भी, उस कज़्ज़ाब और दज्जाल के साथ भी वही सलूक है, और चाहे वो कोई बंदा हो जो अपने आप को मुसलमान कहता हो, उसको उसकी गलती का एहसास दिलाएंगे और उसे बताएंगे कि ये तुमने किया गलत है। अब अगर वो दोबारा करेगा तो उसके साथ वही सलूक होगा जो हम, ये हमारी फिर दो नंबरी होगी कि इन कज़्ज़ाब और दज्जाल मिर्जाइयों के साथ हमारा ये सलूक हो, और हम पढ़ पढ़ के बताएं कि मसीह इब्ने मरियम अलैहिस्सलाम की जात में इस लानती ने फर्जी बना के एक कैरेक्टर तो उसको गालियां दी हैं, हालांकि वही थे, और इनके साथ हम नरमी करें। एक दफा हम इनको जरूर बताएंगे कि इनको गलत फहमी हुई है, भाई ये दो कैरेक्टर नहीं है, ये है एक ही पर्सनैलिटी, एक ही शख्सियत है, एक ही है वो।
उसके बारे में जैसे मुसलमानों के अंदर हमारे यहाँ किसी पर्सनैलिटी के ऊपर एक का इख्तलाफ होता है, जो एक उसमें तो कह सकती कि हाँ नहीं जी इनके अंदर ये मसला, दूसरा मुसलमानों का ग्रोह कहता नहीं बहुत अच्छे थे। ऐसे ही मसीह इब्ने मरियम अलैहिस्सलाम के बारे में मुसलमानों के जो अकायद है, जो उनके हवाले से रखते हैं वो अल्लाह के पैगंबर थे, सच्चे इज्जत वाले, पाक और साफ। और जो मसीही बरादरी है वो भी कहते हैं कि वो खुदा ताला के बेटे हैं और खुदा ताला की तरफ से हैं। ये हमारे अकायद का इख्तलाफ है। ये पर्सनैलिटी तो इनकी है। अगर एक पर्सनैलिटी नहीं थी तो अहमद इदाद साहब ने रहमहुल्लाह ताला ने किस लिए मुनाजरे किए इनसे, और डॉक्टर जाकिर नाइक ने किस लिए मुनाजरे किए इनसे, और रहमतुल्लाह करानी साहब ने किस लिए मुनाजरे किए। पर्सनैलिटी उनकी और थी, हमारी और थी, हमें तो मसला ही कोई नहीं था। मसला तो यही है कि भाई एक पर्सनैलिटी हम कहते हैं वो ऐसे थे, ये कहते हैं वो ऐसे थे, दोनों मानते हैं वो सच्चे हैं, दोनों मानते हैं वो अल्लाह की तरफ से भेजे। जिसने ये बेगैरती की है, ये अब मैं इसके आगे फिर अभी लफ्ज में नहीं कह सकता, हो सकता है कि उनको अपनी गलती का एहसास दिलाया जाए हमारे मुसलमानों की तरफ से। अब अगर इस तरह की किसी, मुझे पहले भी उन्होंने बताया कि ये पहले भी हो चुका है, किसी बंदे ने फर्जी कह के, ये दो नंबरी करके, ये चलाकी करके मसीह इब्ने मरियम अलैहिस्सलाम की जात में गुस्ताखी की, तो उस मलून और लानती के फिर हम चौंक में तस्वीर टांगेंगे और उसको जलील करेंगे इंशाअल्लाह। क्योंकि हमारी जो रेड लाइन है वो अंबिया अलैहिस्सलाम की जात के आगे नहीं है। हर चीज पे कॉम्प्रोमाइज हो सकता है। इन पाक हस्तियों के ऊपर कोई अपना कोई पराया नहीं, चाहे मेरा सगा बाप भी हो, वो भी अगर इस तरह की बात करेगा मेरा उसके बारे में भी सही रिएक्शन होगा इंशाअल्लाह। तकबीर, अल्लाह अकबर। बेशक हक और सच, बेशक बेशक। आमिर भाई अगर मौजूद है, आमिर भाई मुकाबला अच्छा, मैं होगा इसको चाहता हूँ कि इसको ना पॉजिटिव नोट पे एंड करें। ये नीचे कोई और साथी भी आए, अगर किसी का कमेंट आपने लेना हो तो ले लें ज़रूर, लेकिन इसको इस पॉजिटिव नोट पे ख़त्म करें ब्रॉड को कि भाई मुसलमानों का मसीहियों से एक जो अकीदे का इख्तलाफ है, लेकिन रिस्पेक्ट का इख्तलाफ है, इज़्ज़त का इख्तलाफ है, एहतराम के साथ इख्तलाफ है, ना कि गालम गलोच। जो बंदा इस तरह की वो हारमोनी को ख़त्म करता है या उसको डैमेज करने की कोशिश करता है, हम मुसलमानों में से जो भी बाशऊर आदमी होगा वो हमारा साथ देगा, जो बेशऊर और गालीबाज होंगे वो अलग हो जाएंगे। लेकिन हम कोशिश करेंगे, जिस तरह शाह साहब ने भी कहा है कि हम कोशिश करेंगे अपने ताईं सारे भाई जो हमारे इख्तियार में है, जो भी हमारे लिंक में है, कि भाई ये हमारे ना हमारे मज़हब से इसकी इजाज़त है, ना मुआशरे से इसकी कोई गुंजाइश निकलती है, ना हम अपने मुआशरे में इसको डैमेज करके तो इस आग को लगा सकते हैं। मैं एक बात पूछना चाहता था कि वो जिन्होंने जड़ा वाले वाक़े में चर्च को आग वगैरह लगाई थी या कोई डैमेज किया था, मैंने खुद अपनी आंखों से देखा। देखिए कानून है तो उनको जानवरों की तरह वो अंडेल के फेंक रहे थे ना गाड़ी में, मुझे नहीं पता उसके बाद मुकदमे का क्या बना, सजाएं हुई नहीं हुई, वहाँ पर कातिल भी बरी हो जाते हैं और बेकसूर भी फांसी लग जाते हैं पाकिस्तान में, लेकिन कानून है, कानून ये हाँ। मैं वो गल कर रहा सा करनी नहीं चाहिए, लेकिन चलो फिर भी नून भाई ਇਹ ਜਿਹੜੇ ਬੰਦੇ ਉੱਥੇ ਬੈ ਕੇ ਮਸਾਇਆ ਨੂੰ ਗਾਲਾਂ ਕੱਢਦੇ ਜੇ ਨਾ ਪਏ, ਤੁਸੀਂ ਯਕੀਨ ਕਰੋ WhatsApp ਗਰੁੱਪਾਂ ਦੇ ਵਿੱਚ ਇਹਨਾਂ ਨੇ ਆਮਰ ਨਜ਼ੀਰ ਭਾਈ ਨੂੰ ਵੀ ਗਾਲਾਂ ਕੱਢੀਆਂ ਨੇ, ਤੇ ਇਹਨਾਂ ਦੇ ਜਿਹੜੇ ਮਤਲਬ ਪੈਗੰਬਰ ਇਸਲਾਮ ਤੋਂ ਬਾਅਦ ਜਿਹੜੇ ਅਕਾਬਰ ਜਿਨ੍ਹਾਂ ਨੂੰ ਮੰਨਦੇ ਨੇ ਨਾ ਇਹ, ਉਹਨਾਂ ਨੂੰ ਵੀ ਗਾਲਾਂ ਕੱਢੀਆਂ ਨੇ ਉਹਨਾਂ ਨੇ। ਇਹ ਉਹ ਲੋਕ ਨੇ ਸਾਰੇ। ਇਹਨਾਂ ਤੋਂ ਆਮਿਰ ਭਾਈ ਮੈਂ ਤੁਹਾਨੂੰ ਦੱਸਾਂਗਾ, ਇੱਕ ਦੋ ਮੁੰਡੇ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਆਡੀਓਜ਼ ਵੀ ਖਲਾਈਆਂ ਸਨ ਬਹੁਤ ਅਰਸੇ ਪਹਿਲਾਂ, ਕਿ ਇਹ ਵੇਲੋ ਹੈ ਬਕਵਾਸ ਪੇ ਕਰਦੇ ਨੇ, ਤੇ ਇਹ ਉਹ ਲੋਕ ਨੇ ਜਿਨ੍ਹਾਂ ਤੋਂ ਇਹਨਾਂ ਦੇ ਵੀ ਕਈ ਲੋਕ ਬਹੁਤ ਜ਼ਿਆਦਾ ਤੰਗ ਨੇ। ਇਹ ਉਹ ਲੋਕ ਜੇ ਇਹਨਾਂ ਇਹੋ ਜਿਹੇ ਮੁਤਸ਼ੱਦਦ ਲੋਕ, ऐसे मुतशद्दिद, एक सेकंड और जरा मैं बैठूंगा। ਚਲੋ ਸ਼ੁਰੂ ਹੋਈਏ ਦੋਵੇਂ ਭਰਾ ਰਲ ਕੇ ਨਾ ਇੱਕ ਵਾਰੀ ਤੇ ਰੁਪਈਏ ਤੇ ਇਕੱਠੇ ਕਰੀਏ ਇੱਕ ਦੂਸਰੇ ਦੀ ਤੁਲਸੀ ਸਾਹਿਬ ਆਏ ਨੇ ਜੀ, ਤੁਲਸੀ ਸਾਹਿਬ ਨੂੰ ਵੀ ਪੁੱਛ ਲਈਏ। ਨਹੀਂ ਯਾਰ ਭਾਈ ਨਜਫ ਨੂੰ ਨਾ ਛੇੜ, ਅੱਜ ਗੁੱਸੇ 'ਚ ਨੂੰ ਬੋਲ ਲੈਂਦੇ ਇਹੋ ਜਿਹੇ ਨਹੀਂ, ਚਲੋ ਉਹਨਾਂ ਦਾ ਗੁੱਸਾ ਲੈ ਗਿਆ, ਮੈਂ ਉਹਨਾਂ ਦਾ ਖਾਮੋਸ਼ੀ ਨਾਲ ਸਾਰਾ ਜ਼ੋਫ, ਉਹਨਾਂ ਦਾ ਗੁੱਸਾ, ਗੈਜ਼, ਗਜ਼ਬ ਸੁਣਿਆ, ਔਰ ਉਹਨਾਂ ਦਾ ਹੱਕ ਬਣਦਾ ਅਗਰ ਉਹਨਾਂ ਨੂੰ ਕਿਸੇ ਨੇ ਹਰਟ ਕੀਤਾ, ਉਹਨਾਂ ਦੇ ਈਮਾਨੀ ਜਜ਼ਬਾਤ ਨੂੰ ਕਿਸੇ ਨੇ ਹਰਟ ਕੀਤਾ, ਤੇ ਉਹਨਾਂ ਦਾ ਇਹ ਬੋਲਣਾ ਹੱਕ ਬਣਦਾ ਸੀ। ਅਸਲ ਚੀਜ਼ ਇਹ ਹੈ ਕਿ ਇਸ ਤੋਂ ਬਾਅਦ ਇਹਨੂੰ ਇੱਕ ਪੋਜ਼ਿਟਿਵ ਡਾਇਰੈਕਸ਼ਨ 'ਚ ਲੈ ਕੇ ਜਾਣਾ ਹੈ ਅਸੀਂ ਇਸ ਗੱਲ ਨੂੰ, ਕਿ ਬਈ ਮੁਸਲਮਾਨਾਂ ਔਰ ਮਸੀਹਾਂ ਦੇ ਦਰਮਿਆਨ ਇਹ ਨਫ਼ਰਤ, ਇਹਨੂੰ ਅਸੀਂ ਵਧਾਉਣ 'ਚ ਕਿਰਦਾਰ ਨਹੀਂ ਅਦਾ ਕਰਨਾ, ਬਲਕਿ ਇਹਨੂੰ ਖਤਮ ਕਰਨ 'ਚ ਕਿਰਦਾਰ ਕਰਨਾ। ਜਿਹੜਾ ਬੰਦਾ ਇਹੋ ਜਿਹਾ ਕੁਝ ਕਰਦਾ ਹੈ
ਉਹਦੇ ਖਿਲਾਫ ਤੁਸੀਂ ਵੀ ਆਪਣੇ ਤਾਈਂ ਆਪਣੀ ਕਮਿਊਨਿਟੀ 'ਚ ਕੋਸ਼ਿਸ਼ ਕਰਨੀ, ਅਸਾਂ ਵੀ ਆਪਣੇ ਤਾਈਂ ਆਪਣੀ ਕਮਿਊਨਿਟੀ 'ਚ ਕੋਸ਼ਿਸ਼ ਕਰਨੀ। ਜੇ ਕਿਸੇ ਬੰਦੇ ਨੇ ਉਹ ਮੱਛੀ ਹਰ ਪੱਥਰ ਚੱਟ ਕੇ ਵਾਪਸ ਆਉਣਾ ਹੋਇਆ, ਆਪਣੇ ਨਬੀ ਨੂੰ ਗਾਲਾਂ ਕਢਾ ਕੇ ਦੂਜੇ ਦਿਨ ਨੂੰ ਕੱਢ ਕੇ ਤੇ ਜਾਨਵਰਾਂ ਹਾਰ ਉਹ ਆਉਣਾ ਹੋਇਆ ਤੇ ਉਹ ਵੀ ਉਹਦੀ ਮਰਜ਼ੀ ਹੈ। ਲੇਕਿਨ ਸਾਡਾ ਉਹਨਾਂ ਲੋਕਾਂ ਨਾਲ ਕੋਈ ਤਾਲੁਕ ਨਹੀਂ ਹੈ। ਅਸੀਂ ਨਾ ਖੁਦ ਗਾਲੀਬਾਜ਼ ਹਾਂ, ਨਾ ਅਸੀਂ ਗਾਲੀਬਾਜ਼ਾਂ ਦੇ ਹਮਾਇਤੀ। ਈਵਨ ਬੰਦਿਆਂ ਨਾਲ ਜਿਹੜੇ ਆਮ ਬੰਦੇ ਨੇ, ਉਹਦੀ ਮਾਂ ਭੈਣ ਨੂੰ ਅਸੀਂ ਮੁਕੱਦਸ ਸਮਝਦੇ, ਅਸੀਂ ਉਹਨੂੰ ਗਾਲ ਨਹੀਂ ਕੱਢਦੇ। ਤੇ ਪੈਗੰਬਰਾਂ ਨੂੰ, ਮਸੀਹ अलैहिस्सलाम ਨੂੰ, ਯਸੂਲ ਮਸੀਹ ਨੂੰ ਗਾਲ ਕੱਢਣਾ ਅਸਤਗਫਿਰullah ਤਸੱਵਰ ਵੀ ਨਹੀਂ ਕੀਤਾ ਜਾ ਸਕਦਾ, ਸੋਚਿਆ ਵੀ ਨਹੀਂ ਜਾ ਸਕਦਾ। ਇਹ ਆਨਿਆਂ ਤੇ ਬਹਾਨਿਆਂ ਨਾਲ ਅਗਰ ਕੋਈ ਬੰਦਾ ਇਹੋ ਜਿਹੀ ਹਰਕਤ ਪਿਆ ਕਰਦਾ ਹੈ, ਜਿਸ ਤਰ੍ਹਾਂ ਸ਼ਾਹ ਸਾਹਿਬ ਨੇ ਵੀ ਕਿਹਾ, ਅਸੀਂ ਆਪਣੇ ਤੇ ਕੋਸ਼ਿਸ਼ ਕਰਾਂਗੇ, ਉਹਨਾਂ ਨੂੰ ਸਮਝਾਵਾਂਗੇ। ਤੁਸੀਂ ਵੀ ਉਹਨਾਂ ਲੋਕਾਂ ਨੂੰ ਜਿਹੜੇ ਕ੍ਰਿਸਚਨ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਬਈ ਇਹ ਕੰਮ ਨਾ ਕਰੋ। ਇਖਤਲਾਫ ਕਰਨਾ ਹੈ ਤੇ ਰਿਸਪੈਕਟ ਨਾਲ ਇੱਕ ਦੂਜੇ ਨਾਲ ਕਰੋ, ਨਹੀਂ ਤੇ ਤੁਸੀਂ ਆਪਣੀ ਸੁਸਾਇਟੀ ਨੂੰ ਬਿਲ ਇਜਮਾ ਬਗੈਰ, ਜਿਹਨੂੰ ਕਹਿੰਦੇ ਕ੍ਰਾਸ ਦਾ ਬੋਰਡ, ਬਗੈਰ ਤਫਰੀਕ ਤੋਂ, ਕ੍ਰਿਸਚਨਾਂ ਨੂੰ ਵੀ ਤੇ ਤੁਸੀਂ ਮੁਸਲਮਾਨਾਂ ਨੂੰ ਵੀ, ਤੁਸੀਂ ਮੱਝਾਂ ਦਾ ਤੇ ਗਾਵਾਂ ਦਾ ਵਾੜਾ ਬਣਾਉਣਾ ਚਾਹੁੰਦੇ ਹੋ, ਭੇਡਾਂ ਦਾ ਵਾੜਾ ਬਣਾਉਣਾ, ਉਹਨਾਂ ਨੂੰ ਭੇਡਾਂ ਲੈ ਕੇ ਜਾਣਾ ਚਾਹੁੰਦੇ ਹੋ ਉਸ ਪਾਸੇ ਕਿ ਵੀ ਇੱਕ ਦੂਜੇ ਨੂੰ ਗਾਲਾਂ ਕੱਢੋ, ਕੁੱਤਿਆਂ ਇੱਕ ਦੂਜੇ ਨਾਲ ਕਰੋ, ਉਹਦੇ ਮੁਕੱਦਸਾਤ ਨੂੰ ਜਾ ਕੇ ਗਾਲਾਂ ਕੱਢੋ। ਇਨਸਾਨਾਂ ਦਾ ਮੁਆਸ਼ਰਾ ਹੈ। ਅਸੀਂ ਅਗਰ ਇਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ, ਆਪਣੇ ਮੁਲਕ ਦੀ ਵੀ, ਆਪਣੀ ਕੌਮ ਦੀ ਵੀ, ਆਪਣੀ ਕਮਿਊਨਿਟੀ ਦੀ ਵੀ ਅਸੀਂ ਅੱਛੀ ਨੁਮਾਇੰਦਗੀ ਕਰ ਰਹੇ ਹਾਂ। ਅਗਰ ਇਹਨੂੰ ਵਧਾ ਰਹੇ ਹਾਂ, ਅਸੀਂ ਆਪਣੀ ਮੁਆਸ਼ਰੇ ਨੂੰ ਵੀ, ਆਪਣੇ ਮੁਲਕ ਨੂੰ ਵੀ, ਆਪਣੀ ਕੌਮ ਨੂੰ ਵੀ, ਆਪਣੀ ਕਮਿਊਨਿਟੀ ਨੂੰ ਵੀ ਅਸੀਂ ਗਲਤ ਰਿਪਰੈਜ਼ੈਂਟ ਕਰ ਰਹੇ ਹਾਂ ਔਰ ਅਸੀਂ ਜਾਨਵਰਾਂ ਦੀ ਤਰਫ ਉਹਨਾਂ ਨੂੰ, ਉਸ ਜ਼ਿੰਦਗੀ ਨੂੰ ਲੈ ਕੇ ਜਾ ਰਹੇ ਹਾਂ। ਤਾਂ ਇਹਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਸੀਂ ਪਿੱਛੇ ਹਟ ਸਕਨੇ ਇਸ ਕੰਮ ਤੋਂ, ਯਾਨੀ ਕਿ ਇਹਦੇ ਤੋਂ ਕਹਿ ਲਓ ਕਿ ਛੱਡ ਕੇ ਟਿਕਟਾਕ ਔਰ ਸੋਸ਼ਲ ਮੀਡੀਆ ਛੱਡ ਕੇ ਘਰ ਬਹਿ ਸਕਨੇ, ਲੇਕਿਨ ਇਹਨੂੰ ਸਪੋਰਟ ਨਹੀਂ ਕਰ ਸਕਦੇ, ਕਿਸੇ ਵੀ ਸ਼ਕਲ 'ਚ ਸਪੋਰਟ ਦੇ ਕਾਬਿਲ ਨਹੀਂ ਹੈ। ਲਿਹਾਜ਼ਾ ਤੁਸੀਂ ਇਹਨੂੰ ਇਸੇ ਹੀ ਅੱਛੇ ਨੋਟ ਤੇ ਖਤਮ ਕਰੋ ਕਿ ਸਾਰੇ ਭਰਾ ਕੋਸ਼ਿਸ਼ ਕਰੋ, ਮਸੀਹੀ ਵੀ ਮੁਸਲਮਾਨ ਵੀ, ਕਿ ਜਿਹੜਾ ਬੰਦਾ ਵੀ ਦੂਸਰੇ ਦੇ ਮੁਕੱਦਸਾਤ ਨੂੰ ਜਾ ਕੇ ਟਾਰਗੇਟ ਕਰਦਾ ਹੈ ਜਾਂ ਜ਼ਾਤੀ ਤੌਰ ਤੇ ਕਿਸੇ ਸ਼ਖਸੀਅਤ ਨੂੰ, ਹੁਣ ਮੈਂ ਦੇਖਿਆ, ਮੈਂ ਆਪਣਾ ਹਜ਼ਰਤ ਨੂਨ ਸਾਹਿਬ ਦੀ ਤੇ ਸਿਆਲ ਸਾਹਿਬ ਦੀ ਇਹਨਾਂ ਦੇ ਦਰਮਿਆਨ ਜ਼ਾਤੀ ਲੜਾਈ ਹੋ ਰਹੀ ਸੀ, ਜ਼ਾਤੀ ਇੱਕ ਦੂਜੇ ਦੇ ਉੱਤੇ ਗੁੱਸਾ ਹੈ ਇਹਨਾਂ ਦੋਵਾਂ ਦਾ, ਮੈਨੂੰ ਮਹਿਸੂਸ ਹੋਇਆਗਾ, ਉਹਨਾਂ ਦੀ ਵੀ ਗੱਲ ਤੋਂ ਮਹਿਸੂਸ ਹੋਇਆ, ਇਹਨਾਂ ਦੀ ਵੀ ਗੱਲ ਤੋਂ। ਲੇਕਿਨ ਬਹਰਹਾਲ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਜ਼ਾਤੀ ਤੌਰ ਤੇ ਅਗਰ ਕੋਈ ਬੰਦਾ ਤੁਹਾਡੀ ਨਜ਼ਰ 'ਚ ਮੁਨਾਫਕਤ ਪਿਆ ਕਰਦਾ ਹੈ, ਬੁਰਾ ਪਿਆ ਫੇਲ ਕਰਦਾ ਹੈ, ਤੁਹਾਡੇ ਸਾਹਮਣੇ ਉਹ ਮਿੱਠਾ ਪਿਆ ਬੋਲਦਾ, ਪਰ ਜਾ ਕੇ ਉਹ ਤੁਹਾਡੇ ਮੁਕੱਦਸਾਤ ਨੂੰ ਡੈਮੇਜ ਪਿਆ ਕਰਦਾ, ਜਾਂ ਕਿਸੇ ਐਸੀ ਜਗ੍ਹਾ ਤੇ ਪਿਆ ਬਹਿੰਦਾ, ਜਾਂ ਐਸੇ ਲੋਕਾਂ ਨੂੰ ਜਾ ਕੇ ਪ੍ਰਮੋਟ ਪਿਆ ਕਰਦਾ ਹੈ, ਬਈ ਉਹਦਾ ਤਰੀਕਾ ਇਹ ਵੀ ਕਿ ਉਹਨੂੰ ਇੱਕ ਬੰਦੇ ਨਾਲ ਡੀਲ ਕਰੋ, ਉਹਦੇ ਭਰਾਵਾਂ ਨੂੰ, ਉਹਦੀ ਕਮਿਊਨਿਟੀ ਨੂੰ ਦੱਸੋ ਬਈ ਇਹ ਦੇਖ ਯਾਰ, ਇਹ ਬੰਦਾ ਸਾਡੇ ਸਾਹਮਣੇ ਤੇ ਇੰਝ ਕਰਦਾ, ਉੱਥੇ ਜਾ ਕੇ ਤੇ ਇੰਝ ਦਾ ਕਰਦਾ ਹੈ। ਉਹਨੂੰ ਇੱਕ ਲਿਮਟ ਤੱਕ ਉਹਦੀ ਕਮਿਊਨਿਟੀ, ਉਹਦੇ ਭਰਾ ਸਮਝਾਉਣ ਦੀ ਕੋਸ਼ਿਸ਼ ਕਰਨਗੇ। ਨਾ ਹੋਣਗੇ ਤੁਸੀਂ ਉਹਨਾਂ ਦੇ ਬਰਾਤ ਦਾ ਐਲਾਨ ਕਰ ਦੋ, ਅਸੀਂ ਇਹਨਾਂ ਤੋਂ ਪਿੱਛੇ ਹਟ ਜਾਾਂਗੇ, ਇਹ ਗਾਲਾਂ ਕੱਢ ਲੈਣ ਇੱਕ ਦੂਜੇ ਨੂੰ, ਜਿਸ ਤਰ੍ਹਾਂ ਸਿੱਖਾਂ ਨੇ ਤੇ ਮੁਸਲਮਾਨਾਂ ਨੇ, ਉਹਨਾਂ ਨੇ ਗੁਰੂਆਂ ਨੂੰ ਕੱਢੀਆਂ, ਉਹਨਾਂ ਨੇ ਕੁਰਾਨ ਨੂੰ ਤੇ ਸਾਹਿਬ ਕੁਰਾਨ ਨੂੰ ਕੱਢੀਆਂ, ਉਹਦੇ ਬਾਅਦ ਥੱਕ ਲੁੱਕ ਕੇ ਹੁਣ ਕਿਉਂ ਨਹੀਂ ਕੱਢਦੇ? ਹੁਣ ਕਿਉਂ ਨਹੀਂ ਸਿੱਖ ਤੇ ਮੁਸਲਮਾਨ ਇੱਕ ਦੂਜੇ ਨੂੰ ਗਾਲਾਂ ਕੱਢਦੇ? ਅੱਲਾ ਦੀ ਕਸਮ ਖਾ ਕੇ ਕਹਿੰਦਾ, ਮੈਂ ਸਿੱਖਾਂ ਨੂੰ ਰੋਂਦਿਆਂ ਵੇਖਿਆ, ਆਪਣੀਆਂ ਬਰਾਡਾਂ ਤੇ ਆ ਕੇ ਰੋਂਦੇ ਸਨ ਸਾਡੇ ਅੱਗੇ ਕਿ ਸਾਡੇ ਗੁਰੂਆਂ ਨੂੰ ਗਾਲਾਂ ਕੱਢਦੇ ਨੇ, ਸਾਨੂੰ ਰੋਟੀ ਨਹੀਂ ਸਾਡੇ ਗਲੇ ਚੋਂ ਲੰਘਦੀ ਪਈ ਹੈ। ਇਸੇ ਤਰ੍ਹਾਂ ਮੁਸਲਮਾਨ ਵੀ ਫੜਕਦੇ ਸਨ ਕਿ ਸਾਡੇ ਨਬੀ ਨੂੰ ਗਾਲਾਂ ਕੱਢੀਆਂ, ਉਹ ਖਾਨੇ ਕਾਬੇ ਦੀ ਫੋਟੋ ਲਾਈ ਤੇ ਉੱਤੇ ਪਤਾ ਨਹੀਂ ਕਿਹਨੂੰ ਭਾਇਆ, ਗੁਰੂ ਨੂੰ ਕਿ ਕਿਹਨੂੰ, ਤੇ ਇਹ ਸਾਡੀ ਧੋਈ ਨੂੰ ਲੱਗੀ। ਆਖਰ ਐਂਡ ਕੀ ਹੋਇਆ ਕਿ ਬਈ ਤੁਸੀਂ ਜ਼ਬਰ ਕਰਨਾ ਆਪਣੇ ਆਪ ਤੇ, ਅਗਰ ਇੱਕ ਅੱਧੀ ਦੂਜਾ ਉਹ ਕਰਦਾ ਪਿਆ ਜ਼ਿਆਤੀ, ਉਹਨੂੰ ਤੁਸੀਂ ਬਰਦਾਸ਼ਤ ਕਰਨਾ ਹੈ। ਤੇ ਜੇ ਤੁਸੀਂ ਇੱਟ ਦਾ ਜਵਾਬ ਪੱਥਰ ਦੇ ਦੇ, ਸੋਸ਼ਲ ਮੀਡੀਆ ਹੈ, ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਦੋ, ਅਗਲਾ ਗੋਲੀ ਨਾਲ ਦੇਗਾ। ਇਹ ਸੋਸ਼ਲ ਮੀਡੀਆ, ਇੱਥੇ ਤੇ ਕੋਈ ਕਮਜ਼ੋਰ ਨਹੀਂ ਹੈ। ਇਹ ਗੱਲਾਂ ਛੱਡ ਦਿਓ ਕਿ ਕੋਈ ਫਲਾਣਾ ਕਮਜ਼ੋਰ ਹੈ, ਉਹ ਥੋੜੀ ਤਾਦਾਦ 'ਚ ਤੇ ਅਸੀਂ ਜ਼ਿਆਦਾ ਤਾਦਾਦ 'ਚ, ਇਹ ਤੇ ਕੋਈ ਕਮਜ਼ੋਰ ਨਹੀਂ। ਇੱਥੇ ਹਰ ਬੰਦਾ ਆਜ਼ਾਦ ਹੈ। ਤੁਸੀਂ, ਤੁਹਾਡੇ ਮੂੰਹ 'ਚ ਜ਼ਬਾਨ ਹੈ, ਤੁਸੀਂ ਪੈਗੰਬਰ ਇਸਲਾਮ ਨੂੰ ਗਾਲ ਕੱਢ ਸਕਦੇ ਹੋ, ਤੇ ਜੇ ਕੋਈ ਬਦਬਖਤੀ ਤੋਂ ਉਤਰੇ ਹੈ, ਜਿਹਨੇ ਆਪਣੇ ਇਸਲਾਮ ਤੋਂ ਵੀ ਹੱਥ ਧੋਤੇ ਨੇ, ਤਾਂ ਉਹ ਮਸੀਹ ਇਸਲਾਮ ਨੂੰ ਵੀ ਨੰਗੀ ਗਾਲ ਕੱਢ ਸਕਦਾ ਹੈ। ਲੇਕਿਨ ਇਹਦੀ ਨਾ ਤਾਲੀਮ ਇਸਲਾਮ ਦਿੰਦਾ, ਨਾ ਮਸੀਹੀਅਤ ਦੀ ਤਾਲੀਮ ਹੈ। ਇਹਨੂੰ ਕੋਸ਼ਿਸ਼ ਕਰਕੇ ਤੇ ਮਿਨੀਮਾਈਜ਼ ਕਰੋ, ਖਤਮ ਕਰੋ। ਤੇ ਬਸ ਇਹੋ ਹੀ ਮੇਰੀ ਦੁਆ ਹੈ ਸਾਰਿਆਂ ਭਰਾਵਾਂ ਵਾਸਤੇ ਕਿ ਆਇੰਦਾ ਇਹ ਦੁਬਾਰਾ ਸ਼ਿਕਾਇਤ ਨਾ ਆਵੇ। ਜਿਹੜੇ ਬੰਦੇ ਇਸ ਕੰਮ 'ਚ ਮੁਲਵਸ ਨੇ, ਸਾਡੀਆਂ ਆਵਾਜ਼ਾਂ ਸੁਣਦੇ ਪਏ ਨੇ ਬਾਹਰ ਬਹਿ ਕੇ, ਅਸੀਂ ਉਹਨਾਂ ਅੱਗੇ ਹੱਥ ਜੋੜ ਕੇ, ਮੈਂ ਵੀ ਤੇ ਹਜ਼ਰਤ ਨੂਨ ਸਾਹਿਬ ਵੀ, ਜੋਜ਼ਫ ਭਾਈ ਵੀ ਸਪੈਸ਼ਲੀ, ਅਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਰਿਕੁਐਸਟ ਕਰਦੇ ਹਾਂ, ਨੀਲ ਸਾਹਿਬ ਵੀ, ਕਿ ਬਈ ਇਸ ਕੰਮ ਨੂੰ ਅਸੀਂ ਖਤਮ ਕਰਾਉਣਾ ਹੈ। ਜੇ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਠੀਕ ਹੈ, ਨਹੀਂ ਅਸੀਂ ਕਮ ਸੇ ਕਮ ਤੁਹਾਡੇ ਤੋਂ ਬਰਾਤ ਦਾ ਐਲਾਨ ਕਰਕੇ ਅਸੀਂ ਪਿੱਛੇ ਹਟ ਜਾਵਾਂਗੇ। ਤੁਹਾਡੀ ਆਵਾਜ਼ ਨਹੀਂ ਸੁਣਾਂਗੇ, ਤੁਹਾਡੀ ਆਵਾਜ਼ ਨਹੀਂ ਸੁਣਾਂਗੇ। ਜਿਹਦੇ ਨਾਲ ਤੁਸੀਂ ਬਹਿੰਦੇ ਹੋਵੋਗੇ ਨਾ, ਅਗਰ ਉਹਨਾਂ ਨਾਲ ਸਾਡਾ ਤਾਲੁਕ ਹੋਵੇਗਾ, ਦੋਸਤੀ ਹੋਵੇਗੀ, ਅਸੀਂ ਬਾਰ-ਬਾਰ ਉਹਦੇ ਅੱਗੇ ਰੱਖਾਂਗੇ। ਇਹ ਉਹ ਬੰਦਾ ਹੀ ਸਾਡੇ ਮੁਕੱਦਸਾਤ ਦੀ ਤੋਹੀਨ ਕਰਕੇ ਤੇਰੇ ਨਾਲ ਆ ਕੇ ਬੈਠਾ, ਆਪੇ ਛੱਡ ਦੇਗਾ। ਬਸ ਮੇਰੀ ਗੱਲ ਖਤਮ ਹੋ ਗਈ। ਅਗਰ ਤੁਸੀਂ ਕੋਈ ਗੱਲ ਦੂਜੀ ਗੱਲ ਇਹ ਵੀ ਕਿ ਅਗਰ ਮਿਸਾਲ ਦੇ ਤੌਰ ਤੇ ਨਹੀਂ ਵੀ ਬੰਦ ਹੁੰਦੇ ਤੇ ਕੰਟੀਨਿਊਸ ਵੀ ਅਗਰ ਇਹਨਾਂ ਦੇ ਖਿਲਾਫ ਕੰਮ ਕੀਤਾ ਵੀ ਜਾਏ ਨਾ, ਤੇ ਉਹ ਵੀ ਨੋਨ ਭਾਈ ਸਿਰਫ ਇਹੀ ਤਰੀਕਾ ਹੈ ਕਿ ਤੁਸੀਂ ਆਪਣੀ ਬਰੋਡ ਲਾ ਲਓ, ਆਮਿਰ ਭਾਈ ਦੀ ਬਰੋਡ ਤੇ ਚਲੇ ਜਾਓ, ਮੈਂ ਲਗਾ ਲਵਾਂ, ਅਸੀਂ 3-4 ਉੱਥੇ ਲਗਾ ਲ, ਕੋਈ ਮਸਲਾ ਨਹੀਂ। ਲੇਕਿਨ ਮਰਜ਼ਈਆਂ ਦੇ ਨਾਲ ਜਾ ਕੇ ਬਹਿਣ ਦਾ ਨਾ, ਉੱਥੇ ਇਹਨਾਂ ਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਕੋਈ ਨਹੀਂ ਜੋ ਹੋਣਾ।
ਉਹਦਾ ਕੋਈ ਤੁਹਾਨੂੰ ਮਤਲਬ ਪ੍ਰੋਫਿਟ ਕੋ ਨਹੀਂ ਹੈ। ਇੱਥੇ ਮੁਸਲਮਾਨ ਜਦੋਂ ਮੁਸਲਮਾਨ ਨੂੰ ਕਿਸੇ ਨੂੰ ਟੰਗੇਗਾ ਨਾ ਤੇ ਉਹ ਉਹਨਾਂ ਨੂੰ ਜ਼ਿਆਦਾ ਤਕਲੀਫ ਹੋਏਗੀ, ਕਿਉਂਕਿ ਮਰਜ਼ਈ ਤੇ ਉਹਨਾਂ ਨੂੰ ਆਲਰੇਡੀ ਗਾਲਾਂ ਕੱਢਣ ਹੀ ਰਹੇ ਨੇ, ਪੈਗੰਬਰ ਇਸਲਾਮ ਨੂੰ ਕੱਢਣ ਦੇ ਨੇ, ਤੇ ਉੱਥੇ ਕੀ ਫਾਇਦਾ, ਉਹਨਾਂ ਨੂੰ ਕੋਈ ਅਸਰ ਕੋ ਨਹੀਂ ਜੋ ਨਾ। ਇਹ ਜਿਹੜੇ ਗਾਲੀਬਾਜ਼ ਇੱਕ ਟੋਲਾ ਬਣਿਆ ਹੈ ਨਾ ਮੁਸਲਮਾਨਾਂ ਚੋਂ। ਪੱਟੀ ਸਾਹਿਬ ਆ ਥੱਲੇ ਗ੍ਰੇਟ ਇਸਰਾਈਲ ਜਿਹੜਾ ਆਪਣੇ ਆਲ ਨੂੰ ਬਣਿਆ ਨੂੰ ਬਲਾਕ ਕਰ ਦਵੋ। ਨਹੀਂ ਇਹ ਉਹ ਜੇ ਸਿਰ ਨਾ ਮੱਥਾ ਐਵੇਂ ਹੀ ਬੱਕ ਕਰਨ ਆ ਗਿਆ। ਨਜਫ ਛੱਡ ਦੇ ਯਾਰ, ਉਹਨੇ ਜਿਸ ਤਰ੍ਹਾਂ ਯਿਸੂ ਲਿਖਿਆ ਤੁਹਾਨੂੰ ਉਹ ਤੋਂ ਜ਼ਿਆਦਾ ਨਹੀਂ ਹੁੰਦਿਆ ਕੌਣ ਹੈ, ਛੱਡ ਦਿਓ ਇਹ ਬੜਾ ਤੁਹਾਨੂੰ ਨਹੀਂ ਪਤਾ ਲੱਗਣ ਡਿਆ। ਹਾਂ ਚਲੋ ਠੀਕ, ਹਾਂ ਜੀ ਕਰੋ ਕੀ ਨਾ ਆਪਣਾ ਤੁਲਸੀ ਭਾਈ ਗੱਲ ਕਰੋ। ਆਮਿਰ ਸਾਹਿਬ ਆਏ ਨੇ, ਕੋਈ ਆਮਿਰ ਵੀ ਕਰਕੇ ਵੇ ਗੱਲ ਕਰੋ ਜੀ। ਕਾਫੀ ਦੇਰ ਅਨੀਲ ਭਾਈ ਗੱਲ ਕਰੋ, ਨਹੀਂ ਤੇ ਫਿਰ ਮਾਰ ਕੇ ਆਇਆ ਜੇ, ਮੈਂ ਕਾਫੀ ਦੇਰ ਤੋਂ ਡੱਕੇ ਆ, ਮੈਂ ਮਾਰ ਕੇ ਆਇਆ ਜੇ ਤੁਹਾਡਾ ਸੱਜਣ। ਠੀਕ ਹੋ ਗਿਆ ਜੀ, ਮੇਰੇ ਹਾਲੇ ਕਿਸੇ ਨੇ ਗੱਲ ਹੋਰ ਨਹੀਂ ਕਰਨੀ। ਤੇ ਨੋਨ ਭਾਈ ਸੇ ਗੁਜ਼ਾਰਿਸ਼ ਹੈ ਹੀ ਹੈ ਕਿ ਇਹਨਾਂ ਦੇ ਖਿਲਾਫ ਕੰਮ ਬਿਲਕੁਲ ਕਰੋ, ਕੋਈ ਮਸਲਾ ਨਹੀਂ, ਲੇਕਿਨ ਮੁਸਲਮਾਨਾਂ ਦੇ ਨਾਲ ਹੀ ਬਹਿ ਕੇ ਕਰੋ, ਜਾਂ ਅਸੀਂ ਆਪਣੀ ਬਰਾੜ ਲਾ ਲੈਂਦੇ ਹਾਂ, ਬਸ ਇੰਨੀ ਕੋ ਗੁਜ਼ਾਰਿਸ਼। ਮੇਰੀ ਬਰਾੜ ਤੇ ਆ ਕੇ ਨਾ ਮੈਨੂੰ ਪਹਿਲਾਂ ਵੀਡੀਓ ਟੋਰਿਓ, ਜੇ ਵਾਕਿਅਤਨ ਜੈਨੂਇਨਲੀ ਕਿਸੇ ਬੰਦੇ ਨੇ ਇਸ ਤਰ੍ਹਾਂ ਦੀ ਤੋਹੀਨ ਕੀਤੀ ਹੋਈ, ਮੇਰੀ ਬਰਾੜ ਤੇ ਆ ਕੇ ਤੁਸੀਂ ਉਸ ਬੰਦੇ ਨੂੰ ਮੈਂ ਕਾਬਿਲ ਮਜ਼ਮਤ हेलो आवाज आ रही है भाई दी आवाज कट गई, की होया पता नहीं, मैं क्या हो रही कोई ब्रॉड डिगन वाली है, हो सकता है रिपोर्ट पै गई होवे, कोई गल नहीं। रिपोर्ट के उत्ते रिस्ट्रिक्शन ते आ रही है काफी देर दी, उन्होंने वो लाल जलाया। चलो कोई गल नहीं, इस तरह तो होता है फिर इस तरह के कामों में। हाँ बहरहाल बाकी नून भाई है, मैं तो अंदाज़ कि जो मर्जी हो जाए दुनिया ते आ जोधो पट्टी मार जाएगा जे, लेकिन कादियानियां दे नाल बैठ के ना किसी चीज दे उत्ते कोनी जे कट करना, इन्हां दे नाल बैठ के मैं कट कोनी करना। हाँ मुसलमानां नूं उंज मेरे कोल लवा के ते गालां कढा लवो, ਜਿਹੜੇ ਮਸੀਹ ਨੂੰ ਬਕਵਾਸ ਕਰਦੇ ਨੇ ਉਹ ਤੁਸੀਂ ਹੁਣੇ ਆਖੋਗੇ ਤੇ ਹੁਣੇ ਕਰ ਲਾਂਗੇ, ਕੱਲੇ ਬਹਿ ਕੇ ਅਸੀਂ ਕਰ ਲਾਂਗੇ, ਮਰਜ਼ਈਆਂ ਦੇ ਨਾਲ ਬਹਿ ਕੇ ਕੋਨੀ ਜੇ ਕੱਟ ਹੋ ਸਕਦਾ। ਬਿਲਕੁਲ ਜਿੰਨੂੰ ਮਰਜ਼ੀ ਗਾਲ ਕੱਢੋ, ਮੈਂ ਕਹਿੰਦਾ ਤੁਸੀਂ ਆਪਣੀ ਬਰਾੜ ਤੇ ਕਰਨਾ ਚਾਹੋ ਤੇ ਬਿਸਮਿਲ੍ਲਾ, ਨਹੀਂ ਤੇ ਸਾਡੀ ਬਰਾੜ ਤੇ ਆਓ, ਮੈਂ ਤੁਹਾਡੇ ਨਾਲ ਰਲ ਕੇ ਉਹਨਾਂ ਦੀ ਫਲਾਂਟਿੰਗ ਦੇਵਾਂਗਾ। ਜਿਨ੍ਹਾਂ ਨੂੰ ਪਿਆਰ ਨਾਲ ਸਮਝਾਵਾਂਗੇ ਤੇ ਉਹ ਨਾ ਸਮਝਣਗੇ ਨਾ, ਤੇ ਉਹਨਾਂ ਨੂੰ ਅਸੀਂ ਰਲ ਕੇ ਇੱਥੇ ਬਹਿ ਕੇ ਗਾਲਾਂ, ਇੱਥੇ ਬਹਿ ਕੇ ਲੱਗਾ ਨਹੀਂ ਗਾਲਾਂ ਕੱਢਣ, ਤੇ ਮੈਨੂੰ ਸ਼ੇਅਰ ਨਾ ਕਰੀ। नहीं मैं आपको गाल दे रहा हूं जोजो भाई, मेरी शायद आखिरी बात जो थी किसी ने सुनी है या नहीं सुनी, मैं डिस्कनेक्ट हो गया था। तो मैं कह रहा था प्यारे भाइयों, आमिर भाई ने बड़ी अच्छी बात की है, बुजुर्ग हैं हमारे, और हमेशा ही मैंने इनके मुंह पे, इनकी पीठ पीछे जहां कहीं भी बैठा हूं, इवन मैं जब ये जमात अहमदिया वाले इनके दरमियान भी बैठा हूं, मैंने हमेशा ही इनका नाम भी इज्जत से लिया है और इनका तस्करा भी इज्जत एहतराम से किया है। इन्होंने बात की है अभी कि सुल्तान के साथ शायद मेरा कोई जाती इख्तिलाफ है, नॉट एट ऑल, बिल्कुल भी नहीं है। जब उस बंदे ने गुस्ताखी की थी रसूलुल्लाह की, तो तब भी जब मेरे मौकफ की बारी आई तो मैंने उसके हक में अपना मौकफ दिया था, जाती तौर पे बिल्कुल नहीं है। हाँ इसमें मसला है मुकद्दसीन की गुस्ताखी का। जहां तक इसकी बात है तो इसकी गुस्ताखियों की मैं बहुत सारी रिकॉर्डिंग्स में दिखा सकता हूं, लेकिन उसके बरक्स मेरा कोई एक कमेंट भी लाके दिखा दे, आपके जूते होंगे मेरा सर होगा, और अगर मैं बोल जाऊं उसमें सफाई भी कोई दूं तो फिर कहना। नहीं मैंने असल में ये नहीं कहा, एक मिनट जाहिद भाई बात खत्म करने लगे हैं। मैं ये कह रहा हूँ कि कई दफा ना करने सुनने में समझने में बात गलती लग जाती है। मैंने ये नहीं कहा कि इख्तलाफ आपका जाती है, मैंने ये कहा कि बोगस और अनाद फिर जाती हो जाता है। एक है अकीदे की लड़ाई, अकीदे का इख्तलाफ, आपके मुकद्दसात की या उसके मुकद्दसात की तौहीन की वजह से एक दूसरे पर आपका अगर गुस्सा है तो वो ईमानी जज्बात की लड़ाई है। आपके ईमानी जज्बात को ठेस पहुंची है या उसके जज्बाती जो ईमानी जज्बात है उनको ठेस पहुंची है ना, तो वो ईमान की लड़ाई होती है, वो जाती बुग़्ज़ नहीं होता। लेकिन उससे आगे जब एक बंदा जाती बुग़्ज़ और अनाद बना लेता है ना उसको, तो वो फिर ईमान की लड़ाई रह नहीं जाती, वो आपकी जाती लड़ाई हो जाती है। अब मैंने इस बंदे को डैमेज करना ही करना है, इसको गिराना ही गिराना है, भले मुझे वो
वो हद भी क्रॉस करनी पड़े जो खुद मेरे ईमानी हदूद से बाहर है, तो लोग ऐसा कर जाते हैं। मैंने कहा है कि मुझे लगा है कि आप दोनों के दरमियान जो गुस्सा और नफरत है ना, वो ज़ातियात तक पहुंच गया है, वरना शुरू तो आपके कायद से ही हुआ होगा इख्तलाफ, वो मजहबी जो आपके मुबाहिसे हैं वहाँ से शुरू हुआ होगा, लेकिन अब वो जो ज़ाती बुग़्ज़ है ना, वो नहीं आना चाहिए। अगर आप ईमानी लड़ाई लड़ रहे हैं एक दूसरे के साथ, तो ज़ाती बुग़्ज़ नहीं होना चाहिए। लड़ाई और मोहब्बत, हमारे प्यारे नबी सल्लल्लाहु अलैहि वसल्लम की एक हदीस है, अल हुब्बु लिल्लाह वल बुग़्ज़ु फिल्लाह। अल्लाह के लिए लड़ाई, अल्लाह के लिए मोहब्बत है। अगर आपने किसी से मोहब्बत और प्यार भी करना है तो अल्लाह की रज़ा के लिए, रब की रज़ा के लिए। अगर उससे नफ़रत और गुस्सा भी है तो वो उसकी रज़ा के लिए है, ना कि अपनी ज़ाती खुन्नस निकालने के लिए। तो मैंने सिर्फ ये अर्ज़ किया है कि उसको ना बढ़ाएं कि वो आपका ज़ाती नज़र आए। हाँ, अगर आपके ईमानी जज्बात को ठेस पहुंची है तो आपका हक बनता है आप उससे झगड़ा करें, लेकिन इसको हम ख़त्म करेंगे इंशाल्लाह। मैं सियाल साहब से भी कहूँगा, और वो मेरे अभी तक तो वो मान लेते हैं बात जो मैं कहता हूँ, तो कल का पता नहीं। जिस तरह मैंने कहा, सोशल मीडिया कोई किसी को हम फोर्स कर नहीं सकते। उम्मीद है कि इस गुफ्तगू को उन्होंने ज़रूर बाहर बैठ कर समाअत फरमाया होगा और वो समझेंगे, क्योंकि मैंने अभी थोड़ी देर पहले भी उनको बड़ा सख्त मैसेज किया गुस्से में आके कि ये काम अच्छे नहीं है, हम इसके मुतहम्मल नहीं हैं। जो बंदा इस तरह का करेगा हम उसको प्यार से समझाएंगे, दलील से समझाएंगे, नसीहत करेंगे, और आखिरी हाल ये होगा कि हम उससे किनारा कर लेंगे, उससे लैदा हो जाएंगे, उसको ना अपने पास बिठाएंगे ना उसके साथ जाकर बैठेंगे, क्योंकि ये हमारा ईमान इजाज़त नहीं देता। हम कैसे किसी को इजाज़त दे सकते हैं या इस काम को प्रमोट कर सकते हैं कि शाबा शाबा खिंची जाओ, तुझे मेरे नाल आके चुम्मियाँ चटियाँ करो, पर जाके यसुल मसीह नूं गालां कढ़ो। ऐसी मुनाफकत मुझसे नहीं हो सकती भाई साहब, बेफिक्र हो जाए आप। खत्म कर दें जी, आप कोई बात करनी है तो कर लें। थैंक यू। बहुत शुक्रिया जी, बहुत शुक्रिया। आमिर भाई, आखिरी गल ਦੇ ਉੱਤੇ ਬਸ ਮੈਂ ਬਰੋਡ ਬੰਦ ਕਰਨ ਲੱਗਾ। ਇਹ ਵੇਖੋ ਨਾ, ਸ਼ਾਹ ਸਾਹਿਬ ਨੇ ਆ ਕੇ ਬੜੀ ਅੱਛੀ ਗੱਲ ਕੀਤੀ ਹੈ, ਤੁਸੀਂ ਅੱਛੀ ਗੱਲ ਕੀਤੀ ਹੈ, ਤੇ ਦੋਵਾਂ ਪਾਸੇ ਨਾ ਹਰ ਕਿਸਮ ਦੇ ਲੋਕ ਮੌਜੂਦ ਨੇ, ਤੇ ਇੰਡੀਵਿਜੂਅਲੀ ਇਹਨਾਂ ਨੂੰ ਹੈਂਡਲ ਕੀਤਾ ਜਾਏ ਤੇ ਉਹ ਜ਼ਿਆਦਾ ਦਰੁਸਤ ਹੋਏਗਾ, ਤੇ ਨਾ ਕਿ ਕੋਈ ਮੁਕੱਦਸਾਤ। ਖੈਰ, ਮੇਰਾ ਜਾਂ ਅਨੀਲ ਭਾਈ ਜਾਂ ਨੂਨ ਭਾਈ, ਅਸੀਂ ਤਾਂ ਕਦੀ ਕੋਈ ਇਹੋ ਜਿਹਾ ਕੰਮ ਕੀਤਾ ਨਹੀਂ ਹੈ ਤੇ ਨਾ ਅੱਗੇ ਕਰਾਂਗੇ। ਲੇਕਿਨ ਬਹਰਹਾਲ ਨੂਨ ਭਾਈ, जोजफ मर जाएगा जे, यकीन करो। जोजफ ने अपनी फैमिली मार छड़नी जे, लेकिन खुदा जानदा जे कि एक कादियानियां दे नाल बह के ना जोजफ ने कदी कोई इहो जी गल, कोई कट को नहीं जे करना। ਇਹ मैं तुहानू दस दियां। ते बहरहाल बाकी तुसी कहोगे ते जेड़ा काम तुसी कहोगे असीं कर लांगे, लेकिन ये काम नहीं हो सकदा। बहुत शुक्रिया जी आमिर भाई, ते इजाजत दवो जी, बहुत शुक्रिया। ਉਹ ਪੈਸੇ ਤੇ ਵੰਡ ਲੈਂਦੇ ਉਹਦੇ ਨਾਲ, ਹਜ਼ਰਤ ਨੂਨ ਨਾਲ ਉਹ ਤੇ ਅੱਧੇ ਕਰਾ ਲੈਂਦੇ ਸਾਨੂੰ। ਤੁਹਾਡਾ ਵੀ ਸ਼ੁਕਰੀਆ। ਲੈ ਲਓ ਯਾਰ, ਇਹ ਸਾਰੇ ਤੁਸੀਂ ਲੈ ਲਓ। ਅਨੀਲ ਸਾਹਿਬ ਤੁਹਾਡਾ ਵੀ ਸ਼ੁਕਰੀਆ, ਹਜ਼ਰਤ ਨੂਨ ਸਾਹਿਬ ਤੁਹਾਡਾ ਵੀ ਸ਼ੁਕਰੀਆ, ਜੋਜ਼ਫ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਆਮਰ ਭਾਈ, ਕੋਈ ਗੱਲ ਬੁਰੀ ਹੋਈ ਹੋਵੇ। ਮਰਦਾਈਆਂ ਕੋਲੋਂ ਕਦੀ ਕਿਸੇ ਨੂੰ ਖੈਰ ਨਹੀਂ ਪਈ, ਤੈਨੂੰ ਪੈਸੇ ਲੱਭ ਗਏ ਨੇ। चलो बहुत शुक्रिया जी। थले कहने जोजफ क्रिश्चन नहीं हो, जाओ काम करो। मैं ये सच्चा मसीही हां जेड़ा मसाया दी इज्जत वास्ते तुहाडे लोकां नालों सब तो ज्यादा नफरत करना। और मैनू तुहाडे लोकां दे नाल कोई नफरत नहीं है, यकीन करो वल्ला, मैनू कादियानिया दे नाल कोई नफरत नहीं है। सिर्फ ते सिर्फ इन्हां दे लिटरेचर दी वजह तो ना, मैं एक दिन एक ब्रॉड दे उत्ते इन्हां दा लिटरेचर पढ़िया सी ते ओ क्रिश्चनां ने मैनू थल्ले ला के ते गालां कड्डियां सन। उन्होंने कहा सी कि ए कोई कादियानी जे जेड़ा इत्थे आ के, या क्रिश्चन नहीं है, कोई मुल्हद है बंदा, ये जेड़ा मसाया दी गुस्ताखी एडे खुलेआम पढ़दा पिया। मैं क्या ये पढ़ो, तुहानू मैं नहीं दसांगा ते कोई होर दसेगा। फिर उन्होंने रिक्वेस्ट की दोबारा लवो उत्ते, उन्होंने यकीन दवाया कि भाई मैं मसीही हाँ, मसाया दे उत्ते जान निसार करने वाला बंदा वां मैं। ਇਹ ਮਿਰਜ਼ੇ ਕਾਦੀਆਨੀ ਨੇ ਬਕਵਾਸ ਕੀਤੀ ਜੇ, ਇਹਨਾਂ ਦੇ ਖਿਲਾਫ ਕੰਮ ਕਰੋ। ਨਹੀਂ, ਸਾਨੂੰ ਵੀ ਕਹਿੰਦੇ ਨੇ ਜੋਜ਼ਫ ਕ੍ਰਿਸਚਨ ਨਹੀਂ ਆ, ਝੂਠਾ ਕ੍ਰਿਸਚਨ ਬਣਿਆ ਜਿਹੜਾ ਤੁਹਾਡੇ ਨਾਲ ਬੈਠਾ ਹੁੰਦਾ। ਓਕੇ ਜੀ, ਹੋ ਗਿਆ, ਚਲੋ ਓਕੇ ਜੀ, ਓਕੇ ਓਕੇ, ਠੀਕ ਹੈ ਜੀ, ਠੀਕ, ਓਕੇ ਜੀ, ਓਕੇ ਜੀ।